ਸੋ ਅਸੀਂ ਹਰ ਰੋਜ਼ ਸ਼ਾਮ ਨੂੰ 5 ਤੋਂ 6 ਵਜੇ ਆਪਣੀ ਇਸ ਚਾਹ ਵਾਲੀ ਟਾਈਮ ਦੇ ਉੱਤੇ ਅਸੀਂ ਆਪਣੀਆਂ ਗੱਲਾਂ, ਆਪਣੇ ਸੁਪਨੇ, ਆਪਣੀ ਜਗਿਆਸਾ, ਆਪਣੇ ਰੰਗਮੰਚ ਤਜਰਬੇ, ਆਪਣੇ ਸੰਗੀਤ ਦੇ ਸਫ਼ਰ ਨੂੰ ਆਪਾਂ ਸਾਂਝਿਆ ਕਰਦੇ ਹਾਂ। ਸੋ ਜੋ ਕੁਝ ਵੀ ਇਹਨਾਂ ਸਮਿਆਂ ਦੇ ਵਿੱਚ ਅਸੀਂ ਪਿਛਲੇ ਲੰਬੇ ਸਮੇਂ ਦੇ ਉੱਤੋਂ ਜੋ ਕੁਝ ਵੀ ਸੰਘਰਸ਼ ਕਰਕੇ ਆਏ, ਜੋ ਕੁਝ ਹੰਡਾਇਆ, ਜੋ ਬੀਤਿਆ, ਉਹਦੇ ਬਾਰੇ ਜਿੰਨਾ ਵੀ ਆਪਾਂ ਇਹ ਐਕਚੁਅਲੀ ਮੇਰਾ ਮਕਸਦ ਇੱਕੋ ਹੀ ਸੀ ਰੇਨੂ ਬਾਬੂ ਜੀ ਕਿ ਅਸੀਂ ਉਹ ਗੱਲਾਂ ਕਰੀਏ ਜਿਹਦੇ ਤੋਂ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਉਹ ਪ੍ਰੇਰਨਾ ਲੈ ਸਕੇ, ਉਹ ਸਿੱਖ ਸਕੇ। ਸੋ ਮੈਂ ਹਰ ਰੋਜ਼ ਵੱਖ-ਵੱਖ ਦੋਸਤਾਂ ਨੂੰ, ਸਾਰਿਆਂ ਨੂੰ, ਰੰਗਮੰਚ ਵਾਲਿਆਂ ਨੂੰ, ਕੁੜੀਆਂ ਮੁੰਡਿਆਂ ਨੂੰ, ਜਿਹੜੇ ਮੇਰੇ ਤੋਂ ਬਹੁਤ ਸੀਨੀਅਰ ਉਹ ਵੀ, ਜਿਹੜੇ ਮੇਰੇ ਤੋਂ ਬਹੁਤ ਜੂਨੀਅਰ ਉਹ ਵੀ, ਮੈਂ ਵੱਖ-ਵੱਖ ਤਰ੍ਹਾਂ ਇਨਵਾਈਟ ਕਰਦਾ ਰਹਿਣਾ ਕਿ ਹਰ ਇੱਕ ਦੇ ਵੱਖਰੇ ਤਜਰਬੇ ਨੇ। ਬਹੁਤ ਸਾਰੇ ਉਹ ਲੋਕ ਨੇ ਜਿਨ੍ਹਾਂ ਨੇ ਬਹੁਤ ਆਪਣਾ ਘਰ ਗਵਾ ਕੇ ਆਪਣੇ ਥੀਏਟਰ ਹਾਊਸ ਬਣਾਏ ਹੋਏ ਪੰਜਾਬ ਦੇ ਵਿੱਚ, ਸੋ ਉਹਨਾਂ ਨੂੰ ਵੀ ਮੈਂ ਇਨਵਾਈਟ ਕਰਦਾ ਰਿਹਾ। ਸੋ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਸੰਗੀਤ ਨ੍ਰਿਤ ਦੀਆਂ ਜਿਹੜੀਆਂ ਇੰਟਰਨੈਸ਼ਨਲ ਪਰਸਨੈਲਿਟੀਆਂ ਨੇ ਉਹਨਾਂ ਨੂੰ ਅਸੀਂ ਇਨਵਾਈਟ ਕਰਦੇ ਆ ਤਾਂ ਜੋ ਅਸੀਂ ਆਪਣੇ ਇਹ ਸਾਰੇ ਸੁਪਨੇ ਜਿਹੜੇ ਆ ਉਹਨਾਂ ਨੂੰ ਅਸੀਂ ਸਾਂਝਿਆ ਕਰਦੇ ਰਹੀਏ। ਸੋ ਅੱਜ ਅਸੀਂ ਬੜੇ ਖੁਸ਼ਕਿਸਮਤ ਆ, ਬੜੀ ਖੂਬਸੂਰਤ ਗੱਲ ਹੈ ਕਿ ਸਾਡੇ ਬਹੁਤ ਆਪਣੇ ਬੜੇ ਪਿਆਰੇ ਸਾਡੇ ਆਪਣੇ ਜਿਹੜਾ ਰੰਗਮੰਚ ਸੰਗੀਤ ਦੀ ਜੋੜੀ ਪਰਮਜੀਤ ਸਿੰਘ ਰੇਨੂ ਭਾਬੀ ਜੀ ਇਹ ਸਾਡੇ ਨਾਲ ਨੇ। ਰੇਨੂ ਅਸੀਂ ਕਿਉਂਕਿ ਰੰਗਮੰਚ ਵਾਲੇ ਸਾਰੇ ਰੇਨੂ ਭਾਬੀ ਜੀ ਕਹਿੰਦੇ ਆ, ਰੇਨੂ ਅਰੋੜਾ ਜਾਂ ਰੇਨੂ ਸਿੰਘ ਇਹ ਅਸੀਂ ਬਹੁਤੇ ਨਹੀਂ ਜਾਣਦੇ, ਅਸੀਂ ਇੰਨਾ ਜਾਣਦੇ ਸਾਰੇ ਜਗਤ ਭਾਬੀ ਜੀ ਹੈਗੇ ਆ ਸਾਡੇ। ਸੋ ਇਹ ਪਰਮਜੀਤ ਭਾਜੀ ਕਿਉਂਕਿ ਇਹਨਾਂ ਦਾ ਰੇਨੂ ਭਾਬੀ ਜੀ ਤੋਂ ਬਹੁਤ ਪਹਿਲਾਂ ਦਾ ਐਕਸਪੀਰੀਅੰਸ ਹੈ, ਲੰਬਾ ਤਜਰਬਾ ਹੈ। ਔਰ ਪਰਮਜੀਤ ਭਾਜੀ ਇਹ ਕਿਉਂਕਿ ਅਸੀਂ ਇੱਕ ਦੂਜੇ ਦੇ ਪਰਿਵਾਰ ਦੇ ਮੈਂਬਰ ਹਾਂ, ਅਸੀਂ ਰੰਗਮੰਚ ਪਰਿਵਾਰ ਦੇ ਵੀ ਔਰ ਅਸੀਂ ਨਿੱਜੀ ਪਰਿਵਾਰ ਦੇ ਵੀ ਇੱਕ ਦੂਜੇ ਦੇ ਉਨੇ ਹੀ ਮੈਂਬਰ ਹਾਂ, ਪਰਿਵਾਰਕ ਮੈਂਬਰ ਹਾਂ। ਸੋ ਮੈਂ ਪਰਮਜੀਤ ਭਾਜੀ ਹੋਰਾਂ ਨੂੰ ਕਿਉਂਕਿ ਉਸੇ ਰੂਪ ਵਿੱਚ ਜਾਣਦਾ ਜਦੋਂ ਅਸੀਂ ਗੁਰਸ਼ਰਨ ਭਾਜੀ ਨਾਲ ਕੰਮ ਕਰਦੇ ਸੀ, ਪਰ ਪਰਮਜੀਤ ਭਾਜੀ ਸਾਡੇ ਤੋਂ ਵੀ 10 ਸਾਲ ਪਹਿਲੇ ਭਾਜੀ ਕੋਲ ਆਏ ਸੀ। ਇਹਨਾਂ ਨੇ 1969 ਵਿੱਚ ਗੁਰਸ਼ਰਨ ਭਾਜੀ ਨਾਲ ਰੰਗਮੰਚ ਦਾ ਸਫ਼ਰ ਸ਼ੁਰੂ ਕੀਤਾ, ਪਹਿਲੇ ਅਦਾਕਾਰੀ ਕੀਤੀ, ਫਿਰ 1978 ਜਦੋਂ ਇਹਨਾਂ ਨੇ ਸੰਗੀਤ ਰੰਗਮੰਚ ਵਿੱਚ ਦੇਣਾ ਸ਼ੁਰੂ ਕੀਤਾ ਧਮਕਾ ਨਗਾਰੇ ਦੀ ਨਾਟਕ ਤੋਂ, ਤੇ ਉਦੋਂ ਮੈਂ ਭਾਜੀ ਕੋਲ ਬਤੌਰ ਅਦਾਕਾਰ ਐਂਟਰ ਕੀਤਾ ਸੀਗਾ। ਸੋ ਸਾਡਾ ਇਹ ਸਫ਼ਰ ਦੀ ਸਾਂਝ ਇਸ ਤਰ੍ਹਾਂ, ਔਰ ਬਹੁਤ ਬਹੁਤ ਸਾਡੀਆਂ ਮਿੱਠੀਆਂ ਯਾਦਾਂ ਨੇ ਇਸ ਸਫ਼ਰ ਦੀਆਂ। ਔਰ ਬਾਅਦ ਵਿੱਚ ਫਿਰ ਰੇਨੂ ਭਾਬੀ ਜੀ ਜਦੋਂ ਮੈਰਿਜ ਤੋਂ ਬਾਅਦ ਇਹ ਆਏ, ਔਰ ਮੈਨੂੰ ਯਾਦ ਹੈ ਕਿ ਹਾਲੇ ਵਿਆਹ ਹੋਏ ਨੂੰ ਥੋੜੇ ਦਿਨ ਹੀ ਹੋਏ ਸੀ ਤੇ ਇਹਨਾਂ ਨੂੰ ਨਾਲ ਹੀ ਗੁਰਸ਼ਰਨ ਭਾਜੀ ਅਸੀਂ ਉਦੋਂ ਟਾਟਾ ਨਗਰ ਜਾਣਾ ਸੀ ਪਲੇ ਕਰਨ, ਤੇ 3 ਦਿਨ ਬਾਅਦ ਨਾਲ ਹੀ ਟ੍ਰੇਨ ਦੇ ਵਿੱਚ 3 ਦਿਨ ਬਾਅਦ 3 ਦਿਨ ਬਾਅਦ ਯਾ ਹੋ ਤੁਸੀਂ ਇੰਨੀ ਛੇਤੀ ਉਸੇ ਵੇਲੇ ਤੁਰ ਪਏ, ਕੁਝ ਦਿਨ ਤੇ ਕਰ ਰਹਿੰਦੇ। ਤੁਹਾਨੂੰ ਵੀ ਬੜੀ ਕਾਹਲੀ ਸੀ ਐਕਟਿੰਗ ਕਰਨ ਦੀ, ਹੈ ਨਾ, ਵੇਖੋ। ਤੇ ਤੁਸੀਂ ਨਾਲ ਹੀ ਤੁਰ ਪਏ ਗੱਡੀ ਦੇ ਵਿੱਚ। ਮੈਨੂੰ ਯਾਦ ਹੈ ਕਿ ਤੂਤਾਂ ਵਾਲੇ ਖੂਹ ਵਾਲਾ ਸ਼ਾਣੀ ਦਾ ਰੋਲ ਭਾਬੀ ਜੀ ਕੋਲੋਂ ਅਸੀਂ ਗੱਡੀ 'ਚ ਹੀ ਤਿਆਰ ਕਰਵਾਇਆ ਸੀ, ਤੇ ਉਹ ਮੈਂ ਯਾਦ ਕਰਵਾਉਂਦਾ ਸੀ ਇਹਨਾਂ ਨੂੰ ਡਾਇਲੌਗ ਸਾਰੇ। ਤਾਂ ਸਫ਼ਰ ਦੀਆਂ ਬੜੀਆਂ ਮਿੱਠੀਆਂ ਯਾਦਾਂ ਨੇ, ਇਹਨਾਂ ਦੇ ਬੜੇ ਪਿਆਰੇ ਸਫ਼ਰ, ਬੜੀਆਂ ਹੋਰ ਜਿਹੜੇ ਕਿ ਇਸ ਸਫ਼ਰ ਦਾ ਚੀਜ਼ਾਂ ਹਿੱਸਾ ਬਣੀਆਂ। ਇਹਨਾਂ ਦੇ ਬੜੇ ਪਿਆਰੇ ਬੱਚੇ, ਬੜੇ ਲਾਈਕ ਬੌਬੀ, ਨੈਂਸੀ, ਉਹ ਵੀ ਬਚਪਨ ਵਿੱਚ ਮੇਰੇ ਨਾਟਕਾਂ ਵਿੱਚ ਉਹ ਬਾਲ ਕਲਾਕਾਰ ਦੇ ਤੌਰ ਤੇ ਬਹੁਤ ਸਾਰੇ ਨਾਟਕਾਂ 'ਚ ਉਹਨਾਂ ਨੇ ਭੂਮਿਕਾਵਾਂ ਨਿਭਾਈਆਂ। ਸੋ ਉਹਨਾਂ ਦੇ ਨਾਲ ਮੇਰੀ ਆਪਣੀ ਇੱਕ ਸਾਂਝ ਹੈ, ਬੱਚਿਆਂ ਦੇ ਨਾਲ ਬੜੀ ਪਿਆਰੀ ਸਾਂਝ ਹੈ। ਉਹ ਸਾਡੇ ਬੜੇ ਪਿਆਰੇ ਆਪਣੇ ਬੱਚੇ। ਸੋ ਇਹ ਸਮੁੱਚਾ ਪਰਿਵਾਰ ਹੀ ਜਿਹੜਾ ਸੰਗੀਤ ਨੂੰ, ਰੰਗਮੰਚ ਨੂੰ ਪਰਨਾਇਆ ਹੋਇਆ। ਸੋ ਆਪਾਂ ਇਹਨਾਂ ਦੇ ਨਾਲ ਅੱਜ ਇਹਨਾਂ ਦੇ ਸੰਘਰਸ਼ ਦੀਆਂ, ਕਿਉਂਕਿ ਇਹਨਾਂ ਦਾ ਸੰਘਰਸ਼ ਵੀ ਬੜਾ ਹੈ, ਇਹਨਾਂ ਨੇ ਬਹੁਤ ਉੱਚੇ ਅਹੁਦਿਆਂ ਤੋਂ ਹੁੰਦੇ ਹੋਏ ਇਹ ਆਪਣੇ ਭਾਬੀ ਜੀ ਬਹੁਤ ਕਲਾਸ 1 ਆਫੀਸਰ ਸੀਗੇ, ਔਰ ਭਾਜੀ ਵੀ ਉਦੋਂ ਬੈਂਕ ਮੈਨੇਜਰ ਤੱਕ ਪਹੁੰਚਣ ਵਾਲੇ ਛੱਡ ਦਿੱਤਾ ਇਹਨਾਂ ਨੇ, ਤੇ ਅਮਰੀਕਾ ਦੀ ਧਰਤੀ ਤੇ ਗਏ, ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕੀਤੀ ਇਹਨਾਂ ਨੇ। ਸੋ ਵੀ ਇੱਕ ਬੜਾ ਸੰਘਰਸ਼ ਹੈ ਇਹਨਾਂ ਦਾ ਕਿ ਇਹਨੇ ਲਾਇਕ ਬੱਚੇ ਜਿਹੜੇ ਇੱਥੇ ਵੀ ਬਹੁਤ ਸੋਹਣੇ, ਜੇ ਇੱਥੇ ਪੜ੍ਹਦੇ ਹੋ ਨਾ ਤਾਂ ਵੀ ਬਹੁਤ ਸੋਹਣਾ ਕੁਝ ਨਾ ਕੁਝ ਵੱਡੇ ਅਫਸਰ ਬਣਨਾ ਸੀਗਾ, ਪਰ ਉੱਥੇ ਵੀ ਸੋਹਣੀ ਜ਼ਿੰਦਗੀ ਗੁਜ਼ਾਰ ਰਹੇ ਨੇ। ਸੋ ਬਹੁਤ ਜੀ ਆਇਆਂ ਭਾਬੀ ਜੀ, ਭਾਜੀ ਤੁਹਾਨੂੰ ਦੋਨਾਂ ਨੂੰ। ਤੇ ਹੁਣ ਆਪਾਂ ਗੱਲਾਂ ਸ਼ੁਰੂ ਕਰਦੇ ਹਾਂ। ਤੁਹਾਡੀਆਂ ਮਿੱਠੀਆਂ ਆਵਾਜ਼ਾਂ ਉਹ ਅਸੀਂ ਸੰਗੀਤ ਦੇ ਰਾਹੀਂ ਵੀ ਸੁਣਾਂਗੇ। ਮੈਂ ਪਹਿਲਾਂ ਪਰਮਜੀਤ ਭਾਜੀ ਤੋਂ ਹੀ ਸ਼ੁਰੂਆਤ ਕਰਦਾ ਵਾਂ। ਭਾਜੀ ਕਿਉਂਕਿ ਉਹ ਸੰਨ 1969 'ਚ ਤੁਸੀਂ ਭਾਜੀ ਕੋਲ ਆ ਗਏ,
ਮੈਂ 1964 ਸਾਲੇ ਜੰਮਿਆ ਸੀ, ਉਦੋਂ ਮੈਂ 5 ਸਾਲ ਦਾ ਹੋਵਾਂਗਾ। ਪਰ ਰੰਗਮੰਚ ਦੀ ਦੁਨੀਆ ਚ ਆ ਕੇ 10ਵੀਂ 11ਵੀਂ ਕਰਦਿਆਂ ਹੋਇਆ ਤੁਸੀਂ, ਤੇ ਉਹ ਤੁਹਾਨੂੰ ਇਹ ਕਿੱਦਾਂ ਜਾਗ ਲੱਗੀ? ਇੱਕ ਗੱਲ ਤਾਂ ਮੈਂ ਜਾਣਦਾ ਕਿ ਤੁਹਾਡੇ ਮਦਰ ਵੀ ਬਹੁਤ ਸੋਹਣਾ ਕੀਰਤਨ ਬਹੁਤ ਸੋਹਣਾ ਕਰਦੇ ਸੀ, ਉਹ ਵੀ ਬੜੇ ਜੀ ਪਿਆਰੀ ਸ਼ਖਸੀਅਤ ਸੀਗੇ, ਉਹ ਵੀ ਉਹਨਾਂ ਨੂੰ ਮੈਂ ਜੀ ਸੁਣਿਆ ਹੋਇਆ। ਤੇ ਤੁਹਾਨੂੰ ਕਿੱਦਾਂ ਇਹ ਅਦਾਕਾਰੀ ਦੀ ਜਾਗ ਕਿੱਦਾਂ ਲੱਗ ਗਈ? ਉਹ ਜ਼ਰਾ ਥੋੜੀ ਜਿਹੀ ਗੱਲ ਵਿਸਥਾਰ ਚ ਦੱਸੋ, ਫਿਰ ਆਪਾਂ ਅੱਗੇ ਤੁਰਦੇ ਹਾਂ। ਹਾਂਜੀ ਕੇਵਲ ਜੀ, ਮੈਂ ਪਹਿਲਾਂ ਵੀ ਆਪਣੇ ਕਲਾਕਾਰ ਸਾਥੀਆਂ ਨੂੰ ਸਭ ਨੂੰ ਦੱਸ ਚੁੱਕਾ ਹਾਂ ਵੀ 1969 ਦੇ ਵਿੱਚ ਜਦੋਂ ਮੈਂ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦਾ ਸੀਗਾ, ਤਾਂ ਉਦੋਂ ਸਾਲਾਨਾ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਗੁਰਸ਼ਰਨ ਭਾਜੀ ਆਏ। ਤੇ ਜਦੋਂ ਉਹਨਾਂ ਨੇ ਮੈਨੂੰ ਗਾਣਾ ਸੁਣਿਆ, ਗਾਉਂਦਿਆਂ ਸੁਣਿਆ, ਤਾਂ ਉਹਨਾਂ ਨੇ ਕਿਹਾ ਬੇਟਾ ਮੈਨੂੰ ਤੁਸੀਂ ਅੱਜ ਸ਼ਾਮ ਨੂੰ ਘਰ ਆ ਕੇ ਮਿਲਣਾ। ਜਦੋਂ ਮੈਂ ਸ਼ਾਮੀ ਘਰ ਮਿਲਣ ਗਿਆ ਤਾਂ ਉਹਨਾਂ ਨੇ ਕੇਵਲ ਜੀ ਇੰਨਾ ਹੀ ਕਿਹਾ ਕਿ ਬੇਟਾ ਅੱਜ ਤੋਂ ਤੂੰ ਮੇਰਾ ਪੁੱਤਰ ਹੈ। ਕਿ ਇੱਕ ਬਾਪ ਆਪਣੇ ਪੁੱਤਰ ਨੂੰ ਕੋਈ ਗੱਲ ਕਵੇ ਤੇ ਮੰਨੇਗਾ? ਮੈਂ ਕਿਹਾ ਜੀ ਜੇ ਤੁਸੀਂ ਬਾਪ ਕਹਿ ਹੀ ਦਿੱਤਾ ਹੈ ਤੇ ਪੁੱਤਰ ਨਾ ਕਿੱਦਾਂ ਕਰ ਸਕਦਾ? ਤਾਂ ਉਹਨਾਂ ਨੇ ਕੇਵਲ ਜੀ ਮੈਨੂੰ ਕਿਹਾ ਵੀ ਅੱਜ ਤੋਂ ਬਾਅਦ ਤੂੰ ਉਹੀ ਗਾਏਗਾ ਜੋ ਮੈਂ ਤੈਨੂੰ ਕਵਾਂਗਾ, ਤੇ ਅੱਜ ਤੋਂ ਤੂੰ ਮੇਰਾ ਪੁੱਤਰ ਹੈਗਾ ਮੈਂ। ਸੋ 1969 ਤੋਂ ਲੈ ਕੇ ਜੋ ਜੋ ਭਾਜੀ ਮੈਨੂੰ ਗਾਈਡ ਕਰਦੇ ਰਹੇ, ਉਹ ਮੈਂ ਉਹਨਾਂ ਦੇ ਮੁਤਾਬਕ ਹੀ ਜਿਹੜਾ ਉਹਨਾਂ ਨੇ ਮੇਰੀ ਸੋਚ ਬਦਲ ਕੇ ਰੱਖਦੀ। ਮੇਰਾ ਸੰਗੀਤ ਦਾ ਜਿਹੜਾ ਸੀਗਾ ਰੁਝਾਨ ਸੀ ਉਹ ਵੀ ਬਿਲਕੁਲ ਬਦਲ ਕੇ ਰੱਖ ਦਿੱਤਾ ਕੇਵਲ ਜੀ ਉਹਨਾਂ ਨੇ। ਸੋ ਇਸ ਤਰ੍ਹਾਂ ਮੇਰਾ ਸੰਗੀਤ ਜਿਹੜਾ ਵਾ ਭਾਜੀ ਦੇ ਨਾਲ ਸ਼ੁਰੂ ਹੋਇਆ। ਤੁਸੀਂ ਉਹਨਾਂ ਸਮਿਆਂ ਦੇ ਵਿੱਚ 69 ਦੇ ਵਿੱਚ ਤੇ ਭਾਜੀ ਕਿਉਂਕਿ ਪਿੰਡਾਂ ਵੱਲ ਉਹਨਾਂ ਨੇ ਜਾਣਾ ਸ਼ੁਰੂ ਕੀਤਾ ਸੀ, ਸ਼ਹਿਰਾਂ ਦੀ ਵਲਗੜ ਚੋਂ ਨਾਟਕ ਨੂੰ ਕੱਢ ਕੇ ਪਿੰਡਾਂ ਵੱਲ ਲੈ ਕੇ ਤੁਰੇ, ਤੇ ਉਦੋਂ ਹਾਂਜੀ ਉਹਨਾਂ ਦਾ ਸਫ਼ਰ ਸ਼ੁਰੂ ਹੋਇਆ ਸੀ ਜਿੰਦ ਸੱਚ ਪੱਲੇ ਹੋਏ ਨਾਟਕ ਤੋਂ। ਤੁਸੀਂ ਬਿਲਕੁਲ ਉਸ ਜੀ। ਨਾਟਕ ਦਾ ਹਿੱਸਾ ਬਣ ਕੇ ਫਿਰ ਕੀ ਬਣੇ ਸੀ, ਉਹ ਕਿੱਦਾਂ? ਮੈਂ ਉਹਦੇ ਵਿੱਚ ਕੇਵਲ ਜੀ ਜਿੰਨ ਸੱਚ ਪੱਲੇ ਹੋਏ ਦੇ ਵਿੱਚ ਮੈਂ ਇੱਕ ਸਿਪਾਹੀ ਦਾ ਕਿਰਦਾਰ ਕੀਤਾ ਸੀਗਾ। ਫਿਰ ਇਹ ਲਹੂ ਕਿਸ ਦੇ ਵਿੱਚ ਮੈਂ ਕਿਸਾਨ ਦਾ ਫਿਰ ਉਹ ਸਿਪਾਹੀ ਤਾਂ ਬੜਾ ਪਤਲਾ ਜਿਹਾ ਸਿਪਾਹੀ ਹੋਣਾ ਹੈ ਨਾ? ਬਸ ਹੁਣ ਵੀ ਉਸੇ ਤਰ੍ਹਾਂ ਹੀ ਹੈ। ਹੁਣ ਵੀ ਉੱਥੇ ਤੇ ਉਹਦੇ ਵਿੱਚ ਫਿਰ ਇੱਕ ਇਹ ਲਹੂ ਕਿਸ ਦੇ ਵਿੱਚ ਜਿਹੜਾ ਸੀ ਉਹ ਬੜਾ ਨਾਟਕ ਚੱਲਦਾ ਸੀ, ਉਹਦੇ ਵਿੱਚ ਮੈਂ ਇੱਕ ਕਿਸਾਨ ਦਾ ਰੋਲ ਕੀਤਾ ਸੀਗਾ। ਤੇ ਭਾਜੀ ਨੇ ਜਦੋਂ ਓਪਨ ਏਅਰ ਥੀਏਟਰ ਗਾਂਧੀ ਗਰਾਊਂਡ ਦੇ ਵਿੱਚ ਸ਼ੋਅ ਹੁੰਦੇ ਸੀ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਨਾਟਕ ਸੀਗਾ ਉਹਨਾਂ ਦੇ ਨਾਲ ਮੈਂ ਖੇਡਿਆ ਸੀਗਾ, ਉਹ ਸੀਗਾ ਮਾਵਾਂ। ਤੇ ਇੱਕ ਹੋਰ ਨਾਟਕ ਸੀ ਉਹਨਾਂ ਦਾ ਭਾਜੀ ਦਾ, ਉਹਨਾਂ ਦਿਨਾਂ ਦੇ ਵਿੱਚ ਹੀ ਬੜਾ ਮਕਬੂਲ ਹੋਇਆ ਸੀਗਾ, ਘੁੰਮਣ ਘੇਰੀ। ਤੇ ਉਹਦੇ ਵਿੱਚ ਮੈਂ ਸਤਿਕਾਰਯੋਗ ਸਾਡੇ ਭਾਬੀ ਜੀ ਵੀ ਸੀਗੇ, ਉਹਦੇ ਵਿੱਚ ਉਹਨਾਂ ਦੇ ਮੈਂ ਪੁੱਤਰ ਦਾ ਕਿਰਦਾਰ ਨਿਭਾਇਆ ਸੀਗਾ ਭਾਬੀ ਜੀ ਦੇ ਘੁੰਮਣ ਘੇਰੀ ਦੇ ਵਿੱਚ। ਬਿਲਕੁਲ ਬਿਲਕੁਲ ਬਿਲਕੁਲ, ਉਹ ਬੜਾ ਖੂਬਸੂਰਤ ਨਾਟਕ ਹੈ, ਛੋਟਾ ਨਾਟਕ ਹੈ ਪਰ ਬੜਾ ਪਿਆਰਾ ਨਾਟਕ ਹੈ ਉਹ। ਤੇ ਭਾਜੀ ਤੁਸੀਂ ਇਹ ਦੱਸੋ, ਕਿਉਂਕਿ ਉਦੋਂ 69 ਤੋਂ ਬਾਅਦ ਫਿਰ 71 ਦੇ ਵਿੱਚ ਪਾਕਿਸਤਾਨ ਨਾਲ ਜੰਗ ਵੀ ਸ਼ੁਰੂ ਹੋ ਗਈ, ਔਰ ਫਿਰ 75 ਵਿੱਚ ਐਮਰਜੈਂਸੀ ਲੱਗੀ, ਭਾਜੀ ਨਾਟਕ ਕਰ ਰਹੇ ਸੀਗੇ ਤੇ ਭਾਜੀ ਨੂੰ 3 ਮਹੀਨੇ ਵਾਸਤੇ ਜੇਲ੍ਹ ਵੀ ਜਾਣਾ ਪਿਆ, ਉਹਨਾਂ ਦੀ ਨੌਕਰੀ ਚਲੀ ਗਈ, ਉਹਨਾਂ ਐਮਰਜੈਂਸੀ। ਔਰ ਉਹ ਸਾਰੇ ਸਫ਼ਰ ਦੀ ਥੋੜੀ ਜਿਹੀ ਕਹਾਣੀ ਸਾਨੂੰ ਸੁਣਾਓ, ਉਹਨਾਂ ਸਮੇਂ 'ਚ ਤੁਸੀਂ ਕਿੱਦਾਂ ਵਿਚਰ ਰਹੇ ਸੀ ਉਹ ਐਮਰਜੈਂਸੀ ਦੇ ਦੌਰ ਵਿੱਚ ਜਿਹੜਾ ਸੀ? ਉਹ ਦੌਰ ਕੇਵਲ ਜੀ ਬਹੁਤ ਹੀ ਜਿਹੜਾ ਹੈਗਾ ਸੀਗਾ ਮੁਸ਼ਕਲ ਦੌਰ ਸੀਗਾ, ਲੇਕਿਨ ਇੱਕ ਪੈਸ਼ਨ ਸੀ ਸਾਡੇ ਵਿੱਚ ਵੀ ਜਿਹੜਾ ਇਹ ਕਲਾਕਾਰੀ ਹੈ ਇਸ ਨੂੰ ਖਤਮ ਨਹੀਂ ਹੋਣ ਦੇਣਾ, ਕਿਉਂਕਿ ਜ਼ਿੰਦਗੀ ਵਿੱਚ ਉਤਰਾਅ ਚੜਾਅ ਤੇ ਆਉਂਦੇ ਹੀ ਰਹਿੰਦੇ ਹੈਗੇ ਨੇ। ਲੇਕਿਨ ਜਿਹੜਾ ਇਹ ਪੈਸ਼ਨ ਸੀਗਾ ਉਹ ਸਾਡਾ ਖਤਮ ਨਹੀਂ ਸੀ ਹੋਇਆ। ਉਹ ਭਾਜੀ ਦੀ, ਕਿਉਂਕਿ ਸਾਡੇ ਦੇ ਪਿੱਛੇ ਥਾਪਣਾ ਸੀਗੀ ਭਾਜੀ ਦੀ, ਸੋ ਉਹਨਾਂ ਦੇ ਕਰਕੇ ਜਿਹੜੇ ਕਲਾਕਾਰ ਸੀਗੇ ਸਾਰੇ ਇਕੱਠੇ ਹੁੰਦੇ ਸੀਗੇ ਤੇ ਇਸੇ ਤਰ੍ਹਾਂ ਜਿਹੜਾ ਵਾ ਘਰਾਂ 'ਚ ਮੀਟਿੰਗਾਂ ਹੋਣੀਆਂ ਤੇ ਇਸੇ ਤਰ੍ਹਾਂ ਜਿਹੜਾ ਸੀਗਾ ਅਸੀਂ ਹੌਲੀ ਹੌਲੀ ਜਿਹੜਾ ਸਮੇਂ ਦੇ ਨਾਲ ਚੱਲਦੇ ਗਏ। ਤੇ ਉਦੋਂ ਭਾਜੀ ਇਹ ਸਾਰੀਆਂ ਜਿਹੜੀਆਂ ਰਿਹਰਸਲਾਂ ਵਗੈਰਾ ਕਿੱਥੇ ਕਰਦੇ ਹੁੰਦੇ ਸੀ? ਸ਼ੋਜ਼ ਵਗੈਰਾ ਬਹੁਤੇ ਕਿੱਧਰ ਹੁੰਦੇ ਸੀਗੇ ਤੁਹਾਡੇ? ਜ਼ਿਆਦਾ ਸ਼ੋਅ ਤੇ ਕੇਵਲ ਜੀ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਸੀਗਾ, ਕਿਉਂਕਿ ਉਦੋਂ ਟੀਵੀ ਲੋਕਾਂ ਦਾ ਜਿਹੜਾ ਮਨੋਰੰਜਨ ਦਾ ਕੋਈ ਮਾਧਿਅਮ ਨਹੀਂ ਸੀ ਹੁੰਦਾ, ਤੇ ਇਸ ਕਰਕੇ ਜਿਹੜਾ ਸੀਗਾ ਜ਼ਿਆਦਾ ਸ਼ੋਅ ਸਾਡੇ ਓਪਨ ਏਅਰ ਥੀਏਟਰ ਗਾਂਧੀ ਗਰਾਊਂਡ ਦੇ ਵਿੱਚ ਹੁੰਦੇ ਸੀ, ਜਿੱਥੇ ਅੱਜ ਕੱਲ੍ਹ ਆਪ ਜੀ ਦਾ ਵਿਰਸਾ ਵਿਹਾਰ ਹੈ। ਤੇ ਘਰਾਂ ਦੇ ਵਿੱਚ ਤੇ ਭਾਜੀ ਦੇ ਜਿਹੜਾ ਘਰ ਸੀਗਾ ਉਹਨਾਂ ਦੀ ਛੱਤ ਦੇ ਉੱਪਰ ਹੀ ਜਿਹੜਾ ਹੈਗਾ ਸੀ ਸਾਡੀਆਂ ਰਿਹਰਸਲਾਂ ਹੁੰਦੀਆਂ ਸੀਗੀਆਂ, ਜਾਂ ਓਪਨ ਏਅਰ ਥੀਏਟਰ ਦੇ ਗਰਾਊਂਡ ਦੇ ਵਿੱਚ। ਤੇ ਫਿਰ ਜਦੋਂ ਐਮਰਜੈਂਸੀ ਵਾਲਾ ਦੌਰ ਆਇਆ ਸੀਗਾ, ਭਾਜੀ ਜਦੋਂ ਜੇਲ੍ਹ ਚੋਂ ਵਾਪਸ ਆਏ, ਉਸ ਦੌਰਾਨ ਤੁਸੀਂ ਫਿਰ ਕਿੱਦਾਂ ਕੋਈ ਨਾਟਕ ਬੰਦ ਹੋ ਗਏ ਸੀਗੇ, ਕੀ ਕੀਤਾ ਸੀ ਥੋੜਾ? ਉਹਨਾਂ ਦਿਨਾਂ ਵਿੱਚ ਕਾਫੀ ਜਿਹੜਾ ਸੀਗਾ ਕੇਵਲ ਜੀ ਇਹਦੇ ਵਿੱਚ ਰੁਕਾਵਟ ਆ ਗਈ ਸੀਗੀ, ਕਿਉਂਕਿ ਭਾਜੀ ਦੇ ਜੋ ਕੰਟਰੀਬਿਊਸ਼ਨ ਸੀਗੀ, ਜੋ ਭਾਜੀ ਦੀ ਹਿੰਮਤ ਸੀਗੀ, ਉਹ ਜੀ ਹਿੰਮਤ ਦਾ ਕਿਸੇ ਦੇ ਵਿੱਚ ਹੀ ਨਹੀਂ ਸੀ ਹੈਗੀ, ਕਿਉਂਕਿ ਜਿੱਦਾਂ ਉਹਨਾਂ ਦੇ ਵਿੱਚ ਉਹ ਗਟ ਸੀਗੇ ਭਾਜੀ ਦੇ ਵਿੱਚ, ਉਹ ਅਸੀਂ ਤਾਂ ਛੋਟੇ ਛੋਟੇ ਬੱਚੇ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ, ਸੋ ਅਸੀਂ ਉਹ ਕੁਝ ਨਹੀਂ ਕਰ ਸਕੇ ਜੋ ਭਾਜੀ ਚਾਹੁੰਦੇ ਸੀਗੇ।
ਲੇਕਿਨ ਫਿਰ ਵੀ ਅਸੀਂ ਥੋੜਾ ਬਹੁਤਾ ਕੁਝ ਨਾ ਕੁਝ ਜ਼ਰੂਰ ਹਿੱਸਾ ਪਾਉਂਦੇ ਰਹੇ। ਇਹ ਮੈਨੂੰ ਯਾਦ ਹੈ ਭਾਜੀ, ਤੁਸੀਂ ਮੇਰੇ ਖਿਆਲ 1975 ਦੇ ਵਿੱਚ ਬੀਐਡ ਕੀਤੀ ਸੀਗੀ, 74 ਚ ਬੀਐਡ? ਹਾਂਜੀ 75 ਚ 75 ਦੇ ਵਿੱਚ। 75 ਮੈਂ ਉਦੋਂ ਸਕੂਲੇ ਪੜ੍ਹਦਾ ਸੀ, ਖਾਲਸਾ ਸਕੂਲ ਚ, ਤੇ ਮੈਨੂੰ ਯਾਦ ਹੈ ਤੁਸੀਂ ਉਦੋਂ ਸਾਡੀਆਂ ਉਹ ਜਿਹੜੀਆਂ ਕਲਾਸਾਂ ਜਿਹੜੀਆਂ ਟੀਚਰਾਂ ਦਿੰਦੇ ਆ ਵੀ ਬੀਐਡ ਦੇ ਸਟੂਡੈਂਟਸ ਨੂੰ, ਤੇ ਤੁਸੀਂ ਕਲਾਸਾਂ ਲੈਣ ਆਉਂਦੇ ਸੀਗੇ, ਤੇ ਅਸੀਂ ਛੋਟੀਆਂ ਜਮਾਤਾਂ ਵਿੱਚ ਸੀ। ਤੇ ਮੈਨੂੰ ਯਾਦ ਹੈ ਤੁਸੀਂ ਬੜੇ ਸ਼ਰਾਰਤੀ ਸੀਗੇ, ਤੇ ਤੁਸੀਂ ਬੜਾ ਇੱਕ ਸ਼ਰਾਰਤੀ ਗੀਤ ਗਾਉਂਦੇ ਹੁੰਦੇ ਸੀ ਉਹਨਾਂ ਦਿਨਾਂ ਵਿੱਚ। ਉਦੋਂ ਫਿਲਮ ਆਈ ਸੀ ਰੋਟੀ ਕੱਪੜਾ ਔਰ ਮਕਾਨ, ਹੈ ਨਾ, ਤੇ ਉਹਦਾ ਇੱਕ ਗਾਣਾ ਸੀਗਾ ਬਾਕੀ ਕੁਛ ਬਚਾ ਤੋਂ ਮਹਿੰਗਾਈ ਮਾਰ ਗਈ, ਹਾਂਜੀ। ਹੈ ਨਾ। ਦੇਖੋ ਮੈਂ ਵੀ ਬੜਾ ਸ਼ਰਾਰਤੀ ਹਾਂ, ਮੈਨੂੰ ਬੜਾ ਕੁਝ ਯਾਦ ਹੈ ਨਾ। ਤੇ ਉਹਦੀ ਤੁਸੀਂ ਕੋਈ ਪੈਰੋਡੀ ਬਣਾਈ ਹੋਈ ਸੀਗੀ, ਜਿਹੜਾ ਤੁਸੀਂ ਕੋਈ ਕੁੜੀਆਂ ਦੇ ਉੱਤੇ ਕੋਈ ਵਿਅੰਗ ਕੱਸਦੇ ਸੀਗੇ ਗੀਤ ਰਾਹੀਂ। ਉਹ ਕੀ ਗੀਤ ਸੀ? ਉਹ ਕੇਵਲ ਜੀ ਨਾ ਹੀ ਸੁਣੋ ਤਾਂ ਚੰਗੀ ਗੱਲ ਹੈ। ਭਾਜੀ ਨੇ ਮਨਾ ਕੀਤਾ, ਭਾਜੀ ਨੇ ਮਨਾ ਕੀਤਾ ਸੀਗਾ ਪੁੱਤਰ ਅੱਜ ਤੋਂ ਇਹੋ ਜੀ ਗਾਇਕੀ ਨਹੀਂ ਕਰਨੀ। ਹਾਂ, ਤੁਹਾਨੂੰ ਮਨਾ ਕੀਤਾ ਸੀ, ਮੈਨੂੰ ਥੋੜੀ ਮਨਾ ਕੀਤਾ ਸੀ ਉਹਨਾਂ ਮੈਨੂੰ ਕਿਹਾ ਸੀ ਮੌਕਾ ਆਵੇ ਤੇ ਉਦੋਂ ਦੱਸਦਾ ਹੀ ਕੇਵਲ ਵੀ ਇਹਨਾਂ ਕਿਹੜਾ ਗੀਤ ਗਾਇਆ ਸੀ। ਆਓ ਉਹ ਸੀ ਕਿ ਬਾਕੀ ਕੁਛ ਬਚਾ ਤੋਂ ਪੜ੍ਹਾਈ ਮਾਰ ਗਈ, ਪੜ੍ਹਾਈ ਦੇ ਤੁਸੀਂ ਨਾਲ ਜੁੜਿਆ ਸੀ। ਪੰਜਾਬ में तो बिजली की, हाँ पंजाब तो बिजली की सप्लाई मार गई, सप्लाई मार गई। नहीं ਤੁਸੀਂ ਇਹ ਵੀ ਕਹਿੰਦੇ ਸੀ ਹੀਲ ਵਾਲੇ ਸੈਂਡਲ ਕੀ ਉਚਾਈ ਮਾਰ ਗਈ, ਇਹ ਵੀ ਲਾਈਨ ਹੈਗੀ ਸੀ, ਹੈ ਨਾ। ਹਾਂਜੀ ਹਾਂਜੀ। गालों के ऊपर पाउडर की थपाई मार गई, ਇਹੋ ਜਿਹੀਆਂ ਗੱਲਾਂ ਸੀਗੀਆਂ। ਬਾਕੀ ਕੁਝ ਬਚਾ ਤੋਂ ਪੜ੍ਹਾਈ ਮਾਰ ਗਈ। ਹਾਂ, ਬਾਕੀ ਕੁਝ ਬਚਾ ਤੋਂ ਪੜ੍ਹਾਈ ਮਾਰ ਗਈ। ਅੱਛਾ, ਇਹ ਮੈਂ ਹੁਣ ਅੱਜ ਪੁੱਛਣਾ ਚਾਹਾਂਗਾ, ਅਸੀਂ ਤਾਂ ਉਦੋਂ ਛੋਟੇ ਛੋਟੇ ਹੀ ਪੁੱਛ ਨਹੀਂ ਸਕਦੇ ਕਲਾਸ 'ਚ, ਤੁਸੀਂ ਉਦੋਂ ਤੁਹਾਨੂੰ ਕਲਾਸ ਲੈਣ ਲਈ ਭੇਜਿਆ ਜਾਂਦਾ ਸੀ ਸਾਡੇ ਵੀ ਜਾਓ ਬੱਚਿਆਂ ਦੀ ਕਲਾਸ ਲੈ ਆਓ, ਤੇ ਤੁਸੀਂ ਸਾਨੂੰ ਗੀਤ ਸੁਣਾ ਕੇ ਤੇ ਆਰੇ ਲਾ ਕੇ ਆਪ ਚਲੇ ਜਾਂਦੇ ਸੀ, ਇਹ ਕੀ ਕਰਦੇ ਸੀ? ਉਹ ਦੌਰ ਵੀ ਕੇਵਲ ਜੀ ਆਪਣਾ ਦੌਰ ਸੀਗਾ ਬਿਲਕੁਲ, ਜਿਹੜਾ ਹੈਗਾ ਸੀਗਾ, ਕਿਉਂਕਿ ਉਹ ਉਨੀ ਮੈਚਿਓਰਿਟੀ ਨਹੀਂ ਸੀ ਆਈ ਹੈਗੀ ਉਹਨਾਂ ਦਿਨ ਵਿੱਚ। ਤੁਹਾਨੂੰ ਪਤਾ ਜਦੋਂ ਸਟੂਡੈਂਟਸ ਹੁੰਦੇ ਨੇ ਉਹਨਾਂ ਦਿਨਾਂ ਦੇ ਵਿੱਚ ਹੈਗਾ ਵਾ, ਹੈਗੇ ਤੇ ਅਸੀਂ ਵੀ ਸਟੂਡੈਂਟ ਸੀਗੇ ਨਾ, ਭਾਵੇਂ ਤੁਸੀਂ ਵੀ ਛੋਟੇ ਸਟੂਡੈਂਟ, ਪਰ ਉਹ ਬੜਾ ਖੂਬਸੂਰਤ ਦੌਰ ਸੀ। ਨਹੀਂ ਮੈਂ ਬਸ ਯਾਦਾਂ ਸਾਂਝੀਆਂ ਕਰ ਰਿਹਾ ਵਾਂ। ਤੇ ਉਦੋਂ ਹੀ ਭਾਬੀ ਜੀ ਤੁਸੀਂ ਵੀ ਉਦੋਂ ਹੀ ਬੀਐਡ ਕਰ ਰਹੇ ਸੀਗੇ? ਹਾਂਜੀ ਹਾਂਜੀ, ਇਕੱਠੇ ਬੀਐਡ ਕਰ ਰਹੇ ਸੀ। ਸਾਡਾ ਮੇਲ ਵੀ ਉੱਥੇ ਹੀ ਹੋਇਆ ਸੀ। ਅੱਛਾ, ਹੁਣ ਉਹ ਬੀਐਲ ਵਾਲਾ ਗੀਤ ਵੀ ਮੈਂ ਤੁਹਾਡੇ ਕੋਲ ਪੁੱਛਣਾ, ਇੱਕ ਗੀਤ ਵੀ ਸੀ ਜਿਹੜਾ ਜਿਹਨੇ ਬੀਐਲ ਕਰਾਇਆ ਸੀ ਤੁਹਾਡਾ, ਮੈਨੂੰ ਉਹਦੇ ਬਾਰੇ ਵੀ ਪਤਾ ਹੈ ਨਾ। ਤੇ ਤੁਸੀਂ ਹੁਣ ਪਹਿਲੇ ਦੱਸੋ ਸਾਰਾ ਬੀਐਲ ਜਦੋਂ ਹੋਇਆ ਤੇ ਫਿਰ ਕੀ ਹੋਇਆ, ਫਿਰ ਅਗਲੀ ਗੱਲ ਆਪਾਂ ਕਰਦੇ ਆ ਨਾਟਕ ਦੀ। ਉਹ ਵੀ ਇਹੀ ਸੁਣਾਣਗੇ ਪਹਿਲਾਂ ਕਿ ਵੀ ਮੇਲ ਕਿਸ ਤਰ੍ਹਾਂ ਹੋਇਆ ਬੀਐਡ 'ਚ। ਕੇਵਲ ਜੀ ਗੱਲ ਇਸ ਤਰ੍ਹਾਂ ਹੋਈ ਵੀ ਬੀਐਡ ਜਦੋਂ ਅਸੀਂ ਐਡਮਿਸ਼ਨ ਲਈ ਤਾਂ ਉਦੋਂ ਤੁਹਾਨੂੰ ਪਤਾ ਵੀ ਜਦੋਂ ਪਹਿਲੇ ਦਿਨ ਕਲਾਸਿਸ ਸ਼ੁਰੂ ਹੁੰਦੀਆਂ ਨੇ ਤਾਂ ਸਾਰੇ ਸਟੂਡੈਂਟਸ ਦੀਆਂ ਜਿਹੜੀਆਂ ਗੈਟ ਟੂਗੇਦਰ ਹੁੰਦੀਆਂ, ਇੱਕ ਹਾਲ ਦੇ ਵਿੱਚ ਮੀਟਿੰਗ ਹੁੰਦੀ ਹੈ ਸਾਰੇ ਸਟੂਡੈਂਟਸ ਦੀ, ਸਾਰਾ ਸਟਾਫ ਹੁੰਦਾ ਵਾ, ਪ੍ਰਿੰਸੀਪਲ ਵਿੱਚ ਹੁੰਦਾ, ਤਾਂ ਉਹਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਵੀ ਜਿਹੜਾ ਵੀ ਕੋਈ ਸਟੂਡੈਂਟ ਜਿਹੜਾ ਵਿਦਿਆਰਥੀ ਹੈਗਾ ਵਾ, ਉਹ ਕੁਛ ਕਿਸੇ ਨੂੰ ਕੋਈ ਚੀਜ਼ ਦਾ ਸ਼ੌਕ ਹੈ ਤਾਂ ਆ ਕੇ ਕੁਛ ਨਾ ਕੁਛ ਜਿਹੜਾ ਵਾ ਸਾਡੇ ਨਾਲ ਸਾਂਝਾ ਕਰੋ। ਸੋ ਲੜਕੀਆਂ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਹੀਰੋ ਮੈਂ ਹੀ ਹੁੰਦਾ ਸੀਗਾ, ਤੇ ਲੜਕੀਆਂ ਨੇ ਮੈਨੂੰ ਸਟੇਜ ਤੇ ਆਵਾਜ਼ ਹਮੇਸ਼ਾ ਬੜੀ ਮਿੱਠੀ ਆਵਾਜ਼ ਤੋਂ ਹੋਣਾ ਹੀ ਸੀ ਹੀਰੋ। ਸਟੇਜ ਤੇ ਫਿਰ ਕੇਵਲ ਜੀ ਜਿਹੜਾ ਸੀਗਾ ਉਦੋਂ ਮੈਂ ਗੁਲਾਮ ਅਲੀ ਦੀ ਗਜ਼ਲ ਪੜ੍ਹੀ, ਮੇਰੇ ਸ਼ੌਕ ਦਾ ਨੀ ਇਤਬਾਰ ਤੈਨੂੰ, ਆ ਜਾ ਦੇਖ ਮੇਰਾ ਇੰਤਜ਼ਾਰ ਆ ਜਾ। ਤੇ ਫਿਰ ਉਧਰੋਂ ਲੜਕੀਆਂ ਵਾਲੇ ਪਾਸਿਓਂ ਫਿਰ ਰੇਨੂ ਜੀ ਉਧਰੋਂ ਤਿਆਰ ਸੀਗੇ, ਉਹ ਸਹੇਲੀਆਂ ਨੇ ਧੱਕਾ ਮਾਰਦਾ, ਤੂੰ ਉਹਨਾਂ ਨੇ ਉਹਨਾਂ ਤੱਕ ਸਾਡੀ ਇੱਜ਼ਤ ਰੱਖੀ। ਬਸ ਇਸ ਤਰ੍ਹਾਂ ਵੇਖਿਆ ਤੁਸੀਂ ਕਿਹਾ ਕਿ ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ, ਉਹ ਕਹਿੰਦੇ ਹੈਗਾ ਮੈਂ ਆਉਂਦੀ ਹਾਂ, ਇਤਬਾਰ ਹੈਗਾ, ਹੈ ਨਾ। ਤੇ ਫਿਰ ਭਾਬੀ ਜੀ ਨੇ ਗੀਤ ਸੁਣਾਇਆ, ਚਿੱਟੀਆਂ ਕਪਾਹ ਦੀਆਂ ਫੁੱਟੀਆਂ ਹਾਏ ਨੀ ਪੱਤ ਹਰੇ ਹਰੇ, ਇਹੀ ਸੀ? ਹਾਂਜੀ, ਦੋ ਗੀਤ ਸੁਣਾਏ ਸੀ ਇਹਨਾਂ ਨੇ। ਇੱਕ ਇਹ ਸੁਣਾਇਆ ਸੀਗਾ, ਇੱਕ ਪਾਕਿਸਤਾਨੀ ਸੀਗਾ ਨੂਰ ਜਹਾਂ ਦਾ, ਕਹਿੰਦੇ ਨੇ ਨੈਣਾ ਤੇਰੇ ਕੋਲ ਰਹਿਣਾ। ਕੀ ਬਾਤ ਹੈ। ਔਰ ਉਹਦੇ ਤੇ ਮੇਰਾ ਨਾਮ ਵੀ ਰੱਖ ਦਿੱਤਾ ਹੈ ਨਾ ਸਾਰੇ ਬॉयਜ਼ ਨੇ ਕਿ ਵੀ ਚਿੱਟੀਆਂ ਨਾਂ ਰੱਖ, ਚਿੱਟੀਆਂ ਜਾ ਰਹੀ ਹੈ, ਕਿਉਂਕਿ ਨਾਂ ਤੇ ਮੇਰਾ ਆਉਂਦਾ ਨਹੀਂ ਸੀ ਕਿਸੇ ਨੂੰ, ਚਿੱਟੀਆਂ ਜਾ ਰਹੀ ਹੈ। ਵਾਹ ਵਾਹ ਵਾਹ। ਤੇ ਭਾਬੀ ਜੀ ਜਿਹੜਾ ਉਹ ਕਹਿੰਦੇ ਨੇ ਨੈਣਾ, ਤੁਸੀਂ ਬਾਅਦ ਚ ਵੀ ਕਦੀ ਕਦਾਈ ਗੁਣਗੁਣਾਉਂਦੇ ਹੁੰਦੇ ਸੀ, ਯਾਦ ਹੈ ਕੁਝ ਲਾਈਨਾਂ? ਹਾਂ ਬਿਲਕੁਲ, ਸੁਣਾਓ ਫਿਰ, ਲਓ ਤੁਹਾਤੋਂ ਸ਼ੁਰੂਆਤ ਕਰਦੇ ਆਪਾਂ।
तेरे कोल बैना कहंदे ने नैना माही वे जानवे दस होर की मैं कहना कहंदे ने नैना क्या बात है, बहुत अच्छे बहुत अच्छे बहुत अच्छे बाबू जी, ਇਹ ਤੇ ਕਮਾਲ ਕਰਤੀ। ਹੁਣ ਵੇਖੋ ਨਾ ਤੁਸੀਂ ਇਹੋ ਜਿਹਾ ਗੀਤ ਸੁਣਾਓਗੇ ਤੇ ਉਹ ਕਹਿੰਦੇ ਨੇ ਰਹਿਣਾ ਤੇਰੇ ਕੋਲ ਰਹਿਣਾ ਤੇ ਕੋਲ ਹੀ ਰਹਿੰਦੇ ਪਏ ਹੋ, ਕੋਲ ਤੇਰੇ ਕੋਲ ਹੀ ਬਹਿਣਾ ਆ ਤੇ ਹੁਣ ਕਿੱਥੇ ਜਾਣਾ, ਹੁਣ ਤੇ ਇੱਥੇ ਹੀ ਦੇਖੋ ਜਿਹੜੀ 40 ਸਾਲ ਪਹਿਲੇ ਕਮਿਟਮੈਂਟ ਤੁਸੀਂ ਕਰ ਲਈ ਇਹਨਾਂ ਦੇਣਾ ਦੇ ਨਾਲ ਤੇ ਉਹ ਨਿਭੀ ਜਾ ਰਹੀ, ਬੜੀ ਖੂਬਸੂਰਤ ਨਿਭਦੀ ਪਈ ਹੈ। ਤੇ ਚਲੋ ਬਾਜੀ ਆਪਾਂ ਹੋਰ ਰੰਗਮੰਚ ਦੀਆਂ ਸੰਗੀਤ ਦੀਆਂ ਗੱਲਾਂ ਕਰਦੇ ਆ। ਭਾਜੀ ਤੁਸੀਂ ਜਦੋਂ ਫਿਰ 78 ਵਿੱਚ ਤੁਹਾਡਾ ਦੂਜਾ ਇੱਕ ਪੜਾਅ ਸ਼ੁਰੂ ਹੁੰਦਾ ਅਦਾਕਾਰੀ ਤੋਂ ਬਾਅਦ, ਪਹਿਲੇ ਤੁਸੀਂ ਨਾਟਕਾਂ ਵਿੱਚ ਭਾਜੀ ਦੇ ਨਾਲ ਭੂਮਿਕਾਵਾਂ ਨਿਭਾਉਂਦੇ ਸੀ ਹੈਨਾ, ਰੂਲ ਕਰਦੇ ਸੀ ਛੋਟੇ ਵੱਡੇ ਸਾਰੇ, ਤੇ ਫਿਰ 78 ਵਿੱਚ ਜਦੋਂ ਬੰਸੀ ਕੌਲ ਹੋਰਾਂ ਨੇ ਵਰਕਸ਼ਾਪ ਲਾਈ ਅੰਮ੍ਰਿਤਸਰ, ਅਸੀਂ ਉਦੋਂ ਛੋਟੇ ਸੀ, ਅਸੀਂ 10ਵੀਂ ਵਾਲੇ ਵਿਦਿਆਰਥੀ ਉਦੋਂ ਆਏ ਸੀਗੇ, ਤੇ ਤੁਸੀਂ ਉਦੋਂ ਕਿਉਂਕਿ ਤੁਸੀਂ ਉਦੋਂ ਵੀ ਏਡੇ ਵੱਡੇ ਹੀ ਸੀਗੇ ਹੈਨਾ ਕਿ ਤੁਸੀਂ ਤੇ ਤੁਹਾਡੇ ਉਸ ਸੰਗੀਤ ਨੇ ਉਸ ਨਾਟਕ ਨੂੰ ਬੜੇ ਚਾਰ ਚੰਨ ਲਾਏ, ਬੜੀਆਂ ਉਹਦੇ ਵਿੱਚ ਤੁਸੀਂ
ਉਹ ਕਿੱਦਾਂ ਤੁਸੀਂ ਇੰਨਾ ਕੁਝ ਜਿਹੜਾ ਉਹਦੇ ਗੀਤ ਦੀ ਸਿਫਾਰਿਸ਼ ਮੈਂ ਬਾਅਦ ਚ ਕਰਾਂਗਾ, ਪਹਿਲੇ ਦੱਸੋ ਇੰਨੀਆਂ ਧੁਨਾਂ ਤੁਸੀਂ ਕਿੱਦਾਂ ਬਣਾ ਲਿਆ? ਉਹ ਸਾਰਾ ਸੰਗੀਤ ਦੇ ਉੱਤੇ ਬੇਸਡ ਸੀ ਪਲੇ। ਜੀ ਕੇਵਲ ਜੀ ਉਹ ਗੱਲ ਇਸ ਤਰ੍ਹਾਂ ਹੋਈ ਵੀ 1978 ਦੇ ਵਿੱਚ ਜਿਹੜਾ ਸੀਗਾ ਗੁਰਸ਼ਨ ਭਾਜੀ ਨੇ ਪਹਿਲੀ ਵਾਰੀ ਜਿਹੜਾ ਸੀਗਾ ਕੋਈ ਨਾਟਕਾਂ ਦੇ ਉੱਪਰ ਵਰਕਸ਼ਾਪ ਲਗਾਈ ਸੀ, ਤੇ ਜਿਹਦੇ ਵਿੱਚ ਤੁਹਾਨੂੰ ਬੜੀ ਅੱਛੀ ਤਰ੍ਹਾਂ ਵਾਕਫ ਨੇ ਤੁਹਾਡੇ ਜਿਹੜੇ ਹੈ ਬੰਸੀ ਕੌਲ ਜੀ ਨੂੰ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਬੁਲਾਇਆ, ਤੇ ਉਹਨਾਂ ਨੇ ਬੜੀ ਵੱਡੀ ਪਹਿਲੀ ਵਾਰੀ ਇੰਨੀ ਵੱਡੀ ਟੀਮ ਜਿਹੜੀ ਸੀਗੀ, ਮੈਂ ਕਿਹਾ 30 ਦੇ ਕਰੀਬ ਕਲਾਕਾਰ ਉਹਦੇ ਵਿੱਚ ਹੋਣੇ, 30-35 ਦੇ ਕਰੀਬ, ਤੇ ਉਹਦੇ ਵਿੱਚ ਕੇਵਲ ਜੀ ਉਹ ਅਸੀਂ ਪਹਿਲੀ ਵਾਰੀ ਜ਼ਿੰਦਗੀ 'ਚ ਸਾਨੂੰ ਇਹੋ ਜਿਹਾ ਵੇਖਣ ਨੂੰ ਮਿਲਿਆ ਸੀਗਾ ਵੀ ਏਦਾਂ ਵੀ ਨਾਟਕ ਕੀਤੇ ਜਾ ਸਕਦੇ ਨੇ। ਤੇ ਬੰਸੀ ਕੌਲ ਹੋਰਾਂ ਨੇ ਜਿਹੜਾ ਸੀਗਾ ਪੂਰਾ ਉਹਨਾਂ ਨੇ ਉਹਦੀ ਡਿਜ਼ਾਈਨਿੰਗ ਕੀਤੀ ਹੋਈ ਸੀਗੀ ਵੀ ਕਿੱਦਾਂ ਜਿਹੜੇ ਉਹਦੇ ਵਿੱਚ ਲੜਾਈ ਦੇ ਜਿਹੜੇ ਸੀਨ ਆਉਂਦੇ ਨੇ, ਉਹ ਐਕਸ਼ਨ ਕਿੱਦਾਂ ਕਰਨੇ ਨੇ, ਗੱਤਕਾ ਕਿੱਦਾਂ ਖੇਡਣਾ ਹੈ, ਲਾਈ 'ਚ ਕਿੱਦਾਂ ਐਂਟਰ ਕਰੀਦਾ ਹੈਗਾ ਵਾ। ਤੇ ਭਾਜੀ ਦਾ ਤੇ ਤੁਹਾਨੂੰ ਪਤਾ ਸੀਗਾ ਵੀ ਉਹਨਾਂ ਨੇ ਗੀਤ ਜਿਹੜੇ ਸੀਗੇ ਮੈਨੂੰ ਕਈ ਵਾਰੀ ਉਹ ਜਿਹੇ ਗੀਤ ਦੇ ਦੇਣੇ ਜਿਨ੍ਹਾਂ ਦੀ ਕੰਪੋਜੀਸ਼ਨ ਬਣਾਉਣੀ ਬੜੀ ਔਖੀ ਹੋ ਜਾਣੀ, ਖਾਸ ਕਰਕੇ ਡਾਕਟਰ ਸ਼ਹਿਰਯਾਰ ਹੋਰਾਂ ਦੇ ਉਹਨਾਂ ਦੇ ਗੀਤ ਕੰਪੋਜ਼ ਕਰਨਾ ਕੋਈ ਸੌਖੀ ਨਹੀਂ। ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਤੁਸੀਂ ਜਿਹੜਾ ਪਲੇ ਕਰਵਾਇਆ ਸੀਗਾ ਉਹਦੇ ਵਿੱਚ ਵੀ ਜਿਹੜਾ ਉਹਨਾਂ ਨੇ ਇੱਕ ਗੀਤ ਲਿਖਿਆ ਸੀਗਾ, ਜੇ ਸੱਪ ਲੜ ਜੇ ਆਦਮੀ ਨੂੰ ਤਾਂ ਦਾਰੂ ਮਿਲ ਜੇਗੀ, ਆਦਮ ਸੱਪ ਨੂੰ ਲੜ ਜੇ ਤਾਂ ਉਹਦਾ ਦਾਰੂ ਕੀ, ਇਹਦੀ ਕੰਪੋਜੀਸ਼ਨ ਕੀ ਬਣੇਗੀ। ਲੇਕਿਨ ਫਿਰ ਵੀ ਪਰਮਾਤਮਾ ਨੇ ਬਣਾਤੀ ਇਸੇ ਤਰ੍ਹਾਂ ਹੀ ਧਮਕ ਨਗਾਰੇ ਦੇ ਵਿੱਚ ਜਦੋਂ ਮੈਂ ਖਿਆਲ 11-12 ਗੀਤ ਸੀ ਉਹਦੇ ਵਿੱਚ, ਤੇ ਭਾਜੀ ਨੇ ਜਿਹੜਾ ਮੈਨੂੰ ਸੀਨ ਦੇ ਜਦੋਂ ਸੀਨ ਹੋਣਾ ਨਾਲ ਕਹਿਣਾ, ਇੱਕ ਪਾਸੇ ਮੈਨੂੰ ਕਹਿ ਦੇਣਾ ਪਰਮਜੀਤ ਇੱਥੇ ਬੈਠ ਕੇ ਇਹਦੀ ਤਿਆਰੀ ਕਰ। ਤੇ ਤੁਹਾਨੂੰ ਪਤਾ ਭਾਜੀ ਦਾ ਸਟਾਈਲ ਜਿਹੜਾ ਹੈਗਾ ਸੀਗਾ, ਭਾਵੇਂ ਉਹਨਾਂ ਨੂੰ ਗਾਣਾ ਤਾਂ ਨਹੀਂ ਸੀ ਆਉਂਦਾ ਲੇਕਿਨ ਉਹ ਸਮਝਾ ਦਿੰਦੇ ਸੀ ਮੈਂ ਚਾਹੁੰਦਾ ਕੀ। ਬਿਲਕੁਲ ਬਿਲਕੁਲ, ਇਹ ਬਹੁਤ ਖੂਬੀ ਸੀ ਭਾਜੀ ਦੀ। ਤੇ ਉਹਨਾਂ ਨੇ ਜਦੋਂ ਹੱਥ ਮਾਰਨੇ ਤਾਂ ਉਹਨਾਂ ਦੇ ਹੱਥ ਵੇਖ ਕੇ ਮੇਰੀ ਕੰਪੋਜੀਸ਼ਨ ਬਣ ਜਾਣੀ, ਇਹ ਚਾਹੁੰਦੇ ਨੇ ਭਾਜੀ ਇਹ ਚਾਹੁੰਦੇ ਹੈਗੇ। ਉਹ ਹੱਥ ਉਹ ਤੇ ਇਸ ਕਰਕੇ ਬਣ ਜਾਂਦੀ ਸੀ ਕਿ ਇਸ ਤੋਂ ਪਹਿਲਾਂ ਇਹ ਹੱਥ ਮੇਰੀ ਧੌਣ ਤੇ ਪਵੇ, ਕੰਪੋਜੀਸ਼ਨ ਬਣਾ ਬਿਲਕੁਲ ਬੜੇ ਸਖਤ ਵੀ ਬੜੇ ਸੀ, ਸਖਤ ਬਹੁਤ ਸੀਗਾ ਭਾਜੀ। ਜੇ ਨਹੀਂ ਸੀ ਪਸੰਦ ਆਉਂਦਾ ਤਾਂ ਨਹੀਂ ਏਦਾਂ ਨਹੀਂ ਮੈਂ ਏਦਾਂ ਚਾਹੁੰਦਾ, ਫਿਰ ਉਹਨਾਂ ਨੇ ਕੰਨ ਤੇ ਹੱਥ ਲਾ ਕੇ ਹੇਕ ਲਾ ਕੇ ਦਿਖਾਣੀ, ਏਦਾਂ ਕਰਕੇ ਦੱਸਣਾ ਉਹਨਾਂ ਨੇ। ਮੈਂ ਸਮਝ ਗਿਆ ਭਾਜੀ ਕੋਈ ਗੱਲ ਨਹੀਂ, ਏਦਾਂ ਕੰਪੋਜੀਸ਼ਨਾਂ ਮੇਰੀਆਂ ਬਣੀਆਂ ਸਾਰੀਆਂ। ਉਹਦੇ ਧਮਕ ਨਗਾਰੇ ਤੁਸੀਂ ਡਾਕਟਰ ਸ਼ਹਿਰਯਾਰ ਹੋਰਾਂ ਦੀ ਗੱਲ ਕੀਤੀ, ਇੱਕ ਬੜਾ ਅੱਛਾ ਗੀਤ ਸੀਗਾ ਉਹਦੇ ਵਿੱਚ, ਕਿਉਂਕਿ ਅਮਰਜੀਤ ਚੰਦਨ ਹੋਰੀ ਵੀ ਨਾਲ ਸੀ ਉਦੋਂ। ਹਾਂ ਚੰਦਨ ਜੀ ਵੀ। ਉਹ ਇੱਕ ਅੱਕ ਦਾ ਦੁੱਧ ਪਿਆ ਸੱਜਣ ਸਾਨੂੰ, ਅੱਕ ਦਾ ਦੁੱਧ। ਹਾਂਜੀ ਹਾਂ ਅੱਕ ਦਾ ਦੁੱਧ, ਹਾਂਜੀ ਹਾਂਜੀ ਭਾਈ ਸੁਣਾਓ ਗੀਤ ਤੁਹਾਡੇ ਕੋਲ ਹੈਗਾ? ਸੁਣਾਓ। ਹਾਂ ਹੈ ਬਿਲਕੁਲ ਹੈ। ਲੱਦੀ ਦਾ ਰੋਲ ਮੈਂ ਕਰਦੀ ਸੀ ਉਦੋਂ, ਉਹਦੇ ਵਿੱਚ ਲੱਦੀ ਦਾ ਰੋਲ ਰੇਨੂ ਸਿੰਘ ਕਰਦੇ ਸੀਗੇ ਬਾਅਦ ਦੇ ਵਿੱਚ। ਦਾ ਦੁੱਧ ਪਿਲਾ ਸਜਣ ਸਾਨੂੰ, ਦਾ ਦੁੱਧ ਪਿਲਾ, ਆਪੇ ਦਾ ਦੁੱਧ ਸਾਨੂੰ ਉੱਠੇ ਪ੍ਰੀਤੀ ਦੇ ਬੁਲਾਹੇਲਾ, ਕੱਚੀਆਂ ਦੰਦੀਆਂ ਪਾਣੀ ਤਾਰਾ ਲਈਆਂ ਮਾਂ ਦੀ ਮੱਠਾ ਸਜਣ ਸਾਨੂੰ, ਆਪੇ ਦਾ ਦੁੱਧ ਪਿਲਾ, ਸੀਮਾ ਸੀਮਾ ਬੈਠੇ ਚਵਾਲੇ ਮਨ ਪੜੇ ਕੀਦਾ, ਇੱਕੋ ਦਾਰੂ ਨਾੜੀ ਅੱਗ ਤੂੰ ਸਜਣ ਸਾਨੂੰ, ਆਪੇ ਦਾ ਦੁੱਧ ਪਿਲਾ, ਸਜਣ ਸਾਨੂੰ ਆਪੇ ਦਾ ਦੁੱਧ ਪਿਲਾ। ਕਿਆ ਬਾਤ ਹੈ, ਬਹੁਤ ਖੂਬਸੂਰਤ ਹੈ। ਜਿੰਨਾ ਖੂਬਸੂਰਤ ਲਿਖਿਆ ਸੀ ਤੁਸੀਂ ਜਿਹੜੀ ਉਨਾ ਹੀ ਖੂਬਸੂਰਤ ਗਾਇਆ। ਔਰ ਮੈਨੂੰ ਯਾਦ ਹੈ ਬੜਾ ਖੂਬਸੂਰਤ ਵਿਜ਼ੂਅਲ ਸੀ, ਇੱਕ ਪਾਸੇ ਸਕੂਲ ਦਾ ਵਿਜ਼ੂਅਲ ਸੀ, ਸਕੂਲ ਲੱਗਾ ਹੋਇਆ, ਉਧਰ ਕੁੜੀਆਂ ਜਿਹੜੀਆਂ ਕੋਠਿਆਂ ਤੇ ਚੜ ਕੇ ਦੇਖ ਰਹੀਆਂ, ਔਰ ਦੁੱਲੇ ਦੀ ਵਾਈਫ ਉਹਦਾ ਇੰਤਜ਼ਾਰ ਕਰ ਰਹੀ ਹੈ, ਮਾਂ। ਬਹੁਤ ਵਧੀਆ ਸੀ, ਇਹ ਕਮਾਲ ਸੀ। ਭਾਜੀ ਇਹੀ ਸਮਾਂ ਸੀਗਾ ਕਿ 78 ਤੋਂ ਬਾਅਦ ਇੱਕ ਹੋਰ ਜਿਹੜੀ ਸ਼ੁਰੂਆਤ ਹੋਈ ਸੀ ਉਹ ਸੀ ਐਕਸ਼ਨ ਗੀਤਾਂ ਦੀ ਗੁਰਸ਼ਰਨ ਭਾਜੀ ਦੇ ਨਾਲ। ਹਾਂਜੀ ਹਾਂਜੀ। ਉਦੋਂ ਤੁਸੀਂ ਕਿਉਂਕਿ ਐਕਸ਼ਨ ਗੀਤ ਵੀ ਕਾਫੀ ਸਾਰੇ ਜਿਹੜੇ ਪਹਿਲੇ ਛੱਟਾ ਚਾਨਣਾ ਦਾ ਖੜ ਕੇ ਆਪਾਂ ਗਾਉਂਦੇ ਸੀ, ਫਿਰ ਉਹ ਐਕਸ਼ਨ ਦੇ ਵਿੱਚ ਗਾਉਣਾ ਸ਼ੁਰੂ ਕੀਤਾ।
ਹਾਂਜੀ ਉਹ ਜਦੋਂ ਕੁਝ ਇੱਕ ਗੀਤ ਸੀਗੇ ਜਿਹੜੇ ਕਿ ਤੁਸੀਂ ਸਪੈਸ਼ਲੀ ਐਕਸ਼ਨ ਦੇ ਵਾਸਤੇ ਉਹਨਾਂ ਨੂੰ ਉਸ ਤਰ੍ਹਾਂ ਗਾਇਆ ਸੀ, ਉਸ ਤਰ੍ਹਾਂ ਕੰਪੋਜ਼ ਕੀਤਾ ਸੀਗਾ। ਸੋ ਮੈਂ ਹਾਂਜੀ ਉਦੋਂ ਫਿਰ ਪੰਜਾਬ ਪ੍ਰੋਬਲਮ ਵੀ ਚੱਲ ਰਹੀ ਸੀ ਤੇ ਤੁਸੀਂ ਫਿਰ ਨਾਲ ਨਾਲ ਅਸੀਂ ਪਿੰਡਾਂ ਵਿੱਚ ਜਦੋਂ ਜਾਂਦੇ ਸੀ ਤੇ ਕੁਝ ਦੂਜੇ ਗੀਤ ਵੀ ਸੀ ਜਿਹੜੇ ਸ਼ਹਿਰ ਸ਼ਹਿਰ ਢਢੋਰਾ ਮੇਰਾ, ਪਿੰਡ ਪਿੰਡ ਹਾਂਜੀ ਲੋਕਾ, ਸਾਂਝਾ ਹਾਂਜੀ ਕੰਧ ਨੂੰ ਸੰਨ ਲੱਗੀ ਅੱਜ ਜਾਗ ਜਾਗ ਓਏ ਲੋਕਾ, ਜਾਗ ਜਾਗ ਓਏ ਲੋਕਾਂ, ਹਾਂਜੀ ਇਹੋ ਜਿਹੇ ਗੀਤ ਸੀ। ਪੰਡਤ ਜੀ ਉਹਦੇ ਵਿੱਚ ਨਾਲ ਨਾਲ ਨਗਾਰਾ ਵੀ ਵਜਾਉਂਦੇ ਹੁੰਦੇ ਸੀ। ਨਗਾਰਾ ਵਜਾਉਂਦੇ ਹਾਂ, ਬਿਲਕੁਲ ਪੰਡਤ ਬਿਲਕੁਲ। ਜੀ ਬੈਠੇ ਹੋਏ ਨੇ ਸਾਹਮਣੇ, ਸਾਨੂੰ ਸੁਣਦੇ ਪਏ ਨੇ। ਹੁਣ ਕੇਵਲ ਜੀ ਅਜੇ ਤੱਕ ਮੈਂ ਡਾਇਰੀ ਤੁਹਾਡੀ ਸਾਂਭ ਕੇ ਰੱਖੀ, ਤੁਹਾਡੇ ਹੱਥ ਦੀ ਤੁਹਾਡੇ ਲਿਖੀ ਹੱਥਾਂ ਹੋਈ, ਦੀ ਲਿਖੀ ਹੋਈ। ਤੁਸੀਂ ਗੀਤ ਮੇਰੇ ਸਾਰੇ ਲਿਖਦੇ ਸੀ। ਪਰਮਜੀਤ ਭਾਜੀ ਦੇ ਸਾਰੇ ਜਿਹੜੇ ਗੀਤ ਸੀ ਨਾ ਡਾਇਰੀ ਤੇ ਮੈਂ ਲਿਖ ਕੇ ਤੇ ਆਪਣੀ ਹੈਂਡਰਾਈਟਿੰਗ ਚ ਲਿਖ ਕੇ ਦਿੰਦਾ ਸੀ। ਇਸ ਡਾਇਰੀ ਨੂੰ ਸੰਭਾਲ ਕੇ ਮੈਂ ਹੀ ਰੱਖਿਆ, ਉਹਦੀ ਜਿਲਦ ਵੀ ਮੈਂ ਹੀ ਬਣਾਈ ਹੈ। ਇਹ ਸਭ ਦਾ ਜੁਮਾ ਮੇਰਾ ਸੀ। ਕਾਗਜ਼ਾਂ ਨੂੰ ਇਕੱਠਿਆ ਕੀਤਾ। ਮੈਂ ਕਿਹਾ ਮੇਰੇ ਪਿਆਰੇ ਦਿਓਰ ਨੇ ਲਿਖ ਕੇ ਦਿੱਤੀ ਹੈ ਤੇ ਮੈਂ ਉਹਨੂੰ ਸੰਭਾਲ ਕੇ ਵੀ ਮੈਂ ਹੀ ਰੱਖਾਂ। ਮਾਂ ਸਾਨਾ ਇਹ ਬਸ ਉਹ ਗੱਲ ਕਿ ਮੈਂ ਵੀ ਬੜਾ ਸਾਂਭੂ ਹਾਂ ਤੇ ਤੁਸੀਂ ਵੀ ਬੜੇ ਸਾਂਭੂ ਹੋ। ਬਿਲਕੁਲ ਇੱਕ ਪੁਰਾਣਾ ਟੁਕੜਾ ਵੀ ਕਾਗਜ਼ ਦਾ ਸਾਂਭ ਕੇ ਰੱਖਿਆ ਹੈ। ਬਿਲਕੁਲ ਬਿਲकुल ਕੀ ਬਾਤ ਹੈ। ਤੋ ਭਾਜੀ ਕੋਈ ਜਿਹੜੇ ਕਿ ਐਕਸ਼ਨ ਗੀਤਾਂ ਦੇ ਵਿੱਚੋਂ ਕੁਝ ਵੀ ਉਹ ਜਿਹੜਾ ਕਿਸ ਤਰ੍ਹਾਂ ਤੁਸੀਂ ਰੰਗ ਭਰਦੇ ਸੀਗੇ ਸੰਗੀਤ ਦਾ, ਜਿਹੜਾ ਇਹ ਸੰਗੀਤ ਦੀ ਇੱਕ ਨਵੀਂ ਲਹਿਰ ਤੁਰੀ ਸੀ ਕਿ ਉਹਦੇ ਵਿੱਚ ਨਾਟਕ ਵੀ ਸੀ, ਉਹ ਚ ਗੀਤ ਵੀ ਸੀਗਾ, ਉਹ ਐਕਸ਼ਨ ਦੇ ਨਾਲ ਗਾਇਆ ਜਾਂਦਾ ਹੈ, ਬੋਡੀ ਮੂਵਮੈਂਟ ਨਾਲ। ਇਹ ਭਾਜੀ ਦੀ ਇੱਕ ਨਵੀਂ ਵਿਧਾ ਉਸ ਵੇਲੇ ਦਿੱਤੀ ਸੀ, ਐਕਸ਼ਨ ਸੌਂਗ ਸਟੇਜ ਦੇ ਉੱਤੇ। ਜੀ ਹਾਂਜੀ ਹਾਂਜੀ ਕੋਈ ਉਹ ਵਾਲੀ ਕੋਈ ਵੰਨਗੀ ਸੁਣਾਓ। ਹਾਂਜੀ ਉਹਦੇ ਵਿੱਚ ਕੇਵਲ ਜੀ ਮੈਂ ਤੁਹਾਡੇ ਨਾਲ ਪੂਰਾ ਐਕਸ਼ਨ ਨਾਲ ਕਰਦੀ ਸੀ, ਉਹ ਫੜ ਕੇ ਜਿਹੜੇ ਝੰਡੇ ਜੇ ਫੜ ਕੇ। ਬਿਲਕੁਲ ਬਿਲकुल ਮੈਂ ਇਸ ਤੋਂ ਬਾਅਦ ਤੁਹਾਡੇ ਵੱਲ ਵੀ ਆ ਰਿਹਾ ਹੁਣੇ। ਹਾਂ ਕੇਵਲ ਜੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਮੂਵਮੈਂਟ ਵੀ ਕਾਫੀ ਸੀ ਕਿ ਲੈਫਟਿਸਟ ਦੀ ਵੀ, ਤੇ ਭਾਜੀ ਜਿਹੜੇ ਪਿੰਡਾਂ ਪਿੰਡਾਂ 'ਚ ਜਾ ਕੇ ਜਿਹੜੇ ਗੀਤ ਜ਼ਿਆਦਾ ਬੋਲਦੇ ਸੀਗੇ, ਉਹਦੇ ਵਿੱਚ ਕੁਝ ਸਤਰਾਂ ਮੈਂ ਸੁਣਾ ਰਿਹਾ ਤੁਹਾਨੂੰ। ਜੀ 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 ਜਾਗਿਆ ਬੰਦਾ ਕਦੇ ਨਹੀਂ ਮਰਦਾ, ਜਾਗਿਆ ਬੰਦਾ ਕਦੇ ਨਹੀਂ ਮਰਦਾ, ਜਾਗਿਆ ਗਿਣਤੀ ਕਦੇ ਨਹੀਂ ਮਰਦਾ, ਜਾਗਿਆ ਗਿਣਤੀ ਕਦੇ ਨਹੀਂ ਮਰਦਾ, ਜਾਗਿਆ ਬੰਦਾ ਕਦੇ ਨਹੀਂ ਮਰਦਾ, ਜਾਗਿਆ ਬੰਦਾ ਕਦੇ ਨਹੀਂ ਮਰਦਾ, ਜਾਗਿਆ ਗਿਣਤੀ ਕਦੇ ਨਹੀਂ ਮਰਦਾ, ਜਾਗਿਆ ਗਿਣਤੀ ਕਦੇ ਨਹੀਂ ਮਰਦਾ। ਬੰਦਿਆਂ ਵਾਂਗੂ ਜੂਣਾ ਸਿੱਖੋ, ਬੰਦਿਆਂ ਵਾਂਗੂ ਮਰਨਾ ਸਿੱਖੋ, ਜ਼ੁਲਮ ਨਾਲ ਟਕਰਾਉਣਾ ਸਿੱਖੋ, ਤੇਰਾ ਪਾਉਣਾ ਸਿੱਖੋ। ਬੰਦਿਆਂ ਵਾਂਗੂ ਜੂਣਾ ਸਿੱਖੋ, ਬੰਦਿਆਂ ਵਾਂਗੂ ਮਰਨਾ ਸਿੱਖੋ, ਜ਼ੁਲਮ ਨਾਲ ਟਕਰਾਉਣਾ ਸਿੱਖੋ, ਤੇਰਾ ਪਾਉਣਾ ਸਿੱਖੋ। ਪੂਰਾ ਤੋਂ ਪਹਿਚਾਨੀਏ ਜੋ ਨਰੇ ਜਿੰਗੇ ਨੇ, ਪੁਰਜਾ ਪੁਰਜਾ ਕਰ ਮਰੇ ਸ਼ਾਦੀ ਕੀ। ਬੰਦਿਆਂ ਵਾਂਗੂ ਜੂਣਾ ਸਿੱਖੋ, ਬੰਦਿਆਂ ਵਾਂਗੂ ਮਰਨਾ ਸਿੱਖੋ, ਜ਼ੁਲਮ ਨਾਲ ਟਕਰਾਉਣਾ ਸਿੱਖੋ, ਤੇਰਾ ਪਾਉਣਾ ਸਿੱਖੋ, ਜ਼ੁਲਮ ਨਾਲ ਟਕਰਾਉਣਾ ਸਿੱਖੋ, ਤੇਰਾ ਪਾਉਣਾ ਸਿੱਖੋ। ਕਿਆ ਬਾਤ ਹੈ। ਇਹ ਬੜਾ ਜੋਸ਼ ਨਾਲ ਬੜਾ ਅਸੀਂ ਇਹਦੀ ਸ਼ੁਰੂਆਤ ਵੈਸੇ ਬੰਦਾ ਬਹਾਦਰ ਨਾਟਕ ਜਿਹੜਾ ਅਸੀਂ ਕਰਦੇ ਸੀ, ਉਹਦੇ ਵਿੱਚ ਫੁੱਲ ਸਾਹਿਬ ਦਾ ਪਲੇ ਸੀ, ਉਹਦੇ ਵਿੱਚੋਂ ਇਹ ਲਾਈਨਾਂ ਸੀਗੀਆਂ, ਬੰਦਿਆਂ ਵਾਂਗੂ ਜਿਉਣਾ ਸਿੱਖੋ, ਬੰਦਿਆਂ ਵਾਂਗੂ ਮਰਨਾ ਸਿੱਖੋ, ਜ਼ੁਲਮ ਨਾਲ ਟਕਰਾਉਣਾ ਸਿੱਖੋ, ਸੱਚ ਤੇ ਪੈਰਾ ਪਾਉਣਾ ਸਿੱਖੋ। ਤੋ ਇਹ ਲਾਈਨਾਂ ਉਦੋਂ ਇਹਦੇ ਨਾਲ ਜੋੜ ਕੇ ਤੇ ਬਹੁਤ ਖੂਬਸੂਰਤ ਤੁਸੀਂ ਇਹ ਸਾਰੇ ਐਕਸ਼ਨ ਦੇ ਨਾਲ ਗਾਇਆ ਜਾਂਦਾ ਹੈ। ਭਾਬ ਜੀ ਫਿਰ ਤੁਹਾਡਾ ਆਗਮਨ ਹੋਇਆ 1980 ਹਾਂਜੀ ਜਨਵਰੀ 1980 ਤੇ ਉਦੋਂ ਫਿਰ ਤੁਹਾਡੀ ਮੈਰਿਜ ਹੋਈ ਤੇ ਨਾਲ ਹੀ ਫਿਰ ਤੁਹਾਡੀ ਰੰਗਮੰਚ ਦੀ ਦੁਨੀਆ ਵਿੱਚ ਵੀ ਪ੍ਰਵੇਸ਼ ਹੋ ਗਿਆ। ਜਦੋਂ ਫਿਰ ਨਾਲ ਹੀ ਰੰਗ, ਪਹਿਲਾਂ ਤੇ ਤੁਸੀਂ ਅਦਾਕਾਰੀ ਨਹੀਂ ਸੀ ਕਰਦੇ, ਫਿਰ ਇਧਰਲੇ ਪਾਸੇ ਸਾਡੇ ਖਾਨਦਾਨ ਚ ਦੂਰ ਦੂਰ ਤੋਂ ਵੀ ਕਿਸੇ ਦਾ ਨਾ ਗਾਇਕੀ ਦੇ ਵਿੱਚ ਤੇ ਨਾ ਹੀ ਅਦਾਕਾਰੀ ਦੇ ਵਿੱਚ ਕੋਈ ਸੰਬੰਧ ਸੀ। ਸਾਰੇ ਕੋਈ ਡਾਕਟਰ, ਵਕੀਲ, ਕੋਈ ਜੱਜ, ਪਰ ਮੇਰਾ ਪਤਾ ਨਹੀਂ ਇਹ ਇਹਨਾਂ ਨਾਲ ਸੰਬੰਧ ਹੋਣ ਕਰਕੇ ਇਸ ਲਾਈਨ ਚ ਆਉਣਾ ਸੀ, ਤੁਹਾਡੇ ਨਾਲ ਸਾਰਿਆਂ ਨਾਲ ਜੁੜਨਾ ਸੀਗਾ, ਭਾਜੀ ਨਾਲ ਜੁੜਨਾ ਸੀ। ਉਹ ਸੰਬੰਧ ਹੋਣ ਕਰਕੇ ਹੀ ਇਹਦਾ ਨਾ ਕਿ ਮੈਂ ਤੁਹਾਡੇ ਨਾਲ ਇਸ ਸਟੇਜ ਦੇ ਉੱਤੇ ਆ ਸਕੀਆਂ, ਨਹੀਂ ਤਾਂ ਇਹ ਇਹਨਾਂ ਦੀ ਮਿਹਰਬਾਨੀ ਹੈ ਔਰ ਗੁਰਸ਼ੰਤ ਸਿੰਘ ਭਾਜੀ ਦਾ ਜਿਹੜਾ, ਜਿੰਨਾ ਕਰਕੇ ਮੇਰਾ ਇਹਨਾਂ ਨਾਲ ਵਿਆਹ ਹੋਇਆ, ਕਿਉਂਕਿ ਸਾਡੀ ਸੋਚ ਇੱਕੋ ਮਿਲਦੀ ਸੀ।
ਸਾਡੀ ਮਾਂ ਦੀ ਸੋਚ ਵੀ ਇਹੀ ਸੀ, ਉਹੋ ਹੀ ਸਾਡੀ ਸੋਚ ਸੀ, ਉਹਦੇ ਨਾਲ ਕਰਕੇ ਸਾਡਾ ਸੰਬੰਧ ਵੀ ਇਸੇ ਕਰਕੇ ਬਣਿਆ ਕਿ ਭਾਜੀ ਨਾਲੇ ਜੁੜੇ ਹੋਏ। ਹਾਂ, ਔਰ ਤੁਹਾਡੇ ਕਿਉਂਕਿ ਦੇਖੋ ਕੋਈ ਵੀ ਖਾਨਦਾਨ ਦੇ ਵਿੱਚ ਇਸ ਤਰ੍ਹਾਂ ਦਾ ਅਦਾਕਾਰੀ ਚ ਨਹੀਂ ਕਰਦਾ ਸੀ, ਮੇਰੇ ਖਾਨਦਾਨ ਚ ਵੀ ਕੋਈ ਨਹੀਂ ਸੀ ਕਰਦਾ। ਹਾਂਜੀ ਹਾਂਜੀ ਹਾਂਜੀ। ਸਾਡੇ ਖਾਨਦਾਨ ਚ ਕੋਈ ਇਹੋ ਜਿਹਾ ਮਾੜਾ ਕੰਮ ਨਹੀਂ ਸੀ ਕਰਦਾ, ਹੈ ਨਾ। ਮੇਰਾ ਸਾਡਾ ਤੇ ਕੇਵਲ ਉਹਨਾਂ ਨਾਲ, ਸਾਡਾ ਤੇ ਆਪਣਾ ਬੀਜੀ ਹੋਰਾਂ ਨਾਲ ਤੇ ਪਾਪਾ ਜੀ ਹੋਰਾਂ ਨਾਲ ਬੜਾ ਪਿਆਰ ਸੀ। ਉਹ ਤਾਂ ਸਿੱਧਾ ਬੈਂਕ 'ਚ ਮੇਰੇ ਕੋਲ ਆ ਜਾਂਦੇ ਸੀਗੇ, ਬਿਲਕੁਲ ਪਾਸਬੁੱਕ ਸੁੱਟ ਕੇ ਚਲੀ ਜਾਂਦੇ, ਪਰਮਜੀਤ ਪੁੱਤਰ ਆ ਮੇਰਾ ਕੰਮ ਕਰ ਛੱਡੀ ਤੇ ਘਰ ਪਹੁੰਚਾ ਦੀ। ਮੈਂ ਅੱਛਾ ਜੀ 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 ਬਿਲਕੁਲ। ਇਹ ਭਾਬ ਜੀ ਫਿਰ ਜਦੋਂ ਇਹ ਨਾਟਕਾਂ ਦੀ ਦੁਨੀਆ ਚ ਆਏ ਤੁਸੀਂ ਨਾਲ, ਫਿਰ ਪਰਿਵਾਰ, ਬੱਚੇ ਵੀ ਛੋਟੇ ਸੀ, ਸਾਲ ਬਾਅਦ ਬੌਬੀ ਵੀ ਹੋ ਗਿਆ, ਫਿਰ ਨੈਂਸੀ ਆ ਗਈ, ਤੇ ਕਿੱਦਾਂ ਫਿਰ ਤੁਸੀਂ ਇੰਨਾ ਕੁਝ ਮੈਨੇਜ ਕਿੱਦਾਂ ਕਰਦੇ? ਤੁਹਾਡੀ ਜੌਬ ਵੀ ਬੜੀ ਸਟ੍ਰਿਕਟ ਸੀ ਇਹੋ ਜੀ ਜਗ੍ਹਾ ਦੇ ਉੱਤੇ ਕਿ ਤੁਹਾਡੀ ਹਾਜ਼ਰੀ ਵੀ ਜ਼ਰੂਰੀ ਹੁੰਦੀ ਸੀ, ਇਧਰ ਨਾਟਕ ਵੀ ਕਰਨੇ ਸੀ, ਬੱਚੇ ਵੀ ਸੰਭਾਲਣੇ ਸੀ, ਪਰਿਵਾਰ ਵੀ ਦੇਖਣਾ ਸੀ ਤੁਸੀਂ। ਇਹ ਕਿੱਦਾਂ ਮੈਨੇਜ ਕਰਦੇ ਸੀ? ਤੁਹਾਡੀ ਬਹੁਤ ਇਹ ਕਹਿ ਲਓ ਕਿ ਧੱਕਾ ਲੈਣਾ ਹੈ ਇਸ ਮਾਮਲੇ ਦੇ ਵਿੱਚ, ਦੱਸੋ ਇਹਦੇ ਬਾਰੇ ਕੁਝ ਗੱਲਾਂ। ਕੇਵਲ ਜੀ ਇਹ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਤੇ ਮੇਰੀ ਨੀਅਤ ਸਾਫ਼ ਸੀ, ਕਿਉਂਕਿ ਮੇਰੀ ਮਾਂ ਨੇ ਸੱਚਾਈ ਸਿਖਾਈ ਸੀਗੀ। ਉਹ ਮੈਂ ਆਪਣੀ ਨੌਕਰੀ ਦੇ ਵਿੱਚ ਵੀ ਇਸੇ ਚੀਜ਼ ਨੂੰ ਇੱਕ ਨੀਂਹ ਬਣਾ ਕੇ ਰੱਖਿਆ ਸੀਗਾ। ਅੱਗੋਂ ਭਾਜੀ ਵੀ ਜਦੋਂ ਮਿਲੇ ਉਹਨਾਂ ਨੇ ਵੀ ਸਾਨੂੰ ਇਹੀ ਸਿਖਾਇਆ, ਡਿਸਿਪਲਨ, ਅਨੁਸ਼ਾਸਨ, ਵੀ ਟਾਈਮ ਤੇ ਆਣਾ, ਟਾਈਮ ਤੇ ਉੱਠਣਾ, ਟਾਈਮ ਤੇ ਕਰਨਾ। ਇੰਨਾ ਕੁਛ ਜਿਹੜਾ ਮੈਨੇਜ ਕਰਨਾ, ਉਹ ਮੇਰਾ ਡਿਸਿਪਲਨ ਔਰ ਮੇਰਾ ਪਿਆਰ ਮੁਹੱਬਤ ਸਾਰਿਆਂ ਨਾਲ, ਔਰ ਮੇਰਾ ਜਿਹੜਾ ਇੱਕ ਦੂਸਰੇ ਨਾਲ ਅਨੁਸ਼ਾਸਨ ਦੇ ਵਿੱਚ ਰਹਿਣਾ, ਇਹੀ ਮੇਰੀ ਇੱਕ ਨੀਂਹ ਸੀਗੀ। ਤੇ ਉਹਦੇ ਨਾਲ ਮੈਂ ਹਰ ਚੀਜ਼ ਨੂੰ ਮੈਨੇਜ ਕਰਦੀ ਸਾਂ। ਜਿੰਨੇ ਮੇਰੇ ਬੱਚੇ ਸੀਗੇ ਮੈਂ ਕਦੀ ਉਹਨਾਂ ਨੂੰ ਆਪਣੇ ਨਾਲ, ਜਿਸ ਤਰ੍ਹਾਂ ਮੇਰੇ ਜੇਠ ਸਾਹਿਬ ਦੇ ਵੀ ਬੱਚੇ ਸਨ, ਮੇਰੀ ਜਠਾਣੀ ਦੇ ਵੀ, ਉਹਨਾਂ ਨੂੰ ਵੀ ਨਾਲ ਲੈ ਕੇ ਤੁਰੀ ਆ। ਜਿਹੜਾ ਮੇਰੇ ਆਲੇ ਦੁਆਲੇ ਹੁੰਦਾ ਸੀਗਾ, ਮੈਂ ਚਾਹੁੰਦੀ ਸਾਂ ਤੁਮ ਕਰੋ ਤਿਨਕੇ ਇਕੱਠੇ ਆਸ਼ੀਆਂ ਬਣ ਜਾਏਗਾ, ਲੋग मिलते जाएंगे और कारवां बन जाएगा, तुम बड़ो आजाद लेकर खूबसूरत से ख्याल एक प्यारा सा मोहब्बत सा जहां बन जाएगा। मेरा ਧਿਆਨ ਹੁੰਦਾ ਸੀ ਸੁੰਦਰ ਸਾ ਜਹਾं ਬਣਾਉਣਾ ਹੈ, ਤੇ ਉਹਦੇ ਵਿੱਚ ਜਿੰਨੇ ਆਲਾ ਦੁਆਲਾ ਹੈ ਉਹਨੂੰ ਸਾਰਿਆਂ ਨੂੰ ਸੁੰਦਰ ਜੇ ਤਾਂ ਹੀ ਬਣੇਗਾ ਜੇ ਮੇਰੇ ਨਾਲ ਸਾਰੇ ਰਲ ਕੇ ਚੱਲਾਂਗੇ। ਤੇ ਇਹੀ ਮੇਰੀ ਉਹ ਇੱਕ ਪੈਸ਼ਨ ਸੀਗਾ, ਮੇਰਾ ਇੱਕ ਜਨੂਨ ਸੀ ਜਿਹੜਾ ਮੈਂ ਬੱਚਿਆਂ ਨੂੰ ਨਾਲ ਲੈ ਕੇ ਤੁਰਦੀ ਰਹੀ ਆ। ਔਰ ਜਦੋਂ ਮੇਰੀ ਨੌਕਰੀ ਹੁੰਦੀ ਸੀ ਉਹਦੇ ਚ ਬੜੀਆਂ ਮੈਨੂੰ ਮੁਸ਼ਕਲਾਂ ਵੀ ਆਈਆਂ, ਤੁਹਾਨੂੰ ਪਤਾ ਹੀ ਹੈ ਸਾਰੀ ਗੱਲ ਦਾ। ਭਾਵੇਂ ਮੈਂ ਬੜੇ ਲੋਕ ਬੱਚਿਆਂ ਦੇ ਵਿਆਹ ਵੀ ਕੀਤੇ, ਸਭ ਕੁਝ ਕੀਤੇ, ਪਰ ਬਾਅਦ ਵਿੱਚ ਲੋਕਾਂ ਨੇ ਮੈਨੂੰ ਉਹਦਾ ਕੋਈ ਇਵਜ਼ ਨਹੀਂ ਦਿੱਤਾ। ਸਾਰੀ ਸਰਕਾਰ ਨੇ ਹੀ ਮੈਨੂੰ ਕਈ ਵਾਰੀ ਝੂਠੀਆਂ ਕਰਾਰ ਦਿੱਤਾ, ਪਰ ਮੈਨੂੰ ਇੱਕ ਪ੍ਰਮਾਤਮਾ ਦਾ ਆਸਰਾ ਸੀ, ਸੱਚਾਈ ਦਾ ਆਸਰਾ ਸੀ, ਉਹਦੇ ਨਾਲ ਮੈਂ ਬਚ ਕੇ ਨਿਕਲੀ। ਪਰ ਉਹਨਾਂ ਦਾ ਵੀ ਸਾਹਮਣਾ ਨਾਲ ਕਰਦੀ ਰਹੀ, ਨਾਲ ਮੈਂ ਡਰਾਮੇ ਵੀ ਕਰਦੀ ਰਹੀ, ਨਾਲ ਮੈਂ ਸੰਸਾਰ ਦੇ ਵਿੱਚ ਵੀ ਵਿਚਰਦੀ ਰਹੀ, ਨਾਲ ਮੈਂ ਅਧਿਆਤਮਿਕ ਤੌਰ ਦੇ ਉੱਤੇ ਵੀ ਬੱਚਿਆਂ ਨੂੰ ਨਾਲ ਲੈ ਕੇ ਤੁਰਦੀ ਰਹੀ। ਅੱਜ ਉਹਦਾ ਹਿੱਸਾ ਹੈ ਕਿ ਵੀ ਅੱਜ ਮੇਰੇ ਬੱਚੇ ਵੀ ਮੇਰੇ ਨਾਲ ਨੇ ਔਰ ਅਸੀਂ ਉਹਨਾਂ ਦਾ ਆਨੰਦ ਮਾਣ ਰਹੇ ਹਾਂ। ਤੇ ਜਗ੍ਹਾ ਜਗ੍ਹਾ ਤੇ ਜਾ ਕੇ ਇਸ ਮਿਸਾਲ ਨੂੰ ਜਿਹੜੀ ਭਾਜੀ ਨੇ ਸਾਨੂੰ ਫੜਾਈ ਸੀ, ਉਹ ਅਸੀਂ ਜਗ੍ਹਾ ਜਗ੍ਹਾ ਤੇ ਮਿਸਾਲ ਉਹ ਜਗਾ ਰਹੇ ਹਾਂ ਜਾ ਕੇ ਬੱਚਿਆਂ ਦੇ ਵਿੱਚ ਵੀ। ਤੇ ਭਾਵ ਜੀ ਇੰਨੇ ਸਾਰੇ ਤੁਸੀਂ ਰੋਲ ਕਰਦੇ ਸੀ ਨਾਟਕਾਂ ਦੇ ਵਿੱਚ, ਮੈਨੂੰ ਯਾਦ ਹੈ ਦਾਸਤਾਨੇ ਪੰਜਾਬ ਵਿੱਚ ਤੁਸੀਂ ਬੜਾ ਲੰਬਾ ਮਾਂ ਵਾਲਾ ਰੋਲ ਕਰਦੇ ਸੀ, ਬੜਾ ਜ਼ਬਰਦਸਤ। ਆਪਾਂ ਉਦੋਂ ਗਵਰਨਰ ਹਾਊਸ ਵਿੱਚ ਵੀ ਕਰਕੇ ਆਏ ਸੀ, ਬਿਲਕੁਲ, ਹੈ ਨਾ। ਤੇ ਉਹ ਇਹੋ ਜਿਹੇ ਬੜੇ ਕਰੈਕਟਰ ਸੀਗੇ, ਤੁਸੀਂ ਵੱਖ-ਵੱਖ ਕਰਦੇ ਰਹੇ। ਤੇ ਮੈਂ ਥੋੜਾ ਜਿਹਾ ਇਹ ਜਾਣਨਾ ਚਾਹਾਂਗਾ ਕਿ ਤੁਸੀਂ ਉਹਨਾਂ ਦੀ ਤਿਆਰੀ ਕਿੱਦਾਂ ਕਰ ਲੈਂਦੇ ਸੀ ਇੰਨੇ ਕੰਮ ਕਰਦਿਆਂ? ਉਹਦੇ ਵਿੱਚ ਮੇਰਾ ਨੈਂਸੀ ਬਹੁਤ ਸਾਥ ਦਿੰਦੀ ਸੀ, ਉਹਨੂੰ ਮੈਂ ਸਾਹਮਣੇ ਬਿਠਾ ਲੈਂਦੀ ਸੀ, ਉਹਨੂੰ ਸਾਰਾ ਆਪਣਾ ਜਿਹੜਾ ਰੋਲ ਸੁਣਾਉਂਦੀ ਸੀ, ਤੇ ਜਿੱਥੇ ਭੁੱਲਦਾ ਸੀ ਉਹ ਮੈਨੂੰ ਦੱਸ ਦਿੰਦੀ, ਸਕ੍ਰਿਪਟ ਉਹਨੂੰ ਫੜਾ ਦਿੰਦੀ ਸੀ। ਤੇ ਇਸ ਕਰਕੇ ਉਹ ਜਿਹੜਾ ਵੀ ਮੇਰਾ ਕੰਮ ਹੁੰਦਾ ਸੀ ਉਹਦੇ ਵਿੱਚ ਹੀ ਮੈਂ ਯਾਦ ਕਰਦੀ ਰਹਿੰਦੀ ਸਾਂ। ਜਿਸ ਤਰ੍ਹਾਂ ਮੈਂ ਜੇ ਆਪਣੀ ਨੌਕਰੀ ਤੇ ਗਈ ਆ, ਜੇ ਮੈਨੂੰ ਵਿੱਚੋਂ ਕਿਤੇ ਮੈਂ ਜਾ ਕੇ ਆਪਣੀ ਕੋਈ ਬਿੱਲ ਪਾਸ ਕਰਾਣਾ ਹੈ ਜਾਂ ਕੁਝ ਕਰਨਾ ਹੈ, ਜਾਂ ਕਿਸੇ ਦੇ ਨਾਲ ਮੈਂ ਕਚਹਿਰੀ ਵੀ ਗਈ ਹੋਈ ਆ, ਤਾਂ ਉੱਥੇ ਬੈਠੀ ਮੈਂ ਆਪਣੇ ਮੂੰਹ ਦੇ ਵਿੱਚ ਯਾਦ ਕਰਦੀ ਰਹਿੰਦੀ ਸੀ। ਉਹ ਮੇਰਾ ਇੱਕ ਪੈਸ਼ਨ ਸੀਗਾ, ਤਾਂ ਕਰਕੇ ਉਹ, ਕਿਉਂਕਿ ਮੇਰੇ ਵਾਸਤੇ ਲੋਕ ਸਮਝਦੇ ਸੀ ਇਹ ਤਾਂ ਫालतू ਕੰਮ ਹੈ। ਤੇ ਉਹ ਫालतू ਕੰਮ ਮੈਂ ਆਪਣਾ ਉਸ ਲਈ ਕਰਦੀ ਸੀ ਜਦੋਂ ਮੈਨੂੰ ਥੋੜਾ ਜਿਹਾ ਟਾਈਮ ਮਿਲ ਜਾਂਦਾ ਸੀ, ਆਪਣੇ ਦਿਮਾਗ ਦੇ ਵਿੱਚ ਉਹਨੂੰ ਮੈਂ ਸੋਚਦੀ ਰਹਿੰਦੀ ਸੀ। ਤੇ ਉਹ ਜਦੋਂ ਤੁਸੀਂ ਬਿੱਲ ਪਾਸ ਕਰਾਉਣ ਜਾਂਦੇ ਸੀ, ਨਾਲ ਬਾਹਰ ਬੈਠੇ ਡਾਇਲੌਗ ਵੀ ਯਾਦ ਕਰਦੇ ਰਹਿੰਦੇ ਸੀ, ਤਾਂ ਬਿੱਲ ਵਾਲੇ ਨੂੰ ਸਾਹਮਣੇ ਜਾਂਦੇ ਕਿਤੇ ਡਾਇਲੌਗ ਤੇ ਨਹੀਂ ਸੀ ਨਿਕਲ ਜਾਂਦਾ ਦੁੱਲੇ ਦੀ ਮਾਂ ਵਾਲਾ ਕੋਈ, ਨਗਾਰਾ ਵਜਾ, ਉਹ ਕਹਿੰਦੇ ਮੇਰੇ ਬਿੱਲ ਪਾਸ ਕਰ ਦਿੰਦੇ। ਨਹੀਂ, ਇਹ ਗੱਲ ਡੀਸੀ ਸਾਹਿਬ ਦੀ ਮਿਸਿਸ ਨੇ ਮੈਨੂੰ ਦੱਸੀ, ਜਦੋਂ ਮੈਂ 10 ਵਿਆਹ ਕੀਤੇ, ਉਹਦੇ ਵਿੱਚ ਅਸੀਂ ਸਾਰੇ ਜਿਹੜੇ ਜਦੋਂ ਇਕੱਠੇ ਹੋਏ, ਤੇ ਉਹ ਕਹਿੰਦੀ, ਮੈਂ ਡੀਸੀ ਸਾਹਿਬ ਕਹਿੰਦੇ ਨੇ ਕਿ ਵੀ ਕਮਾਲ ਦੀ ਇੱਕ ਅਫਸਰ ਹੈ, ਕਿ ਇਹੋ ਜਿਹੀ ਅਫਸਰ ਪਹਿਲੀ ਵਾਰੀ ਦੇਖੀ ਹੈ ਕਿ ਜਿਹੜਾ ਕੰਮ ਕਲਰਕ ਨਹੀਂ ਕਰਦਾ ਉਹ ਆਪ ਜਾ ਕੇ ਸਕੂਟਰ ਤੇ ਜਾਂਦੀ ਹੈ, ਜਾ ਕੇ ਕਰਵਾ ਲਿਆਂਦੀ ਹੈ।
ਤੇ ਉਹ ਮਤਲਬ ਕਿ ਮੇਰੀ ਇਸ ਗੱਲ ਦੀ ਬੜੀ ਕੰਪਲੀਮੈਂਟ ਸੀ ਮੈਨੂੰ, ਤੇ ਉਹਦੇ ਨਾਲ ਮੈਨੂੰ ਉਤਸ਼ਾਹ ਵੀ ਮਿਲਦਾ ਸੀ ਜਦੋਂ ਲੋਕੀ ਮੇਰੀ ਇਸ ਤਾਰੀਫ ਕਰਦੇ ਸੀਗੇ ਕਿ ਵੀ ਦੇਖੋ ਤੁਸੀਂ ਸਾਰੇ ਜਣਿਆਂ ਦੀ ਹੈਲਪ ਕਰਦੇ ਹੋ, ਸਾਰੇ ਜਿਹੜੇ ਮੁਲਾਜ਼ਮ ਉਹਨਾਂ ਦੇ ਨਾਲ ਤੁਸੀਂ ਇਸ ਤਰ੍ਹਾਂ ਰਹਿੰਦੇ ਹੋ ਕਿ ਜੇ ਕੋਈ ਹਿੰਦੂ ਹੈ, ਸਿੱਖ ਹੈ ਜਾਂ ਕੁਛ ਹੈ, ਮੇਰੇ ਸਾਰੇ ਮੁਲਾਜ਼ਮ ਸੀ, ਉਹਨਾਂ ਦੇ ਹਰ ਕੰਮ ਦੇ ਵਿੱਚ, ਚੰਗੇ ਮਾੜੇ ਦੇ ਵਿੱਚ ਮੈਂ ਉੱਥੇ ਸ਼ਾਮਲ ਹੁੰਦੀ ਰਹੀ ਆ। ਉਹਦੇ ਕਰਕੇ ਜਿਹੜੇ ਉਹ ਸਟਾਫ ਸੀ ਮੈਨੂੰ ਬਹੁਤ ਪਿਆਰ ਦਿੰਦਾ ਸੀ, ਔਰ ਮੇਰੇ ਵਾਸਤੇ ਜਿਹੜੇ ਮੁਸ਼ਕਲਾਂ ਵੀ ਜੇ ਆਈਆਂ ਤਾਂ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ, ਤੇ ਉਹਦੇ ਕਰਕੇ ਹੀ ਉਹ ਮੈਂ ਇਸ ਤੱਕ ਹੁਣ ਤੱਕ ਤੁਸੀਂ ਵੀ ਸਾਥ ਦਿੰਦੇ ਰਹੇ ਹੋ ਤੇ ਮੈਂ ਪਹੁੰਚੀ ਹਾਂ। ਨਹੀਂ ਤਾਂ ਇੱਕ ਔਰਤ ਵਾਸਤੇ ਪਹੁੰਚਣਾ ਬਹੁਤ ਮੁਸ਼ਕਲ ਸੀ, ਇੰਨੀਆਂ ਮੁਸ਼ਕਲਾਂ ਦੇ ਵਿੱਚੋਂ ਵੀ ਨਿਕਲ ਕੇ ਇਸ ਜਗ੍ਹਾ ਤੇ। ਭਾਬੀ ਜੀ, ਜਦੋਂ ਤੁਸੀਂ ਵਿਆਹ ਤੋਂ ਬਾਅਦ ਐਕਟਿੰਗ ਸ਼ੁਰੂ ਕੀਤੀ ਭਾਜੀ ਨਾਲ, ਤੇ ਉਦੋਂ ਤੁਹਾਡੇ ਸਹੁਰੇ ਪਰਿਵਾਰ ਨੇ ਕਿਹਾ ਨਹੀਂ ਵੀ ਲੋ ਸਾਡਾ ਮੁੰਡਾ ਤੇ ਪਹਿਲਾਂ ਹੀ ਇੱਧਰਲੇ ਪਾਸੇ ਲੱਗਾ ਸੀ, ਹੁਣ ਨੂੰ ਵੀ ਉਧਰ ਤੁਰ ਪਈ ਹੈ? ਉਹਨਾਂ ਨੇ ਕੁਝ ਰੋਕਿਆ ਨਹੀਂ ਵੀ ਤੂੰ ਹੁਣ ਕੀ ਕਰਨ ਲੱਗੀ ਹੈ, ਇੱਕ ਤੇ ਗਿਆ ਹੁਣ ਤੂੰ ਵੀ ਉਧਰ ਤੁਰ ਪਈ ਹੈ? ਪਰ ਉਹਨਾਂ ਨੂੰ ਇਹ ਸੀਗਾ ਨਾ ਕਿ ਵੀ ਮੈਂ ਉਹਨਾਂ ਦੇ ਉੱਤੇ ਕੋਈ ਬੋਝ ਨਹੀਂ ਬਣੀ ਸੀ, ਕਿਉਂਕਿ ਮੈਂ ਆਪਣੇ ਜੇ ਬੱਚੇ ਸੀ ਉਹ ਵੀ ਨਾ ਮੈਂ ਨਾਲ ਲੈ ਕੇ ਆਉਂਦੀ ਸੀ ਉਹਨਾਂ ਨੂੰ। ਜੇ ਸ਼ਾਮੀ ਅਸੀਂ 5 ਵਜੇ ਆ ਜਾਂਦੇ ਸੀ ਉੱਥੋਂ ਆਪਣੇ ਆਫਿਸ ਦੇ ਵਿੱਚੋਂ, ਤੇ ਫਿਰ ਮੈਂ ਉਹਨਾਂ ਨੂੰ ਨਾਲ ਆਪਣੇ ਨਾਲ ਤਿਆਰ ਕਰਕੇ ਤੇ ਨਾਲ ਹੀ ਲੈ ਜਾਣਾ, ਉਹਨਾਂ ਦੀ ਯੂਨੀਫਾਰਮ ਲਾਣੀ, ਨਾਲ ਤਿਆਰ ਕਰਨਾ, ਲੈ ਜਾਣਾ, ਤੇ ਘਰ ਆ ਕੇ ਰੋਟੀ ਵੀ ਆਪ ਹੀ ਪਕਾਣੀ। ਮਤਲਬ ਉਹਨਾਂ ਤੇ ਬੋਝ ਨਹੀਂ ਮੈਂ ਬਣੀ, ਤੇ ਉਹ ਉਸ ਕਰਕੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ। ਨਾਲੇ ਉਹ ਸਾਡੇ ਜਿਹੜੇ ਮਦਰ ਸੀਗੇ ਉਹ ਇੰਨੇ ਕੁ ਮਤਲਬ ਕਿ ਖੁਸ਼ ਹੁੰਦੇ ਸੀ ਦੇਖ ਕੇ ਸਾਨੂੰ, ਵੀ ਉਹ ਜਦੋਂ ਵੀ ਉਹ ਦੇਖਦੇ ਸੀ ਕਿ ਵੀ ਇਕੱਠੇ ਤੇ ਹੈਗੇ ਨੇ ਨਾ, ਔਰ ਉਹਨਾਂ ਨੂੰ ਇਹ ਹੈਗਾ ਸੀਗਾ ਕਿ ਵੀ ਹਰ ਗੱਲ ਉਹ ਮੇਰੀ ਇੱਕ ਫਰੈਂਡ ਸੀਗੇ। ਔਰ ਸਾਹਿਤਕਾਰੀ ਦੇ ਵਿੱਚੋਂ ਉਹਨਾਂ ਦੇਖ ਲਓ ਅਖਬਾਰ ਸਵੇਰੇ ਉੱਠ ਕੇ ਪੜ੍ਹਨੀ ਔਰ ਪ੍ਰੀਤ ਲੜੀ ਪੜ੍ਹਨੀ, ਇਹ ਉਹਨਾਂ ਦੇ ਸਾਡੀ ਇੱਕ ਬੜੀ ਵੱਡਾ ਵਿਰਸਾ ਸੀਗਾ ਉਹਨਾਂ ਦੇ ਕੋਲ, ਜਿਹੜਾ ਉਹ ਸਾਨੂੰ ਦਿੰਦੇ ਰਹੇ ਨਾਲ ਨਾਲ। ਇੱਕ ਦੋਸਤ ਸੀਗੀ ਉਹ ਮੇਰੀ ਸੱਸ ਨਹੀਂ ਸੀ, ਇੱਕ ਮੇਰੀ ਦੋਸਤ ਸੀ। ਇਸ ਕਰਕੇ ਉਹਨਾਂ ਦਾ ਮੈਨੂੰ ਬਹੁਤ ਹੀ ਹੌਸਲਾ ਸੀਗਾ ਮੇਰੇ ਸਾਰੇ ਜਿਹੜੇ ਪਰਿਵਾਰ ਦੇ ਵਿੱਚ। ਬਿਲਕੁਲ ਬਿਲਕੁਲ, ਕਿਉਂਕਿ ਅਸੀਂ ਬਹੁਤ ਮਿਲੇ ਆ ਉਹਨਾਂ ਨੂੰ, ਬਹੁਤ ਤੁਹਾਡੇ ਘਰ ਦੇ ਵਿੱਚ ਸਾਡਾ ਜਾਣ ਆਉਣ ਵੀ ਸੀ ਸਾਰੇ ਕਲਾਕਾਰਾਂ ਦਾ। ਤੇ ਮੈਨੂੰ ਯਾਦ ਹੈ ਕਿ ਪਰਮਜੀਤ ਭਾਜੀ ਦੇ ਜਿੰਨੇ ਵੀ ਦੋਸਤ ਆਉਂਦੇ ਸੀ, ਉਹ ਅਸੀਂ ਵੀ ਜਾਂਦੇ ਸੀ, ਤੇ ਉਹ ਬਹੁਤ ਪਿਆਰ ਸਤਿਕਾਰ ਦਿੰਦੇ, ਬਹੁਤ ਉਹਨਾਂ ਵੇਖਦੇ ਕਿਹੜਾ ਹਾਏ ਮੇਰਾ ਬਚੜਾ ਆ ਗਿਆ, ਬਚੜਾ ਕਿਹੜਾ ਹਾਏ ਮੇਰਾ ਬਚੜਾ ਲਓ, ਉਹ ਇਹਨਾਂ ਸਿਰ ਤੇ ਪਿਆਰ ਦੇਣਾ, ਜੱਫੀ ਪਾ ਕੇ ਮਿਲਣਾ। ਸੋ ਮੈਨੂੰ ਲੱਗਦਾ ਕਿ ਜਿਹੀਆਂ ਮਾਵਾਂ ਜਦੋਂ ਇਸ ਤਰ੍ਹਾਂ ਸਹਿਯੋਗ ਦਿੰਦੀਆਂ ਨੇ, ਤੁਹਾਡਾ ਹੌਸਲਾ ਦੁੱਗਣਾ ਹੋ ਜਾਂਦਾ ਜਦੋਂ ਪਰਿਵਾਰ ਚੋਂ ਏਦਾਂ ਤੁਹਾਨੂੰ ਮਿਲਦਾ ਵਾ ਪਿਆਰ ਸਤਿਕਾਰ। ਤੇ ਭਾਜੀ ਜਦੋਂ ਤੁਸੀਂ ਇਹ ਸਾਰਾ ਕੁਝ ਕਰ ਰਹੇ ਸੀ, ਮੈਨੂੰ ਲੱਗਦਾ ਕਿ ਹੁਣ ਅਸੀਂ ਵੇਖੋ ਪਰਿਵਾਰਕ ਤੌਰ ਤੇ ਗੱਲਾਂ ਵੀ ਕਰ ਰਹੇ ਆ, ਤੇ ਤੁਸੀਂ ਇਹਦੇ ਵਿੱਚ ਅਗਲੇ ਪੜਾਅ ਦੇ ਵਿੱਚ ਤੁਸੀਂ ਫਿਰ ਅਦਾਕਾਰੀ ਤਾਂ ਘੱਟ ਕੀਤੀ, ਕਿ ਮੈਨੂੰ ਯਾਦ ਹੈ ਜਦੋਂ 1983 ਵਿੱਚ ਕੈਨੇਡਾ, ਅਮਰੀਕਾ, ਇੰਗਲੈਂਡ ਗਏ, ਉਸ ਵੇਲੇ ਤੁਸੀਂ ਜ਼ਰੂਰ ਨਾਟਕਾਂ ਵਿੱਚ ਰੋਲ ਕੀਤੇ, ਮਿੱਟੀ ਦਾ ਮੁੱਲ ਵਿੱਚ, ਕਿ ਕੂੜੇ ਕੁੱਤੇ ਪਾਲ ਵਿੱਚ, ਉਦੋਂ ਸਾਰੇ ਅਸੀਂ ਇਕੱਠੇ, ਟੋਆ ਡਰਾਮਾ ਸੀਗਾ, ਟੋਏ ਦੇ ਵਿੱਚ ਵੀ ਤੁਸੀਂ ਕਰਦੇ ਰਹੇ। ਤੇ ਏਦਾਂ ਕਾਫੀ ਸਾਰੇ ਨਾਟਕਾਂ 'ਚ ਤੁਸੀਂ ਕੀਤਾ, ਪਰ ਤੁਸੀਂ ਅਸੀਂ ਮੇਨ ਸੀ ਗੀਤ ਤੁਹਾਡੇ ਜਿਹੜੇ ਉੱਥੇ ਸੰਗੀਤ, ਉੱਥੇ ਇੱਕ LP ਵੀ ਰਿਕਾਰਡ ਹੋਇਆ ਸੀ ਛੱਟਾ ਚਾਨਣਾ ਦਾ, ਕੈਨੇਡਾ ਵਿੱਚ ਹੀ ਰਿਕਾਰਡ ਹੋਇਆ ਸੀ, ਅਸੀਂ ਸਾਰਿਆਂ ਨੇ ਉਹਦੇ ਵਿੱਚ ਗਾਇਆ ਸੀਗਾ। ਤੇ ਮੈਂ ਚਾਹਾਂਗਾ ਕੋਈ ਅਗਲੇ ਪੜਾਅ ਦੇ ਗੀਤ, ਫਿਰ ਇੱਕ ਦੌਰ ਆਇਆ ਜਦੋਂ ਮੈਂ ਫਿਰ MSD ਕਰਕੇ ਵਾਪਸ ਆਇਆ, ਫਿਰ ਮੇਰੇ ਬਹੁਤ ਨਾਟਕਾਂ ਦੇ ਵਿੱਚ ਮਿਊਜ਼ਿਕ ਕੀਤਾ। ਤੁਸੀਂ ਆਪਣੀ ਪਸੰਦ ਦਾ ਕਿ ਲੋ ਵੀ ਇਹ ਮੈਨੂੰ ਸੰਗੀਤ ਕਰਦਿਆਂ ਹੋਇਆ ਲੱਗਾ ਵੀ ਇਹ ਮੈਂ ਕੰਪੋਜੀਸ਼ਨ ਏਦਾਂ ਬਣਾਵਾਂ ਤਾਂ ਇਸ ਸੀਟ ਦੇ ਨਾਲ ਇਨਸਾਫ ਹੋਏਗਾ, ਉਹੋ ਜਿਹਾ ਕੁਝ ਸੁਣਾਓ ਤੇ ਉਹਦੇ ਬਾਰੇ ਕੁਝ ਗੱਲ ਕਰੋ ਤੁਸੀਂ। ਹਾਂਜੀ, ਕੇਵਲ ਮੇਰਾ ਬਹੁਤ ਸਭ ਤੋਂ ਜ਼ਿਆਦਾ ਨਾਟਕ ਜਿਹੜੇ ਹੈਗੇ ਆ, ਮੈਂ ਕੇਵਲ ਧਾਲੀਵਾਲ ਦੇ ਨਿਰਦੇਸ਼ਨਾਂ ਦੇ ਵਿੱਚ ਉਹਦੇ ਵਿੱਚ ਸੰਗੀਤ ਦਿੱਤਾ ਸਭ ਤੋਂ ਜ਼ਿਆਦਾ ਨਾਟਕਾਂ ਦੇ ਵਿੱਚ। ਤੇ ਉਹਦੇ ਵਿੱਚੋਂ ਮੇਰਾ ਜਿਹੜਾ ਹੈ ਤੇ ਖੈਰ ਸਾਰੇ ਬਹੁਤ ਵਧੀਆ ਸੀਗੇ, ਕੋਈ ਸ਼ੱਕ ਨਹੀਂ ਹੈਗਾ, ਲੇਕਿਨ ਜਿਹੜਾ ਮੇਰਾ ਦਿਲ ਨੂੰ ਛੂੰਹਦਾ ਸੀਗਾ ਸੰਗੀਤ, ਜਿਹੜਾ ਕਾਵਨਾਟ ਸੀ, ਬਿਰਖ ਅਰਜ਼ ਕਰੇ, ਪਾਤਰ ਸਾਹਿਬ ਦੀ ਕਵਿਤਾ ਦਾ ਬੱਚਾ, ਪਾਤਰ ਸਾਹਿਬ ਦੀਆਂ ਕਵਿਤਾਵਾਂ ਦਾ, ਜਿਹੜਾ ਕਿ ਪਹਿਲੀ ਵਾਰੀ ਉਹ ਇਸ ਤਰ੍ਹਾਂ ਜਦੋਂ ਪਾਤਰ ਸਾਹਿਬ ਇੱਥੇ ਆਏ ਅਮਰੀਕਾ ਦੇ ਵਿੱਚ, ਤੇ ਉਹਨਾਂ ਨੂੰ ਪਤਾ ਲੱਗਾ ਵੀ ਪਰਮਜੀਤ ਹੋਰੀ ਨੇ, ਉਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਵੀ ਉਹਨਾਂ ਨੂੰ ਬੁਲਾਓ। ਸੈਨੋਜ਼ ਦੇ ਏਰੀਏ ਦੇ ਵਿੱਚ ਅਸੀਂ ਗਏ, ਉੱਥੇ ਕੇਵਲ ਜੀ ਆਪਣਾ ਸਾਰੇ ਸਾਹਿਤਕਾਰ ਬੈਠੇ ਹੋਏ ਸੀਗੇ, ਬੜਾ ਇਕੱਠ ਸੀਗਾ, ਤੇ ਉੱਥੇ ਅਸੀਂ ਦੋਨਾਂ ਨੇ ਉਹੀ ਬਿਰਖ ਅਰਜ਼ ਕਰੇ ਦੇ ਵਿੱਚੋਂ ਰੇਨੂ ਜੀ, ਜਿੱਦਾਂ ਉਹ ਤੁਹਾਨੂੰ ਪਤਾ ਵੀ ਉਹ ਕਵਿਤਾ ਪੜ੍ਹਦੇ ਸੀਗੇ, ਤੇ ਮੈਂ ਉਸਨੂੰ ਮਿਊਜ਼ੀਕਲੀ ਪੇਸ਼ ਕਰਦਾ ਸੀਗਾ, ਤੇ ਸਾਨੂੰ ਉੱਥੇ ਜਿਹੜੀ ਇਹ ਸਟੈਂਡਿੰਗ ਜਿਹੜੇ ਉੱਥੇ ਖੜੇ ਹੋ ਕੇ ਉਹਨਾਂ ਨੇ ਤਾੜੀਆਂ ਮਾਰੀਆਂ ਸਾਰੀਆਂ ਦਰਸ਼ਕਾਂ ਨੇ। ਫਿਰ ਪਾਤਰ ਸਾਹਿਬ ਨੇ ਕਿਹਾ ਕਿ ਪਰਮਜੀਤ ਮੈਂ ਸਾਰੀ ਜ਼ਿੰਦਗੀ 'ਚ ਲਿਖ ਕੇ ਇੰਨੀਆਂ ਤਾੜੀਆਂ ਨਹੀਂ ਲਾਈਆਂ ਜਿੰਨੀਆਂ ਤੁਸੀਂ ਅੱਧੇ ਘੰਟੇ ਲਾ ਲਈ। ਕਿਆ ਮਤਲਬ ਇਹ ਮੈਨੂੰ ਅੱਜ ਪਤਾ ਲੱਗਦਾ ਪਿਆ ਤੁਸੀਂ ਡਾਇਰੈਕਟਰ ਤੋਂ ਬਗੈਰ ਹੀ ਨਾਟਕ ਕਰ ਦਿੱਤਾ, ਵੇਖੋ। ਉਸ ਵੇਲੇ ਡਾਇਰੈਕਟਰ ਮੈਂ ਬਣ ਜਾਂਦੀ ਸੀ। ਠੀਕ ਹੈ, ਚਲੋ ਸੁਣਾਓ ਭਾਈ, ਸੁਣਾਓ ਜੀ। ਹਾਂਜੀ।
मैं तो यही रहा, मेरे गीत रहेंगे। ओ मैं तो नहीं रहागा, मेरे गीत रहेंगे। पानी ने मेरे गीत, पानी ने मेरे गीत, मैं पानी ते लिखा, मैं पानी ते लिखा, बता भी लिखा, खत्म था बस नाम देखा, फिर भी किसे बहार कर दाऊदी लिखा, बता भी लिखा, क्या बात है, बहुत ਵਧੀਆ ਭਾਜੀ, ਬਹੁਤ ਖੂਬਸੂਰਤ। ਇਹ ਮੈਨੂੰ ਯਾਦ ਸੀ ਇਸ ਗੀਤ ਦੇ ਨਾਲ ਨਾਟਕ ਦੀ ਸ਼ੁਰੂਆਤ ਹੁੰਦੀ ਸੀ ਔਰ ਵਿੱਚੋਂ ਲਾਲ ਕਲਰ ਦਾ ਬਿਰਖ ਇੱਕ ਹਰਦੀਪ ਗਿੱਲ ਬਣਦਾ ਸੀ ਉਹਦੇ ਵਿੱਚ ਤੇ ਪਿੱਛੇ ਕੋਰਸ ਸੀ, ਬਹੁਤ ਖੂਬਸੂਰਤ। ਇੱਕ ਹੋਰ ਦੋ ਲਾਈਨਾਂ ਇਸ ਦੀਆਂ ਨਾਟਕ ਦੀਆਂ ਮੈਂ ਚਾਹਾਂਗਾ ਸਾਂਝੀਆਂ ਕਰਾਂ ਤੁਹਾਡੇ ਨਾਲ। ਉਹ ਸੀਗਾ, ਉਹ ਤੁਹਾਡਾ ਫੇਵਰਿਟ ਸੀਗਾ। ਹਾਂ ਹਾਂ, जिंदा मारे के बूहा उतने जिया साड़ी कौन उड़ा देता, ਵਾਹ ਜੀ ਵਾਹ, ਬਹੁਤ ਅੱਛਾ ਭਾਜੀ, ਇਹ ਬੜਾ ਸੋਹਣਾ ਵਿਜ਼ੂਅਲ ਸੀਗਾ ਇਹਦੇ ਵਿੱਚ। ਤੇ ਅੱਛਾ, ਮੈਂ ਥੋੜਾ ਜਿਹਾ ਹੁਣ ਅੱਗੇ ਗੀਤ ਆਪਾਂ ਹੋਰ ਅੱਗੇ ਗਾਵਾਂਗੇ, ਪਰ ਉਸ ਤੋਂ ਪਹਿਲੇ ਮੈਂ ਥੋੜਾ ਜਿਹਾ ਤੁਹਾਡੀ ਜਰਨੀ ਬਾਰੇ ਹੋਰ ਸੁਣਨਾ ਚਾਹੁੰਦਾ ਭਾਬੀ ਜੀ, ਕਿ ਤੁਸੀਂ ਦੋਨਾਂ ਨੇ ਇਕੱਠਿਆਂ ਨੇ ਬੜੇ ਮੁਸ਼ਕਿਲ ਹਾਲਾਤਾਂ ਵਿੱਚ ਵੀ, ਹਾਲਾਂਕਿ ਤੁਸੀਂ ਘਰੋਂ ਬਹੁਤ ਨੋ ਡਾਊਟ ਕਿ ਬਹੁਤ ਅੱਛੀਆਂ ਤੁਹਾਡੀ ਜੌਬ ਸੀਗੀਆਂ, ਕਲਾਸ 1 ਆਫੀਸਰ ਤੁਸੀਂ ਦੋਨੋਂ ਇੱਥੇ, ਸਮਾਜਿਕ ਤੌਰ ਤੇ ਤੁਹਾਡੀ ਬੜੀ ਪਹਿਚਾਣ ਸੀ ਇੱਥੇ, ਜਿਹੜੀ ਹੁਣ ਵੀ ਬਹੁਤ ਹੈ ਪੂਰੀ, ਉੱਧਰ ਵੀ ਤੁਸੀਂ ਬੈਠੇ ਹੋ ਤਾਂ ਵੀ ਤੁਹਾਡੀ ਬੜੀ ਪਛਾਣ ਹੈ, ਉੱਥੇ ਵੀ ਤੁਹਾਡੇ ਕੰਮ ਨੂੰ ਸਲਾਮ ਹੈ ਸਾਰਾ। ਪਰ ਇਹ ਜਦੋਂ ਸਾਰਾ ਕੁਝ ਇੱਥੋਂ ਛੱਡ ਕੇ ਇੱਥੇ ਸਾਰੀ ਆਪਣਤ ਨੂੰ ਛੱਡ ਕੇ ਇੱਕ ਨਵੀਂ ਧਰਤੀ ਤੇ ਜਾਣਾ ਪਿਆ, ਕਿੱਦਾਂ ਮਹਿਸੂਸ ਹੋਇਆ? ਮੈਂ ਚਾਹਾਂਗਾ ਭਾਬ ਜੀ ਤੁਸੀਂ ਉਹ ਥੋੜਾ ਸੰਘਰਸ਼ ਨੂੰ ਬਿਆਨ ਕਰੋ, ਤੁਹਾਡਾ ਉਹ ਸੰਘਰਸ਼ ਬਹੁਤ ਹੈ, ਮੈਨੂੰ ਪਤਾ ਉਹ ਤੁਹਾਡੇ ਚਿਹਰੇ ਤੋਂ ਨਜ਼ਰ ਆਉਂਦਾ ਹੁੰਦਾ ਤੁਹਾਡਾ ਉਹ ਸੰਘਰਸ਼, ਕਿ ਤੁਸੀਂ ਇੰਨੇ ਸਾਲ ਬੜਾ ਸੰਘਰਸ਼ ਕੀਤਾ ਤੇ ਪਰ ਤੁਸੀਂ ਬੜੇ ਕਾਮਯਾਬ ਹੋਏ, ਤੁਸੀਂ ਹਰ ਇੱਕ ਚੀਜ਼ ਨੂੰ ਕਹਿ ਲਓ ਕਿ ਖੁਸ਼ੀ ਨਾਲ ਸਵੀਕਾਰ ਕੀਤਾ ਔਰ ਹੱਸਦੇ ਹੋਇਆ ਤੁਸੀਂ ਸਾਰਾ ਕੁਝ ਸੰਘਰਸ਼ ਅੱਗੇ ਕੀਤਾ।
ਸੋ ਮੈਂ ਚਾਹਾਂਗਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਏਦਾਂ ਐਵੇਂ ਨਹੀਂ ਪਰਮਜੀਤ ਰੇਨੂ ਬਣ ਜਾਈਦਾ, ਇਹ ਕਈ ਪੜਾਵਾਂ ਚੋਂ ਲੰਘਣਾ ਪੈਂਦਾ ਹੈ। ਹਾਂਜੀ, ਮੇਰਾ ਖਿਆਲ ਹੈ ਇਹ ਮੈਂ ਆਪਣੇ ਮੂੰਹੋਂ ਤਾਰੀਫ ਕਰਦੀ ਚੰਗੀ ਨਹੀਂ ਲੱਗਦੀ, ਇਹ ਥੋੜਾ ਜਿਹਾ ਜਲਦੀ ਜਲਦੀ ਇਹ ਦੱਸ ਸਕਦੇ ਨੇ, ਤੇ ਜੇ ਵਿੱਚੋਂ ਕੋਈ ਮਿਸ ਕਰਨਗੇ ਤੇ ਮੈਂ ਦੱਸਾਂਗੀ। ਹਾਂ ਇਹ ਹੋਇਆ ਇਸ ਤਰ੍ਹਾਂ ਵੀ 1983 ਦੇ ਵਿੱਚ ਜਦੋਂ ਆਪਾਂ ਬਾਹਰੋਂ, ਤੁਸੀਂ ਨਾਲ ਹੀ ਸੀਗੇ ਜਦੋਂ ਭਾਜੀ ਨਾਲ ਟੂਰ ਕਰਕੇ ਆਏ ਆ, ਤੇ ਮੈਨੂੰ ਤੇ ਉਹਨਾਂ ਦਾ ਪਤਾ ਸੀਗਾ ਵੀ ਆਪਣਾ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈਗਾ ਵੈ, ਪਰ ਲਾਈਫ ਕਿੰਨੀ ਮੁਸ਼ਕਿਲ ਆ ਉੱਥੇ। ਮੈਂ ਜਦੋਂ ਵਾਪਸ ਆਇਆ ਤਾਂ ਰੇਨੂ ਜੀ ਦੇ ਬ੍ਰਦਰ ਮਿਨੀਆਪੋਲਿਸ ਹੈਗੇ ਨੇ, ਉਹਨਾਂ ਨੇ ਆਪਣਾ ਜਿਹੜਾ ਸੀਗਾ ਸਾਨੂੰ ਕਿਹਾ ਵੀ ਤੁਸੀਂ ਆਪਣੀ ਪਟੀਸ਼ਨ ਜਿਹੜੀ ਹੈਗੀ ਹੈ ਇਮੀਗ੍ਰੇਸ਼ਨ ਦੀ ਉਹ ਲਗਾ ਦਿਓ, ਤੇ ਮੈਂ ਕਿਹਾ ਜੀ ਅਸੀਂ ਤਾਂ ਨਹੀਂ ਲਗਾਣੀ, ਕਿਉਂਕਿ ਮੇਰੀ ਬੜੀ ਅੱਛੀ ਬੈਂਕ ਦੀ ਜੌਬ ਹੈ, ਰੇਨੂ ਦੀ ਵੀ ਕਲਾਸ 1 ਆਫੀਸਰ ਹੈਗੇ ਨੇ, ਤੇ ਮੈਂ ਆਪਣਾ ਜਿਹੜਾ ਹੈਗਾ ਵੈ ਅਸੀਂ ਨਹੀਂ ਇਹ ਕਰਨਾ ਹੈਗਾ। ਉਹ ਕਹਿੰਦੇ ਤੁਸੀਂ ਬੇਸ਼ੱਕ ਨਾ ਕਰੋ, ਲੋਕੀ ਲੱਖਾਂ ਰੁਪਏ ਖਰਚ ਕੇ ਬਾਹਰ ਆਉਂਦੇ ਨੇ, ਲੇਕਿਨ ਤੁਸੀਂ ਜਿਹੜਾ ਹੈਗਾ ਅਪਲਾਈ ਕਰ ਦੋ, ਨਹੀਂ ਆਉਣਾ ਹੈਗਾ ਤਾਂ ਨਾ ਸੀ। ਤੇ ਕੇਵਲ ਜੀ 1997 ਦੇ ਵਿੱਚ ਸਾਡੀ ਸਿੱਧੀ ਅਮਰੀਕਨ ਐਮਬੈਸੀ ਵੱਲੋਂ ਜਿਹੜਾ ਸਾਡਾ ਗ੍ਰੀਨ ਕਾਰਡ ਦੇ ਕਾਗਜ਼ ਆ ਗਏ ਵੀ ਤੁਸੀਂ ਅਪਰੂਵਡ ਹੋ। ਤੇ ਮੈਂ ਜਦੋਂ ਘਰ ਦੱਸਿਆ ਤਾਂ ਬੱਚੇ ਤਾਂ ਬਹੁਤ ਖੁਸ਼ ਹੋਏ, ਬਾਬੀ ਨੈਂਸੀ ਬੜੇ ਖੁਸ਼ ਹੋਏ ਵੀ ਚਲੋ ਅਸੀਂ ਬਾਹਰ ਅਮਰੀਕਾ ਜਾਵਾਂਗੇ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਬੇਟਾ ਤੁਸੀਂ ਤੁਹਾਨੂੰ ਚਾਹ ਤੇ ਹੈਗਾ ਬੜਾ, ਪਰ ਮੈਨੂੰ ਪਤਾ ਉੱਥੋਂ ਦੀ ਜ਼ਿੰਦਗੀ ਕੀ ਹੈ। ਇੱਥੇ ਸਾਡਾ ਇੰਨਾ ਸਰਕਲ ਹੈ ਸਾਡੇ ਦੋਨਾਂ ਦਾ, ਇੰਨਾ ਸਾਡੇ ਕਲਾਕਾਰਾਂ ਦੇ ਵਿੱਚ ਸਾਡਾ ਜਿਹੜਾ ਹੈਗਾ ਵਾ ਇੱਜ਼ਤ ਹੈਗੀ ਹੈ। ਤੁਸੀਂ ਨਵੀਂ ਧਰਤੀ ਤੇ ਜਾ ਕੇ ਤੁਹਾਨੂੰ ਕੋਈ ਉੱਥੇ ਜਾਣਦਾ ਨਹੀਂ ਹੈ, ਤੁਹਾਨੂੰ ਜ਼ੀਰੋ ਬਣ ਕੇ ਉੱਥੇ ਜਾਣਾ ਪਏਗਾ ਤੇ ਨਵੇਂ ਜ਼ਿੰਦਗੀ ਤੋਂ ਜਿਹੜੀ ਤੁਹਾਨੂੰ ਸ਼ੁਰੂਆਤ ਕਰਨੀ ਪਏਗੀ। ਤਾਂ ਬੱਚੇ ਕਹਿੰਦੇ ਵੀ ਠੀਕ ਹੈ ਪਾਪਾ, ਸਾਡੇ ਕੈਰੀਅਰ ਦਾ ਸਵਾਲ ਹੈ, ਸਾਡੀ ਪੜ੍ਹਾਈ ਜਿਹੜੀ ਹੈ ਬੜੀ ਅੱਛੀ ਹੋ ਸਕਦੀ ਹੈ। ਫਿਰ ਉੱਥੇ ਮੈਂ ਸਹਿਮਤ ਹੋਇਆ ਉਹਨਾਂ ਦੇ ਨਾਲ ਵੀ ਜੋ ਅਪਰਚੁਨਿਟੀ ਕੇਵਲ ਜੀ ਇਹੋ ਜਿਹੇ ਦੇਸ਼ਾਂ ਦੇ ਵਿੱਚ, ਅਮਰੀਕਾ ਦੇ ਵਿੱਚ ਹੈ, ਇੰਡੀਆ 'ਚ ਉਹ ਬਿਲਕੁਲ ਨੇੜੇ ਨੇੜੇ ਵੀ ਨਹੀਂ ਹੈ। ਇੱਥੇ ਤੁਸੀਂ ਬਿਨਾਂ ਪੈਸੇ ਦੇ ਜਿਹੜਾ ਜੋ ਚਾਹੋ ਬਣ ਸਕਦੇ ਹੋ, ਗਵਰਨਮੈਂਟ ਤੁਹਾਡੀ ਪੂਰੀ ਹੈਲਪ ਕਰਦੀ ਹੈ। ਜਦੋਂ ਤੁਹਾਡੀਆਂ ਜੌਬ ਲੱਗ ਜਾਣ ਉਦੋਂ ਤੁਸੀਂ ਹੌਲੀ ਹੌਲੀ ਕਰਕੇ ਆਪਣੇ ਪੈਸੇ ਉਤਾਰ ਦਿਓ ਸਾਰੇ ਜਿਹੜੇ ਹੈ। ਸੋ ਇੱਥੇ ਜਦੋਂ ਆਏ ਆ ਤੇ ਮੇਰੇ ਬੱਚਿਆਂ ਨੇ ਪੜ੍ਹਾਈ ਦੇ ਵਿੱਚ ਵੀ ਟੌਪ ਕੀਤਾ, ਤੇ ਉਸ ਦੇ ਨਾਲ ਕੇਵਲ ਜੀ ਅਸੀਂ ਚਾਰਾਂ ਨੇ ਮਜ਼ਦੂਰੀ ਵੀ ਕੀਤੀ, ਝੂਠ ਕੀ ਬੋਲਣਾ ਤੁਹਾਡੇ ਅੱਗੇ, ਮਜ਼ਦੂਰੀ ਵੀ ਕੀਤੀ। ਮੇਰੇ ਬੱਚਿਆਂ ਨੇ ਜਾ ਕੇ ਰੈਸਟੋਰੈਂਟਾਂ ਦੇ ਵਿੱਚ ਬਰਤਨ ਵੀ ਮਾਂਜੇ, ਨਾਲ ਪੜ੍ਹਾਈਆਂ ਕੀਤੀਆਂ। ਫਿਰ ਹੋਇਆ ਇਸ ਨਾਲ ਵੀ 2-3 ਸਾਲ ਦੇ ਬਾਅਦ ਹੀ ਪਰਮਾਤਮਾ ਨੇ ਐਸਾ ਸਬਬ ਬਣਾਇਆ ਕਿ ਸਾਨੂੰ ਜਿਹੜਾ ਸੀਗਾ ਇੱਕ ਬਿਜ਼ਨਸ ਬੜਾ ਸਸਤਾ ਮਿਲ ਗਿਆ। ਉਹ ਪੀਜ਼ਾ ਰੈਸਟੋਰੈਂਟ ਸੀ, ਉਹਨਾਂ ਕੋਲ ਚੱਲਦਾ ਨਹੀਂ ਸੀਗਾ, ਤੇ ਨਾਲ ਬੀਅਰ ਬਾਰ ਸੀਗੀ। ਉਹਦੇ ਵਿੱਚ ਸਾਨੂੰ ਬੜਾ ਸਸਤਾ ਬਿਜ਼ਨਸ ਮਿਲਣ ਕਰਕੇ 2001 ਦੇ ਵਿੱਚ ਸਾਨੂੰ ਉਹ ਬਿਜ਼ਨਸ ਮਿਲਿਆ, ਤੇ ਅਸੀਂ ਉਹ ਬਿਜ਼ਨਸ ਕੇਵਲ ਜੀ 16 ਸਾਲ ਚਲਾਇਆ। ਉਹਨਾਂ ਦੇ ਵਿੱਚ ਬਿਜ਼ਨਸ ਦੇ ਵਿੱਚੋਂ ਹੀ ਅਸੀਂ ਜਿਹੜੀ ਹੈ ਸਾਰੇ ਖਰਚੇ ਬੱਚਿਆਂ ਦੀ ਪੜ੍ਹਾਈ ਦੇ ਉਹਨਾਂ ਵਿੱਚੋਂ ਹੀ ਕੀਤੇ। ਮੇਰਾ ਬੇਟਾ ਜਿਹੜੀ ਪੜ੍ਹਾਈ ਕਰਦਾ ਸੀ, ਉਹਦੇ ਇੱਕ ਦਿਨ ਦੀ ਕਲਾਸ ਦਾ ਖਰਚਾ ਜਿਹੜਾ ਸੀਗਾ $700 ਇੱਕ ਦਿਨ ਦਾ ਸੀਗਾ, $700 ਫॉर 1 ਡੇ। ਤੇ ਬੱਚਿਆਂ ਨੇ ਵੀ ਸਾਡਾ ਜਿਹੜਾ ਸੀਗਾ ਬਹੁਤ ਜ਼ਿਆਦਾ ਸਾਥ ਦਿੱਤਾ ਉਸ ਬਿਜ਼ਨਸ ਦੇ ਵਿੱਚ। ਕੇਵਲ ਜੀ ਆਪਾਂ ਜਿਹੜਾ, ਲੇਕਿਨ ਜਿਹੜਾ ਸਾਡਾ ਪੈਸ਼ਨ ਸੀ ਨਾਟਕਾਂ ਦਾ, ਉਹ ਨਹੀਂ ਖਤਮ ਕੀਤਾ, ਕਿਉਂਕਿ ਅਸੀਂ ਜਿੱਥੇ ਆਪਣਾ ਘਰ ਖਰੀਦਿਆ ਸੀਗਾ ਉਹਦੇ ਸਾਹਮਣੇ ਇੱਕ ਪੰਜਾਬੀ ਭਰਾ ਸੀਗਾ, ਕਾਮਰੇਡ ਸੀਗਾ। ਉਹਨਾਂ ਦੇ ਕੋਲ ਫ੍ਰਿਜਨੋ ਦੇ ਪਰੋਂ ਸ਼ਹਿਰ ਦੇ ਵਿੱਚ ਜਿੱਥੇ ਬੜਾ ਪੰਜਾਬੀਆਂ ਦਾ ਗਾੜਾ, ਉੱਥੋਂ 4 ਸੱਜਣ ਆਏ ਜਿਹੜੀ ਉੱਥੇ ਮੇਲਾ ਕਰਾਉਂਦੇ ਸੀ ਗਦਰੀ ਬਾਬਿਆਂ ਦਾ। ਉਹਨਾਂ ਨੂੰ ਪਤਾ ਲੱਗਾ ਵੀ ਗੁਰਸ਼ਰਨ ਭਾਜੀ ਦੇ ਇੱਥੇ ਪੁੱਤਰ ਆਇਆ, ਉਹਨਾਂ ਦੇ ਕਲਾਕਾਰ ਆਏ ਹੋਏ ਨੇ। ਉਹ ਸਿੱਧੇ ਸਾਡੇ ਕੋਲ ਆ ਕੇ ਕੇਵਲ ਜੀ ਹੱਥ ਜੋੜ ਕੇ ਖੜੇ ਹੋ ਗਏ ਵੀ ਪਰਮਜੀਤ ਭਾਜੀ ਅਸੀਂ ਖੁਸ਼ਕਿਸਮਤ ਹਾਂ, ਤੁਸੀਂ ਸਾਡੇ ਇੱਥੇ ਸ਼ਹਿਰ 'ਚ ਸਾਡੇ ਦੇਸ਼ 'ਚ ਆਏ ਹੋ। ਤੇ ਅਸੀਂ ਇਹ 2 ਸਾਲ ਹੋਏ ਨੇ ਨਾਟਕ ਗਦਰੀ ਬਾਬਿਆਂ ਦੇ ਸ਼ੁਰੂ ਕੀਤੇ ਨੇ। 1 ਸਾਲ ਹੋਇਆ ਸੀ ਤੇ ਅਜੇ 1 ਸਾਲ ਹੀ ਉਹਨਾਂ ਨੂੰ ਹੋਇਆ ਸੀ। ਕਹਿੰਦੇ ਅਸੀਂ ਸਵਾਏ ਗਿੱਧੇ ਭੰਗੜਿਆਂ ਦੇ ਕੁਛ ਨਹੀਂ ਕਰਦੇ ਹੈਗੇ, ਉਹਦੇ ਵਿੱਚ ਕੀ ਕਰੀਏ, ਤੇ ਹੁਣ ਤੁਹਾਡਾ ਸਾਥ ਚਾਹੀਦਾ, ਤੁਸੀਂ ਨਾਟਕ ਸ਼ੁਰੂ ਕਰੋ। ਸੋ ਉਹਨਾਂ ਦਿਨਾਂ ਦੇ ਵਿੱਚ ਕੇਵਲ ਜੀ ਅਸੀਂ ਜਿਹੜਾ ਨਾਟਕ ਜਿਹੜੇ ਸੀਗੇ ਕਿਸ ਤਰ੍ਹਾਂ ਕਰਨੀ, ਕਿਉਂਕਿ ਬਿਜ਼ਨਸ ਦੇ ਵਿੱਚੋਂ ਟਾਈਮ ਕੱਢਣਾ ਬਹੁਤ ਮੁਸ਼ਕਲ ਸੀਗਾ। ਸੋ ਰੇਨੂ ਜੀ ਨੇ ਕੀ ਕਰਨਾ ਵੀ ਬਿਜ਼ਨਸ ਦੇ ਵਿੱਚ ਫੋਨਾਂ ਦੇ ਉੱਪਰ ਹੀ ਜਿਹੜੀ ਸੀਗੇ ਆਪਣੇ ਜਿਹੜੇ ਸਾਡੇ ਪਰਿਵਾਰ ਸੀਗੇ ਉਹਨਾਂ ਦੇ ਬੱਚਿਆਂ ਨੂੰ ਸਕ੍ਰਿਪਟਾਂ ਭੇਜ ਕੇ ਲਿਖਵਾ ਕੇ ਫੋਨਾਂ ਤੇ ਰਿਹਰਸਲਾਂ ਕਰਾਉਣੀਆਂ। ਰਾਤੀ 9 ਵਜੇ ਬਿਜ਼ਨਸ ਬੰਦ ਕਰਕੇ ਉਹਨਾਂ ਦੇ ਘਰਾਂ 'ਚ ਜਾ ਕੇ 11 ਵਜੇ ਤੱਕ ਜਿਹੜਾ ਵਾ ਤਿਆਰੀ ਕਰਵਾਉਣੀ। ਫਿਰ ਸ਼ਨੀ ਐਤਵਾਰ ਜਦੋਂ ਛੁੱਟੀ ਹੁੰਦੀ ਸੀਗੀ ਬੱਚਿਆਂ ਨੂੰ, ਉਦੋਂ ਖੁੱਲੇ 2-3 ਘੰਟੇ ਉਹਨਾਂ ਦੇ ਨਾਲ ਲਗਾਉਣੇ। ਸੋ ਇਹ ਪੈਸ਼ਨ ਜਿਹੜਾ ਸੀਗਾ ਸਾਡਾ ਇਸੇ ਤਰ੍ਹਾਂ ਚੱਲਦਾ ਰਿਹਾ। ਲੈਂਗੁਏਜ ਦੀ ਪ੍ਰੋਬਲਮ ਬੜੀ ਆਉਂਦੀ ਸੀ ਉਹਨਾਂ ਨੂੰ, ਪਹਿਲਾਂ ਲੈਂਗੁਏਜ ਠੀਕ ਕਰਵਾਈ, ਕਿਉਂਕਿ ਪੰਜਾਬੀ ਨਹੀਂ ਸੀ ਬੋਲ ਸਕਦੇ, ਉਹ ਜਿਹੜੀ ਅੰਗਰੇਜ਼ੀ ਵਰਗੀ ਪੰਜਾਬੀ ਬੋਲਦੇ ਸੀ, ਉਹ ਪਹਿਲਾਂ ਉਹਨਾਂ ਨੂੰ ਠੀਕ ਕਰਵਾਈ। ਤੇ ਫਿਰ ਇਸੇ ਵਿੱਚ ਬਿਜ਼ਨਸ ਦੇ ਵਿੱਚ ਮੇਰਾ ਬੇਟਾ, ਜਦੋਂ ਮੈਂ ਇੱਕ ਵਾਰੀ ਉਹਨਾਂ ਨੂੰ ਪੁੱਛਿਆ ਬੇਟਾ ਤੂੰ ਇੰਨੇ ਪੈਸੇ ਲੈਣਾ ਕਰਦਾ ਕੀ ਪਿਆ, ਕਹਿੰਦਾ ਪਾਪਾ ਤੁਹਾਨੂੰ ਮੇਰੇ ਤੇ ਇਤਬਾਰ ਹੈ। ਮੈਂ ਕਿਹਾ ਬੇਟਾ ਬਿਲਕੁਲ ਇਤਬਾਰ ਹੈ। ਕਹਿੰਦਾ ਫਿਰ ਜਦੋਂ ਮੈਂ ਕੁਝ ਬਣ ਜਾਵਾਂਗਾ ਫਿਰ ਦੱਸਾਂਗਾ। ਜਿਸ ਦਿਨ ਕੇਵਲ ਜੀ ਉਹ ਆਇਆ, ਉਹਨੇ ਮੈਨੂੰ ਆਪਣਾ ਲਾਇਸੈਂਸ ਲਿਆ ਕੇ ਮੇਰੇ ਹੱਥਾਂ ਤੇ ਦਿੱਤਾ ਤੇ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ। ਕਹਿੰਦਾ ਪਾਪਾ ਮੈਂ ਕਮਰਸ਼ੀਅਲ ਪਾਇਲਟ ਦਾ ਲਾਇਸੈਂਸ ਮਿਲਿਆ ਮੈਨੂੰ। ਕੀ ਬਾਤ ਹੈ। ਹਾਂਜੀ। ਤੇ ਅਮਰੀਕਾ ਤੇ ਬੇਟੀ ਜਿਹੜੀ ਸੀਗੀ ਉਹ ਲਾਸ ਐਂਜਲਸ, ਸੈਨ ਫਰਾਂਸਿਸਕੋ ਦੇ ਵਿੱਚ ਜਿਹੜਾ ਸੀਗਾ ਬੇਕਰਸਫੀਲਡ ਦੇ ਵਿੱਚ ਵੀ ਜਾਂਦੀ ਸੀਗੀ।
ਫਿਰ ਬਰਕਲੇ ਯੂਨੀਵਰਸਿਟੀ ਦੇ ਵਿੱਚ ਉਹ ਟਾਪ ਕੀਤੀ, ਫਿਰ ਲਾਸ ਐਂਜਲਸ ਵਿੱਚ ਜਾ ਕੇ ਉਹਨੇ ਜਦੋਂ ਗ੍ਰੈਜੂਏਸ਼ਨ ਕੀਤੀ ਆਪਣੀ ਉਸ ਯੂਨੀਵਰਸਿਟੀ ਤੋਂ ਟਾਪ ਕੀਤੀ। ਤਾਂ ਉਹ ਜਦੋਂ ਪੋਸਟ ਗ੍ਰੈਜੂਏਸ਼ਨ ਵਾਸਤੇ ਨਿਊਯਾਰਕ ਗਈ ਤਾਂ ਉੱਥੇ ਇੱਕ ਅਮਰੀਕਨ ਕੰਪਨੀ ਨੇ ਉਹਨੂੰ ਜਦੋਂ ਵੇਖਿਆ ਵੀ ਇਸ ਲੜਕੀ 'ਚ ਕਿੰਨਾ ਕੈਲੀਬਰ ਹੈ, ਤਾਂ ਉਹਨਾਂ ਨੇ ਜੋ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਉਹਨੂੰ ਆਫਰ ਦੇਣੀ ਸੀ ਉਹ ਉਸ ਤੋਂ ਪਹਿਲਾਂ ਹੀ ਦੇਤੀ। ਤੇ ਸਭ ਤੋਂ ਪਹਿਲਾਂ ਉਹਨੂੰ ਇੱਕ ਕਾਰਪੋਰੇਟ ਕੰਪਨੀ ਦੇ ਮੈਨੇਜਰ ਲਗਾਇਆ ਗਿਆ। 1 ਸਾਲ 'ਚ ਉਸ ਬੱਚੀ ਨੇ ਇੰਨਾ ਬਿਜ਼ਨਸ ਦਿੱਤਾ ਵੀ ਉਸ ਨੂੰ ਜਿਹੜੀ ਇਸ ਵੇਲੇ ਉਹ ਉਸ ਕਾਰਪੋਰੇਟ ਕੰਪਨੀ ਦੀ ਡਾਇਰੈਕਟਰ ਹੈ ਤੇ 150-200 ਗੋਰਾ ਦੇ ਥੱਲੇ ਕੰਮ ਕਰਦਾ ਰਿਹਾ। ਤੇ ਉਹੀ ਬੱਚੀ ਹੈ ਜਿਹਨੂੰ ਤੁਸੀਂ ਚੁੱਕ ਕੇ ਖਿਡਾਉਂਦੇ ਰਹੇ। ਹਾਂ ਨਹੀਂ ਅਸੀਂ ਖਿਡਾਉਂਦੇ ਵੀ ਸੀਗੇ ਭਾਬੀ ਜੀ। ਜਿਹੜਾ ਤੁਸੀਂ ਸ਼ਾਮ ਨੂੰ ਰਿਹਰਸਲ ਵੇਲੇ ਨਾਲ ਟਿਫਨ ਦਿੰਦੇ ਸੀ ਬੱਚਿਆਂ ਦਾ, ਰਿਹਰਸਲ 'ਚ ਤੁਸੀਂ ਲਾਗੇ ਬਹਿ ਕੇ ਖਾਂਦੇ ਰਹੇ ਹੋ, ਉਹ ਖਾ ਕੋਈ ਹੋਰ ਜਾਂਦੇ ਸੀਗੇ ਉਹ। ਬਿਲਕੁਲ, ਤੁਸੀਂ ਵੀ ਮੇਰੇ ਬੱਚੇ ਸੀ ਨਾ, ਜਦੋਂ ਤੁਸੀਂ ਘਰ ਆਉਂਦੇ ਸੀ, ਜਦੋਂ ਹਰ ਇੱਕ ਦੀ ਪਸੰਦ ਦੀ ਚੀਜ਼ ਬਣਦੀ ਸੀ, ਤੁਸੀਂ ਮੇਰੇ ਬੱਚੇ ਹੀ ਸੀਗੇ। ਮੈਨੂੰ ਲੱਗਦਾ ਨੈਂਸੀ ਮੇਰੇ ਖਿਆਲ ਸਾਡੇ ਕਿਸੇ ਇਹਦੇ ਵਿੱਚ ਜੁੜੀ ਹੈ ਨਾਲ, ਸ਼ਾਇਦ ਮੈਂ ਹੁਣੇ ਥੋੜੀ ਦੇਰ ਪਹਿਲੇ ਦੇਖਿਆ ਸੀ ਉਹਦਾ। ਹਾਂ, ਉਹਨੂੰ ਕੇਵਲ ਜੀ ਲਿੰਕ ਭੇਜਿਆ ਸੀ, ਤੁਸੀਂ ਕਹੋ ਜੇ ਹੈਗੀ ਹੈ ਇਹਦੇ ਵਿੱਚ ਆਵੇ ਸਾਹਮਣੇ ਆਵੇ। ਆਪ ਹੁਣ ਨਹੀਂ, ਪਹਿਲੇ ਲਿੰਕ ਨਜ਼ਰ ਆ ਰਿਹਾ ਸੀ ਨੈਂਸੀ ਉੱਤੇ ਲਿਖਿਆ ਹੋਇਆ। ਉਹਨਾਂ ਦੇ 3 ਘੰਟੇ ਦਾ ਟਾਈਮ ਦਾ ਵੀ ਫਰਕ ਹੈ ਸਾਡੇ ਤੋਂ, ਸ਼ਾਇਦ ਕੈਲੀਫੋਰਨੀਆ ਟਾਈਮ ਦਾ ਅੱਗੇ ਨੇ ਉਹ। ਜੀ 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 ਜੀ, ਮੈਂ ਇਹੀ ਤੇ ਮੈਂ ਦੱਸਣਾ ਚਾਹ ਰਿਹਾ ਕਿ ਬਾਕੀ ਸਾਰਿਆਂ ਨੂੰ ਵੀ, ਦੋਸਤਾਂ ਨੂੰ, ਕਿ ਦੇਖੋ ਵੀ ਆਪਣੇ ਕੰਮ ਦੇ ਪੈਸ਼ਨ ਲਈ ਆਪਣੀ ਜ਼ਿੰਦਗੀ ਨੂੰ ਵੀ ਨਾਲ, ਔਰ ਕਿਸ ਤਰ੍ਹਾਂ ਦੇ ਸੰਘਰਸ਼ ਵਿੱਚੋਂ ਲੰਘਣਾ ਪੈਂਦਾ ਹੈ ਜਦੋਂ ਤੁਸੀਂ ਬਗਾਨੀ ਧਰਤੀ ਤੇ ਜਾਂਦੇ ਹੋ। ਉੱਥੇ ਸਫਲਤਾ ਕੋਈ ਆਸਾਨੀ ਨਾਲ ਨਹੀਂ ਮਿਲਦੀ। ਸਫਲਤਾ ਵਾਸਤੇ ਕਈ ਪਾਪੜ ਵੇਲਣੇ ਪੈਂਦੇ ਆ, ਕਈ ਤਰ੍ਹਾਂ ਦੇ ਸੰਘਰਸ਼ ਕਰਨੇ ਪੈਂਦੇ ਆ, ਪਰ ਤੁਹਾਡਾ ਹੌਸਲਾ ਨਹੀਂ ਟੁੱਟਣਾ ਚਾਹੀਦਾ। ਸੋ ਤੁਸੀਂ ਜਿਸ ਤਰ੍ਹਾਂ ਹੌਸਲਾ ਰੱਖਿਆ, ਬੱਚਿਆਂ ਨੂੰ ਹੌਸਲੇ ਦੇ ਵਿੱਚ ਰੱਖਿਆ, ਉਹਨਾਂ ਨੂੰ ਪੜ੍ਹਾਇਆ ਲਿਖਾਇਆ, ਕਾਮਯਾਬ ਇਨਸਾਨ ਬਣਾਇਆ ਬੱਚਿਆਂ ਨੂੰ, ਔਰ ਇਹ ਬਹੁਤ ਵੱਡੀ ਗੱਲ ਸੀ। ਪਰਮਜੀਤ, ਮੈਨੂੰ ਪਤਾ ਤੁਸੀਂ ਖੁਦ ਪਰਮਜੀਤ ਭਾਜੀ ਹਾਰਮੋਨੀਅਮ ਵਜਾਉਂਦੇ ਆ, ਪਰ ਤੁਸੀਂ ਨਾਲ ਤਬਲੇ ਦੀ ਸੰਗਤ ਕਰਦੇ ਹੋ, ਜਦੋਂ ਕਿ ਤੁਸੀਂ ਪਹਿਲੇ ਨਹੀਂ ਸੀ ਤਬਲਾ ਵਜਾਉਂਦੇ, ਹੈ ਨਾ? ਤੇ ਤੁਸੀਂ ਉਹ ਫਿਰ ਬਾਅਦ ਵਿੱਚ ਢੋਲ ਵੀ ਸਿੱਖਿਆ, ਤੁਸੀਂ ਸਾਰੇ ਇੰਸਟਰੂਮੈਂਟ ਹੁਣ ਵਜਾ ਲੈਂਦੇ ਹੋ। ਹਾਂਜੀ, ਇਹ ਕੀ ਪਹਿਲੀ ਮੈਂ ਵੇਖਿਆ ਅਮਰੀਕਾ ਦੇ ਵਿੱਚ ਪਹਿਲੀ ਔਰਤ ਹੋਏਗੀ ਜਿਹਨੇ ਢੋਲ ਸਿੱਖਿਆ ਹੋਏਗਾ। ਹਾਂਜੀ, ਉਹ ਗੱਲ ਇਸ ਤਰ੍ਹਾਂ ਹੈ ਕਿ ਵੀ ਮੈਂ ਚਾਹੁੰਦੀ ਸਾਂ ਕਿ ਮੈਂ ਆਪਣੇ ਹਸਬੰਡ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਨਾਲ ਸਾਥ ਦੇਵਾਂ, ਔਰ ਜਿਹੜੀ ਇਹ ਕੰਮ ਕਰ ਭਾਬੀ ਜੀ, ਇਹ ਸਿਰਫ ਸਾਥ ਹੀ ਦੇਣਾ ਚਾਹੁੰਦੇ ਸੀ ਕਿ ਧਿਆਨ ਰੱਖਣਾ ਚਾਹੁੰਦੇ ਸੀਗੇ ਕਿ ਨਹੀਂ, ਦੋਨੋਂ ਗੱਲਾਂ ਹੁੰਦੀਆਂ ਨਾ, ਦੋਨੋਂ ਗੱਲਾਂ ਆ ਜਾਂਦੀਆਂ ਨੇ, ਹੈ ਨਾ? ਕਿਉਂਕਿ ਵਿਸ਼ਵਾਸ ਤੇ ਹੈ ਹੀ ਸੀ, ਪਰ ਨਾਲ ਨਾਲ ਮੈਂ ਰਵਾਂਗੀ ਤੇ ਹੋਰ ਜ਼ਿਆਦਾ ਵਿਸ਼ਵਾਸ ਬਣ ਜਾਏਗਾ, ਉਹਨਾਂ ਦਾ ਵੀ ਤੇ ਮੇਰਾ ਵੀ, ਹੈ ਨਾ? ਤੇ ਉਹ ਪਹਿਲਾਂ ਸਿਖਾਇਆ ਸੀ ਬੌਬੀ ਨੂੰ, ਜਦੋਂ ਅਸੀਂ ਇੱਥੇ ਆਉਣ ਲੱਗੇ ਸੀ ਉਹਨੂੰ ਹੀ ਸਿਖਾਇਆ ਸੀਗਾ ਕਿ ਬੇਟਾ ਤੂੰ ਆਪਣੇ ਪਾਪਾ ਦੇ ਨਾਲ ਦੋਸਤ ਬਣ ਕੇ ਰਹਿਣਾ ਤੇ ਉਹਨਾਂ ਦੇ ਨਾਲ ਸਾਥ ਦੇਣਾ। ਮੈਂ ਚਾਹੁੰਦੀ ਸਾਂ ਮੇਰੇ ਬੱਚੇ ਹਮੇਸ਼ਾ ਸਾਡੀ ਜ਼ਿੰਦਗੀ ਦੇ ਨਾਲ ਨਾਲ ਹੀ ਚੱਲਣ, ਤੇ ਉਹਨਾਂ ਨੂੰ ਇੱਥੇ ਵੀ ਜਦੋਂ ਆਏ ਨੇ, ਉਹ ਪੜ੍ਹਾਈ ਦੇ ਨਾਲ ਨਾਲ ਡਰਾਮੇ ਵੀ ਉਹਨਾਂ ਨੂੰ ਕਰਾਉਂਦੇ ਨੇ। ਭਗਤ ਸਿੰਘ ਦਾ ਰੋਲ ਕਰਦਾ ਰਿਹਾ ਬੌਬੀ, ਔਰ ਹਰ ਰੋਲ ਦੇ ਵਿੱਚ ਉਹਨੂੰ ਨਾਲ ਰੱਖਦੇ ਰਹੇ ਆ, ਨਾਲ ਨੈਂਸੀ ਨੂੰ ਰੱਖਦੇ ਰਹੇ ਆ। ਪਰ ਇਹਦਾ ਨਾ ਕਿ ਇਹਨਾਂ ਦੇ ਨਾਲ ਰਹਿਣ ਦਾ ਹੀ ਗੱਲ ਸੀਗਾ ਕਿ ਵੀ ਉਹਨੇ ਸਾਥ ਨਹੀਂ ਦਿੱਤਾ ਮੁੜ ਕੇ, ਕਿਉਂਕਿ ਕਾਫੀ ਪੜ੍ਹਾਈ ਬਹੁਤ ਮੁਸ਼ਕਲ ਹੋਣ ਕਰਕੇ, ਜ਼ਿਆਦਾ ਨਾ ਕਿ ਰੁਝੇਵੇਂ ਹੋਣ ਕਰਕੇ ਬੱਚਿਆਂ ਦਾ, ਫਿਰ ਉਹ ਨਹੀਂ ਸੀ ਜਾ ਸਕਦਾ ਕਿਤੇ। ਤੇ ਫਿਰ ਮੈਂ ਹੌਲੀ ਹੌਲੀ ਹੱਥ ਮਾਰਨਾ ਸ਼ੁਰੂ ਕੀਤਾ, ਕਿਉਂਕਿ ਬਚਪਨ ਦੇ ਵਿੱਚ ਸਕੂਲ ਦੇ ਵਿੱਚ ਥੋੜੇ ਬਹੁਤੇ ਸਾਨੂੰ ਤਾਲ ਆਉਂਦੇ ਸੀਗੇ, ਉਹ ਤਾਲ ਫਿਰ ਮੈਂ ਇਹਦੇ ਉੱਤੇ ਉਤਾਰੇ। ਤੇ ਥੋੜਾ ਜਿਹਾ ਸਾਨੂੰ ਉਹਦੇ ਵਿੱਚ ਸਾਡੇ ਗੁਰਦੁਆਰੇ ਮੈਂ ਜਾ ਕੇ, ਮਲਕੀਤ ਸਿੰਘ ਜੀ ਹੈਗੇ ਨੇ ਸਾਡੇ, ਉਹ ਬੱਚਾ ਮੇਰਾ ਬਣਿਆ ਹੋਇਆ, ਤੇ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਮੈਂ ਭਾਬੀ ਜੀ ਤੁਹਾਨੂੰ ਇਹ ਚੀਜ਼ ਦਾ ਨਾ ਗਿਆਨ ਦਿਆਂਗਾ, ਕਿਉਂਕਿ ਮੈਂ ਬੜਾ ਖੁਸ਼ ਹਾਂ ਤੁਹਾਡੇ ਤੇ, ਤੁਸੀਂ ਇਹਨਾਂ ਨਾਲ ਇਹਨਾਂ ਦਾ ਸਾਥ ਦਿੰਦੇ ਹੋ, ਤੇ ਮੈਂ ਤੁਹਾਡਾ ਨਾ ਕਿ ਇਹਦੇ ਚ ਤਬਲੇ ਚ। ਉਹਨਾਂ ਨੇ ਮੈਨੂੰ ਥੋੜੇ ਬਹੁਤੇ ਤਾਲ ਦੱਸੇ ਤੇ ਉਹ ਮੈਂ ਘਰ ਪ੍ਰੈਕਟਿਸ ਕਰਦੀ ਰਹੀ ਹਾਂ, ਤੇ ਉਹਨਾਂ ਦੀ ਮਿਹਰਬਾਨੀ ਨਾਲ ਅੱਜ ਮੈਂ ਇਹਨਾਂ ਦੇ ਨਾਲ ਬੈਠੀ। ਤੇ ਫਿਰ ਜਿਹੜਾ ਤੁਸੀਂ ਢੋਲ ਵਜਾਉਂਦੇ ਹੋ, ਢੋਲ ਦੇ ਨਾਲ ਕੋਈ ਭੰਗੜੇ ਵਗੈਰਾ ਜਾਂ ਗੀਤ, ਕੋਈ ਸੰਗੀਤ ਦੇ ਡਾਂਸ ਵਗੈਰਾ ਕਰਵਾਉਂਦੇ ਗਰੁੱਪ ਚ? ਹਾਂਜੀ, ਉਹ ਸਵੇਰੇ ਅਸੀਂ ਯੋਗਾ ਕਰਦੇ ਆ, 4 ਵਜੇ ਮੈਂ ਉੱਠਦੀ ਆ, ਤੇ 5:30 ਵਜੇ ਉੱਠ ਕੇ ਤੇ ਅਸੀਂ ਉਸ ਤੋਂ ਬਾਅਦ ਜਦੋਂ ਯੋਗਾ ਦੀਆਂ ਐਕਸਰਸਾਈਜ਼ ਕਰਨੀਆਂ ਹੁੰਦੀਆਂ ਨੇ, ਉਹ ਮੈਂ ਢੋਲ ਵਜਾਨੀ ਆ, ਤੇ ਉਹ ਵੱਖਰੀ ਵੱਖਰੀਆਂ ਬੀਟਸ ਦੇ ਉੱਤੇ ਇਹਨਾਂ ਦੇ ਕੋਲੋਂ ਮੈਂ ਉਹ ਭੰਗੜੇ ਦੇ ਸਟੈਪਸ ਕਰਵਾਨੀ ਆ, ਤੇ ਨਾਲ ਵੱਖਰੇ ਵੱਖਰੇ ਫੋਕ ਜਿਹੜੇ ਇੰਸਟਰੂਮੈਂਟਸ ਨੇ ਉਹ ਅਸੀਂ ਰੱਖੇ ਹੋਏ ਨੇ, ਕਾਂਟੋ ਤੇ ਉਹ ਸੱਪ ਤੇ ਇਹ ਉਹ ਫਿਰ ਵੱਖਰੇ ਵੱਖਰੇ ਬੀਟਸ ਦੇ ਉੱਤੇ ਵੱਖਰੇ ਵੱਖਰੀਆਂ ਚੀਜ਼ਾਂ ਲੈ ਕੇ ਤੇ ਉਹ ਡਾਂਸ ਕਰਦੇ ਨੇ, ਭੰਗੜਾ ਪਾਉਂਦੇ ਨੇ, ਤੇ ਮੈਂ ਢੋਲ ਵਜਾਨੀ। ਇਹਨਾਂ ਦੇ ਇਸ਼ਾਰਿਆਂ ਤੇ ਨੱਚੀਦਾ ਸਵੇਰੇ 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 ਦਿਨ ਵਧੀਆ ਸਾਫ ਨਿਕਲਦਾ, ਦਿਨ ਸਾਰਾ ਦਿਨ ਵਧੀਆ ਨਿਕਲ ਜਾਂਦਾ ਹੈ, 24 ਘੰਟੇ 1 ਘੰਟਾ ਅਸੀਂ। ਇਹ ਬਹੁਤ ਅੱਛੀ ਗੱਲ ਇੱਕ ਤੁਸੀਂ ਦੱਸੀ ਹੈ, ਨਵੀਂ ਗੱਲ ਹੈ ਵੈਸੇ, ਕਿ ਸਾਡੇ ਜਿਹੜੇ ਫੋਕ ਇੰਸਟਰੂਮੈਂਟ ਹੈ ਤੁਸੀਂ ਜਦੋਂ ਯੋਗਾ ਵੀ ਕਰਦੇ ਹੋ ਉਦੋਂ ਵੀ ਵਜਾਉਂਦੇ ਹੋ, ਇਹ ਬੜੀ
ਕਿ ਦੋ ਹਾਂਜੀ। ਚੀਜ਼ਾਂ ਜਿਹੜੀਆਂ ਉਹਨਾਂ ਨੂੰ ਤੁਸੀਂ ਸਿਹਤ ਨੂੰ, ਫੋਕ ਇੰਸਟਰੂਮੈਂਟ ਨੂੰ ਕਿਵੇਂ ਨਾਲ ਕੋਲੈਬੋਰੇਟ ਕਰਕੇ ਤੇ ਉਹ ਜਿਹੜਾ ਮੈਂਟਲੀ ਕਿੱਦਾਂ ਤੁਸੀਂ ਸਟ੍ਰੈਸ ਜਿਹੜੀ ਹੈ ਉਹਨੂੰ ਦੂਰ ਕਰਦੇ ਹੋ ਤੁਸੀਂ ਸਾਰਾ ਕੁਝ। ਉਹ ਜਿਸ ਤਰ੍ਹਾਂ ਉਹ ਲੱਠੇ ਦੀ ਚਾਦਰ ਹੈ, ਉਹਦੇ ਵਿੱਚ ਉਹ ਪੂਰੇ ਡਾਂਡੀਆਂ ਵਜਾਉਂਦੇ ਨੇ, ਲੱਠੇ ਦੀ ਚਾਦਰ ਉੱਤੇ ਸਲੇਟੀ ਬੀਚ ਦੇ ਰੰਗ ਉੱਪਰ ਮਾਇਆ, ਉਹ ਪੂਰਾ ਹਾਂ। ਬੀਟਸ ਨਾਲ। ਨਾਲ ਉਹ ਡਾਂਡੀਆ ਹੋ ਜਾਂਦਾ ਹੈ, ਫਿਰ ਉਹ ਕਾਂਟੋ ਹੋ ਜਾਂਦੀ ਹੈ, ਫਿਰ ਕਾਂਟੋ। ਸੱਪ ਦਾ ਐਕਸ਼ਨ ਹੋ ਜਾਂਦਾ ਹੈ, ਫਿਰ ਚਿਮਟੇ ਦਾ ਐਕਸ਼ਨ ਹੋ ਜਾਂਦਾ ਹੈ। ਸਾਰੇ ਐਕਸ਼ਨ ਉਹਦੇ ਵਿੱਚ ਹੁੰਦੇ ਨੇ। 6-7 ਮਿੰਟ ਦਾ ਪੈਕੇਜ ਹੈ ਸਾਡਾ ਐਕਸਰਸਾਈਜ਼ ਦਾ। ਹਾਂਜੀ। ਬਹੁਤ ਇਹਨਾਂ ਦੀ ਢੋਲ ਦੀ ਪ੍ਰੈਕਟਿਸ ਹੋ ਜਾਂਦੀ, ਮੇਰੀ ਐਕਸਰਸਾਈਜ਼ ਹੋ ਜਾਂਦੀ, ਇਹਨਾਂ ਦੇ ਭੰਗੜੇ ਦੇ ਸਟੈਪ ਹੋ ਜਾਂਦੇ ਨੇ। ਪਤਾ ਨਹੀਂ ਤੁਹਾਡੇ ਬੱਚਿਆਂ ਦੇ ਵਿਆਹ ਤੇ ਕਿੱਥੇ ਲੋੜ ਪੈ ਜੇ ਸਾਨੂੰ। ਬਿਲਕੁਲ ਤੇ ਬਿਲਕੁਲ ਉਹ ਕਾਮਯਾਬੀ ਦਾ ਰਾਜ਼ ਇਹ ਹੈਗੇ ਨੇ ਜਿਹੜੇ ਅੱਜ ਤੁਸੀਂ ਦੇਖ ਰਹੇ ਹੋ ਵੀ ਅੱਜ ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਰੱਖੇ ਨੇ ਤੁਹਾਡੇ ਭਰਾ ਜੀ। ਬਿਲਕੁਲ ਨਹੀਂ ਪਰਮਜੀਤ ਭਾਜੀ ਵੈਸੇ ਇਸ ਗੱਲੋਂ ਬਹੁਤ ਅਸੀਂ ਜਦੋਂ ਮੈਂ 1978 ਚ ਪਹਿਲੀ ਵਾਰੀ ਦੇਖਿਆ ਸੀਗਾ ਤੇ ਅੱਜ ਜਿਹੜੀ ਕਿ ਉਸ ਗੱਲ ਨੂੰ ਕਿੰਨੀ 40 ਸਾਲ ਹੈ ਨਾ 42 ਸਾਲ 42 ਸਾਲ ਤੇ ਯਾਨੀ ਕਿ ਮੈਂ ਉਦਾਂ ਦੇ ਉਦਾਂ ਹੀ ਦੇਖ ਰਿਹਾ ਪਰਮਜੀਤ ਭਾਜੀ ਉਸੇ ਤਰ੍ਹਾਂ ਹੀ ਬਿਲਕੁਲ। ਉਹ ਕਹਿੰਦੇ ਨੇ ਨਾ ਇੱਕ ਆਦਮੀ ਦੇ ਪਿੱਛੇ ਜਨਾਨੀ ਦਾ ਹੱਥ ਹੁੰਦਾ ਕਾਮਯਾਬ ਹੋਣ ਦੇ ਵਿੱਚ, ਇਹਨਾਂ ਦਾ ਆਦਮੀ ਦੇ ਪਿੱਛੇ ਜਨਾਨੀ ਦਾ ਹੱਥ ਹੈ ਕਾਮਯਾਬ ਹੋਣ ਦੇ। ਸ਼ੇਰਦਾਰ। ਅੱਛਾ ਬਿਲਕੁਲ ਅਸੀਂ ਇਹ ਮੰਨ ਲੈਂਦੇ ਹਾਂ, ਬਿਲਕੁਲ ਮੰਨਦੇ ਹਾਂ। ਕਿਉਂਕਿ ਤੁਸੀਂ ਤੇ ਦੇਖਿਆ ਮੈਨੂੰ ਸ਼ੁਰੂ ਤੋਂ, ਮੈਂ ਤਾਂ ਬੱਚਿਆਂ ਵਰਗਾ ਤੁਹਾਨੂੰ ਵੀ ਪਾਲਿਆ ਵਾ। ਬਿਲਕੁਲ ਬਿਲਕੁਲ ਕਿਉਂ ਨਹੀਂ ਭਾਜੀ। ਸੋ ਮੈਂ ਹੁਣ ਉਹਨਾਂ ਸਾਡੇ ਜਿਹੜੇ ਅੱਜ ਵੈਸੇ ਬਹੁਤ ਪਹਿਲੇ ਸਾਡੇ ਨਾਲ ਇਹਦੇ ਉੱਪਰ ਇੰਨੇ ਦਰਸ਼ਕ ਨਹੀਂ ਜੁੜਦੇ ਜਿਹੜੇ ਬਾਅਦ ਚ ਸੁਣਦੇ ਆ। ਅੱਜ ਸਾਡੇ ਇਹਦੇ ਨਾਲ ਸਾਹਮਣੇ ਬੜੇ ਦਰਸ਼ਕ, ਕਿਉਂਕਿ ਮੈਂ ਲੈਪਟਾਪ ਤੇ ਬਹੁਤ ਸਾਰੇ ਕੋਈ 25-30 ਚਿਹਰੇ ਮੇਰੇ ਸਾਹਮਣੇ ਆ ਰਹੇ ਆ ਤੇ ਕਿਸੇ ਦੋਸਤ ਨੇ ਕੁਝ ਪੁੱਛਣਾ ਹੋਵੇ, ਕੋਈ ਗੱਲ ਕਰਨੀ ਹੋਵੇ। ਹਾਂਜੀ ਹਾਂ ਕਿਸੇ ਨੇ ਕੋਈ ਸਵਾਲ, ਹੀਰਾ ਕੁਝ ਪੁੱਛਣਾ ਚਾਹ ਰਿਹਾ, ਹੀਰਾ ਰੰਧਾਵਾ। ਹਾਂਜੀ ਜੀ ਭਾਜੀ ਬਹੁਤ ਖੂਬਸੂਰਤ ਗੱਲਾਂ ਹੋ ਰਹੀਆਂ ਨੇ ਔਰ ਕਮਾਲ ਦਾ ਕੰਮ ਤੁਸੀਂ ਕੀਤਾ ਵਾ ਜਾ ਕੇ ਦੂਸਰੀ ਧਰਤੀ ਦੇ ਉੱਤੇ ਵੀ, ਹਿੰਦੁਸਤਾਨ ਤੋਂ ਜਦੋਂ ਬਾਹਰ ਗਏ ਹੋ। ਖੈਰ ਪਹਿਲਾਂ ਤੇ ਗੇੜੀ ਲਾਉਂਦੇ ਹੁੰਦੇ ਸੀ, ਹੁਣ ਤੁਸੀਂ ਪੱਕੇ ਤੌਰ ਤੇ ਜਦੋਂ ਉੱਥੇ ਵੱਸ ਗਏ ਤੇ ਆਪਣਾ ਬੜਾ ਇੱਕ ਨਾਮ ਨਵੇਕਲਾ ਜਿਹਾ ਇੱਕ ਸਥਾਨ ਬਣਾਇਆ ਆ ਔਰ ਤੁਹਾਨੂੰ ਇਸ ਗੱਲ ਦੀਆਂ ਬਹੁਤ ਵਧਾਈਆਂ ਹੋਣ। ਬਹੁਤ ਖੂਬਸੂਰਤ ਗੱਲ ਹੈ। ਔਰ ਮੈਂ ਦੱਸ ਦੇਵਾਂ ਕਿ ਮੈਂ ਜਦੋਂ ਨਾਟਕ ਖੇਤਰ ਵਿੱਚ ਪੈਰ ਪਾਇਆ ਉਹ ਵੀ ਭਾਜੀ ਪਰਮਜੀਤ ਹੋਣਾ ਦੀ ਬਦੌਲਤ ਪਾਇਆ। ਇਹਨਾਂ ਦੇ ਦੋਸਤ ਹੁੰਦੇ ਸੀਗੇ ਸਾਡੇ ਟਿਊਬਲ ਕਾਰਪੋਰੇਸ਼ਨ ਚ ਜੁਗਰਾਜ ਸਿੰਘ, ਉਹਨਾਂ ਕਿਹਾ ਵੀ ਮੇਰਾ ਦੋਸਤ ਯਾਰ ਉੱਥੇ ਪੰਜਾਬ ਨੈਸ਼ਨਲ ਬੈਂਕ ਵਿੱਚ ਲੱਗਾ ਹੋਇਆ ਪਰਮਜੀਤ, ਜੇ ਤੂੰ ਨਾਟਕ ਕਰਨਾ ਹੈ ਤੇ ਮੈਂ ਤੈਨੂੰ ਉਹਨਾਂ ਨਾਲ ਮਿਲਾਉਣਾ। ਫਿਰ ਇਹਨਾਂ ਨਾਲ ਸਭ ਤੋਂ ਪਹਿਲਾਂ ਮੈਨੂੰ ਮਿਲਾਇਆ ਸੀਗਾ। ਇਹਨਾਂ ਨੇ ਫਿਰ ਭਾਜੀ ਗੁਰਸ਼ਰਨ ਸਿੰਘ ਹੋਣਾ ਕੋਲ ਮੈਨੂੰ ਇਹ ਲੈ ਕੇ ਗਏ ਸੀ ਔਰ ਮੈਂ ਅੱਜ ਤੱਕ ਤੁਹਾਡਾ ਸ਼ੁਕਰਗੁਜ਼ਾਰ ਹਾਂ ਇਸ ਸੈਂਟਰ। ਜੀ ਜੀ ਆਪਣਾ ਕੇਵਲ ਜੀ ਸਾਡੇ ਭੈਣ ਜੀ ਫਾਇਜ਼ਾ ਅਖਤਰ ਜੀ ਪਾਕਿਸਤਾਨ ਤੋਂ ਨੇ, ਜਿਨ੍ਹਾਂ ਨੇ ਸਾਨੂੰ ਬੁਲਾਇਆ ਸੀ। ਸਾਡੇ ਅਮਰੀਕਾ ਰਹਿੰਦੇ ਨੇ, ਅੱਜ ਕੱਲ ਪਾਕਿਸਤਾਨ ਗਏ ਹੋਏ ਨੇ। ਇਹਨਾਂ ਦੇ ਕੋਲ ਅਸੀਂ ਹੋ ਕੇ ਆਏ ਹਾਂ। ਇਹਨਾਂ ਦਾ ਆਸ਼ੀਰਵਾਦ ਲਓ, ਫਾਇਜ਼ਾ ਇਹਨਾਂ ਦਾ ਆਸ਼ੀਰਵਾਦ ਲਵੋ। ਕੀ ਬਾਤ ਹੈ। ਤੁਸੀਂ ਭੈਣ ਜੀ ਕੁਝ ਕਹਿਣਾ ਚਾਹੁੰਦੇ ਹੋ? ਫੈਜ਼ਾ ਭੈਣ ਜੀ ਆਪਣਾ ਅਨਮਿਊਟ ਕਰ ਲਓ, ਅਨਮਿਊਟ ਕਰੋ, ਮਾਈਕ ਆਨ ਕਰ ਲਓ। ਤੁਹਾਡਾ ਮਾਈਕ ਆਨ ਨਹੀਂ ਹੈ ਫੈਜ਼ਾ ਭੈਣ ਜੀ। ਹਾਂਜੀ ਅਨਮਿਊਟ ਕਰ ਲਿਆ। ਹਾਂਜੀ ਹੁਣ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਕਹੋ। ਹੁਣ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਬੜੇ ਪਿਆਰੇ ਦੋਸਤ ਤੁਹਾਡੇ ਕੋਲ ਬੈਠੇ ਨੇ, ਲਾਹੌਰ ਆਏ ਸਨ। ਲਾਹੌਰ ਦੀ ਸਾਰੀ ਸੈਰ ਕਰਾਈ ਇਹਨਾਂ ਨੂੰ, ਨਨਕਾਣਾ ਸਾਹਿਬ ਲੈ ਕੇ ਗਏ, ਪੰਜਾ ਸਾਹਿਬ ਲੈ ਕੇ ਗਏ, ਕਰਤਾਰਪੁਰ ਲੈ ਕੇ ਗਏ। ਸਾਰੀਆਂ ਜਗ੍ਹਾ ਤੇ ਇਹਨਾਂ ਨੇ ਕੀਰਤਨ ਕੀਤਾ। ਬਾਬਾ ਬੁੱਲੇ ਸ਼ਾਹ ਨਾਟਕ, ਹਾਂ ਬਾਬਾ ਬੁੱਲੇ ਸ਼ਾਹ ਸੀ ਗਏ ਸਲਾਮ ਕਰਨ ਵਾਸਤੇ। ਕੀ ਬਾਤ। ਸਭ ਜਗ੍ਹਾ ਤੇ ਇਹਨਾਂ ਨੂੰ ਲੈ ਕੇ ਗਏ ਸੈਰ ਕਰਨ ਵਾਸਤੇ। ਉੱਥੋਂ ਮੈਨੂੰ ਅੱਜ ਦੱਸ ਰਿਹਾ ਸਨ ਇਹ ਸਨਮਾਨਿਤ ਕੀਤਾ ਉਹਨਾਂ ਨੇ ਜੀ ਜੀ ਬਾਬੇ ਬੁੱਲੇ ਸ਼ਾਹ ਜੀ 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 ਬਿਲਕੁਲ। ਤੇ ਉੱਥੇ ਸ਼ਾਹਿਦ ਨਦੀਮ ਜੀ ਕੋਲ ਵੀ ਇਹ ਸਾਡੇ ਨਾਲ ਕੇਵਲ ਜੀ ਗਏ ਸੀਗੇ ਮਿਲਾਉਣ ਵਾਸਤੇ, ਇਹੀ ਲੈ ਕੇ ਗਏ ਸੀ ਸਾਨੂੰ। ਅੱਛਾ 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 ਅੱਛਾ। ਹਾਂਜੀ ਮੈਂ ਕਿਹਾ ਸਾਹਿਬ ਸਿੰਘ ਕੁਝ ਕਹਿ ਰਿਹਾ ਸੀ, ਸਾਹਿਬ ਸਿੰਘ ਕੁਝ ਕਹਿਣਾ ਚਾਹ ਰਿਹਾ। ਹਾਂਜੀ ਹਾਂਜੀ ਨਹੀਂ ਮੈਂ ਵਿੱਚ ਮੈਂ ਬੋਲ ਨਹੀਂ ਰਿਹਾ, ਮੈਂ ਤਾਂ ਨਾ ਸੁਣ ਰਿਹਾ ਸੀ ਸਾਰੀ ਗੱਲਬਾਤ, ਬੜਾ ਆਨੰਦ ਆ ਰਿਹਾ ਸੀ। ਕਿਉਂਕਿ ਜਦੋਂ ਗੁਰਸ਼ਰਨ ਭਾਜੀ ਚੰਡੀਗੜ੍ਹ ਆਏ, ਜਦੋਂ ਅੰਮ੍ਰਿਤਸਰ ਤੋਂ ਸ਼ਿਫਟ ਹੋ ਗਏ, ਤੇ 2-3 ਨਾਮ ਸੀ ਜਿਹੜੇ ਅਸੀਂ ਵਾਰ-ਵਾਰ ਸੁਣਦੇ ਸੀ, ਕੇਵਲ ਧਾਲੀਵਾਲ ਤੇ ਪਰਮਜੀਤ ਭਾਜੀ। ਇਹ ਸਾਨੂੰ ਜਦੋਂ ਸੰਗੀਤ ਦੀ ਕੋਈ ਗੱਲ ਚੱਲਦੀ ਸੀ ਤਾਂ ਪੰਮੀ ਭਾਜੀ ਦਾ ਨਾਮ ਭਾਜੀ ਵਾਰ-ਵਾਰ ਲੈਂਦੇ ਸੀ। ਤੇ ਜਦੋਂ ਭਾਜੀ ਨੂੰ ਯਾਦ ਹੋਣਾ ਅਸੀਂ ਬੰਬੇ ਗਏ ਭਾਜੀ ਦੇ ਨਾਲ, ਰੋਜ਼ੀ ਜੌਂਜੀ ਵੀ ਨਾਲ, ਮੈਂ ਤੇ ਰੋਜ਼ੀ ਤੇ ਇੱਕ ਸੀਰਤ ਸੀ ਲੜਕੀ, ਅਸੀਂ ਚੰਡੀਗੜ੍ਹੋਂ ਸੀ, ਬਾਕੀ ਸਾਰੀ ਟੀਮ ਅੰਮ੍ਰਿਤਸਰ ਤੋਂ ਸੀ। ਤੇ ਅਸੀਂ ਉੱਥੇ ਬੜਾ ਅੱਛਾ ਟੂਰ ਸੀ ਅੰਮ੍ਰਿਤਸਰ ਦਾ, ਤੇ ਉਹ ਪਰਮਜੀਤ ਭਾਜੀ ਨਾਲ। ਫਿਰ ਜਦੋਂ ਕੇਵਲ ਭਾਜੀ ਨਾਲ ਨਾਟਕ ਕਰਨੇ ਸ਼ੁਰੂ ਕੀਤੇ, ਉਦੋਂ ਵੀ ਤੁਹਾਡੇ ਕੋਲ ਜਾ ਕੇ ਬੈਂਕ 'ਚ ਬੈਠੀ ਦਾ ਸੀ, ਬੈਂਕ ਵਿੱਚ ਜਾ ਕੇ ਤੁਹਾਡੇ ਕੋਲ ਚਾਹ ਪੀ ਕੇ ਆਉਂਦੇ ਸੀ, ਤੁਹਾਡੇ ਘਰੇ ਵੀ ਜਾਂਦੇ ਰਹੇ। ਤੇ ਭਾਜੀ ਤੁਹਾਡੇ ਗੀਤ ਸੰਗੀਤ ਨੂੰ ਸੁਣਦੇ ਹੋਏ ਸਾਡੇ ਮਤਲਬ ਕੰਨਾਂ ਦੇ ਵਿੱਚੋਂ ਆਵਾਜ਼ਾਂ ਹੁਣ ਵੀ ਗੂੰਜਦੀਆਂ, ਜਿਹੜੇ ਐਕਸ਼ਨ ਸੌਂਗ ਤੁਸੀਂ ਗਾਉਂਦੇ ਸੀਗੇ।
ਇੰਨੇ ਜ਼ਿਆਦਾ, ਤੇ ਫਿਰ ਤੁਸੀਂ ਐਕਟਿੰਗ ਵੀ ਭਾਜੀ ਨਾਲ ਕਰਦੇ ਰਹੇ ਹੋ। ਤਾਂ ਸਾਨੂੰ ਤਾਂ ਹਮੇਸ਼ਾ ਇੱਕ ਨਾ ਆਸ਼ੀਰਵਾਦ ਮਹਿਸੂਸ ਹੁੰਦਾ ਤੁਹਾਡੇ ਤੋਂ ਕਿ ਤੁਸੀਂ ਉਸ ਗੁਰਸ਼ਰਨ ਸਿੰਘ ਖਾਨਦਾਨ ਦੇ ਤੁਸੀਂ ਵੱਡੇ ਮੈਂਬਰ ਹੋ, ਤੁਸੀਂ ਸੀਨੀਅਰ ਮੈਂਬਰ ਹੋ, ਤੇ ਹਮੇਸ਼ਾ ਤੁਹਾਡੇ ਤੋਂ ਜਿਹੜਾ ਪਿਆਰ ਮਿਲਦਾ ਉਹ ਬਹੁਤ ਬਹੁਤ ਵੱਡਾ ਸਤਿਕਾਰ ਹੁੰਦਾ। ਸਵਾਲ ਤੇ ਛੱਡਿਆ ਕੋਈ ਨਹੀਂ ਕੇਵਲ ਭਾਜੀ ਨੇ, ਸਾਰੇ ਤੁਹਾਡੀ ਜ਼ਿੰਦਗੀ ਦਾ ਜਿਹੜਾ ਨਿਚੋੜ ਹੈ ਉਹ ਸਾਹਿਬ ਜੀ ਤੁਸੀਂ ਤੇ ਕੇਵਲ ਧਾਲੀਵਾਲ ਇਸ ਵੇਲੇ ਜੋ ਕਰ ਰਹੇ ਹੋ ਨਾ, ਉਹ ਬਹੁਤ ਵੱਡਾ ਕੰਮ ਕਰ ਰਹੇ ਹੋ। ਤੁਸੀਂ ਚਲਦੀ ਫਿਰਦੀ ਸੰਸਥਾ ਹੋ ਦੋਨੋਂ ਜਾਣੇ। ਥੈਂਕ ਯੂ ਭਾਜੀ, ਤੁਹਾਡਾ ਆਸ਼ੀਰਵਾਦ ਹੈ। ਤੁਸੀਂ ਉਹਦੇ ਕੇਵਲ ਜੀ ਉਹਦੇ ਵਾਸਤੇ ਮੈਂ ਇੱਕ ਸ਼ੇਅਰ ਜ਼ਰੂਰ ਕਵਾਂਗੀ ਤੁਹਾਡੇ ਵਾਸਤੇ। काम करो ऐसा कि पहचान बने, हर कदम चलो ऐसे कि निशान बने, ये जिंदगी तो सब काट लेते हैं, जिंदगी ऐसे जियो कि मिसाल बने, जो तुसी कर रहे हैं। एक साडे इधर भैन जी रंजना शर्मा जी कुछ हाँ जी, मेरी बहुत सैशन जज जी करनाल तो रिटायर हुए ने, सैशन अच्छा वाह वाह क्या बात है, मेरी फ्रेंड है वो। नमस्कार जी, मैं रंजना शर्मा। हाँ, ये रेनू जी मेरी बहुत पुरानी बचपन की फ्रेंड है, और इनके जो इन्होंने बातें बताई हैं, आई एम आई विटनेस टू ऑल दीज इवेंट्स। जब इन्होंने ढोल सीखा या जो भी ये इवेंट करती रही हैं, आई एम आई विटनेस टू दैट। बट व्हेन दे आई सी them on the TV or in such program, I really love and I myself feel elevated। मैं भी हो गई हूँ। हालांकि मेरा प्रोफेशन आप सब जानते हैं लीगल है, और लीगल प्रोफेशन में बहुत कम टाइम मिलता है, लेकिन इनका थोड़ा सा असर मेरे ऊपर है। मैं भी थोड़ा बहुत कभी साथ इनको भी लेके चले हम, गा लेती हूँ और जब ये आते हैं तो बहुत अच्छा लगता है। और हमारे पास फरीदाबाद ये 3-4 दिन रुकते हैं। मेरे हस्बैंड जो हैं इनके बड़े एक क्या कहूँ कि फैन हैं, ये आ गए हैं। ये भी नमस्कार सुभाष जी, नमस्कार बात होती है, और हमें बहुत अच्छा लगता है कि जब ये इनको ऑनर मिलता है कि लगता है कि मेरे को ही ऑनर मिला है। थैंक यू। सुरजीत कुछ कह रही है जी, थैंक यू। अच्छा जी, मैं तो इन्हां लोगों को कहना कि ये सारे इंटरनेशनल सेलिब्रिटी हैं ये लोग। आ रही आवाज आ रही है जी, तेरी आवाज नहीं बंद है। ये साडे फैमिली फ्रेंड ने, एंड जिथे भी जाते हैं बहुत जल्दी अपना लोग इन्हां दे फैन बन जाते हैं, एंड इन्हां दे आन करके साडी इज्जत वध जाती है। असी एक प्रोग्राम इन्हां दा रखिया, गुरुद्वारे च कीर्तन का प्रोग्राम रखिया, ते इन्हां ने गुरबानी का कीर्तन किया, ते मेरे ख्याल जो उन्होंने गुरुद्वारे वाले शुकराना किया, तो साडा नाम पहली बारी गुरुद्वारे अनाउंस होया इन्हां करके। इत्थों 30-35 साल तो इत्थे रह रहे हैं, सानू कोई नहीं जानता, बट इन्हां दे मतलब इस कंटेक्स्ट विच नहीं जानता, मगर इन्हां करके इन्हां च कोई खुशबू ऐसी है कि जिहड़ा इन्हां दे संपर्क च आंदा है वो भी कमाल हो जाता है। They are very genuine person. They are genuine human beings. और मैं हुणे देख रहा सी अमेरिका च रहे ने, इन सालों तो रह रहे ने, एंड इन्नी शुद्ध पंजाबी इन्होंने सामभ के रखी है। मैं अमेरिका पहला 75 में रहा, 4 साल अमेरिका नेब्रास्का रह के आया मैं। आई कैनॉट स्पीक क्लीयर पंजाबी टिल नाउ, जिन्नी क्लीयर ये बोलते हैं। ग्रेट कंप्लीमेंट कि अमेरिका च रह के भी अगर अपनी लैंग्वेज में तुसीं बचा के रखिया, एंड इज अ ग्रेट कंप्लीमेंट टू देयर कैलिबर। एंड सिंगिंग दी कोई इन्हां दी कोई कदर नहीं कर सकता। जिहड़ा इन्हां दा टैंपरामेंट है, हुणे अमृतसर सन ते मैं 2 बार इन्हां नूं अमृतसर मिल के आया, एक रात रह के भी आया। The way these people treated me, I have never been treated like this in my whole life. They are genuinely good people. बिल्कुल ਅਸੀਂ ਤੇ ਸਾਰੇ ਇਹਨਾਂ ਨੂੰ ਬਚਪਨ ਤੋਂ ਅਸੀਂ ਦੇਖਦੇ ਆਏ ਆ, ਕਿਉਂਕਿ ਅਸੀਂ ਤੇ ਬਹੁਤ ਇਹ ਬੜੀ ਟ੍ਰੀਟਮੈਂਟ ਅਸੀਂ ਤੇ ਬਹੁਤ ਛੋਟੇ ਹੁੰਦੇ ਤੋਂ ਦੇਖਦੇ ਰਹੇ। ਸੁਰਜੀਤ बचपन के साथी हैं सारे। हाँ जी, मैं क्या ऐसे भी बचपन के ही साथी हैं सारे। जी। हाँ जी। सुरजीत कुछ कह रही सी। हाँ जी जी, मैं पहला ये कहना चाहूंगी कि पहला तो इन्होंने इन्नी देर बाद सामने देख के मैंने बहुत लग रहा है, बहुत बढ़िया लग रहा है।
ਸਾਨੂੰ ਵੀ ਬਹੁਤ ਅੱਛਾ ਸੁਰਜੀਤ ਲੱਗਾ। ਬਹੁਤ ਅੱਛਾ ਲੱਗਾ ਵੇਖ ਕੇ, ਬਹੁਤ ਅੱਛਾ ਲੱਗਾ। ਕੇਵਲ ਦੀ ਮਿਹਰਬਾਨੀ ਸਾਰੇ ਕਲਾਕਾਰਾਂ ਨੂੰ ਜਿਹੜਾ ਸਾਨੂੰ ਪਲੇਟਫਾਰਮ ਤੇ ਇਕੱਠਾ ਕਰ ਦਿੱਤਾ ਹੈ। ਲਿੰਕ ਸਾਡੀ ਬਣਾਇਆ ਪਹਿਲੀ ਸਾਰਾ। ਜਿਹੜੀ ਪ੍ਰੋਡਕਸ਼ਨ ਮਾਵਾ ਸੀ ਉਹ ਚ ਰੇਨੂ ਭਾਬੀ ਜੀ, ਸੁਰਜੀਤ ਜੀ ਹਾਂਜੀ। ਦੋਨੋਂ ਹੀ ਬਿਰਖਰਜ਼ ਘਰੇ ਵਿੱਚ ਵੀ ਸੁਰਜੀਤ ਰਮਾ ਫਾਸਲੇ ਵਿੱਚ ਫਾਸਲੇ ਵਿੱਚ ਤਾਂ ਬਹੁਤ ਫਾਸਲੇ ਇਹ ਜਿੱਥੇ ਇੱਕ ਬਹੁਤ ਹੀ ਵਧੀਆ ਕਲਾਕਾਰ ਨੇ, ਉਸ ਤੋਂ ਜ਼ਿਆਦਾ ਇੱਕ ਬਹੁਤ ਹੀ ਵਧੀਆ ਇਨਸਾਨ, ਬੜਾ ਹੀ ਆਪਣਾ ਸੁਭਾਅ। ਇਹਨਾਂ ਨੇ ਮਤਲਬ ਇੰਨਾ ਜ਼ਿਆਦਾ ਪਿਆਰ ਦਿੱਤਾ ਨਾ ਸਾਨੂੰ, ਉਦੋਂ ਬੱਚਿਆਂ ਵਾਂਗੂ ਸਾਨੂੰ ਟ੍ਰੀਟ ਕਰਦੇ ਸੀਗੇ, ਗਾਈਡ ਵੀ ਬਹੁਤ ਕਰਦੇ ਸੀਗੇ, ਇਸ ਤਰ੍ਹਾਂ ਬਹੁਤ ਵਧੀਆ ਲੱਗਦਾ ਸੀ ਯਾਰ। ਤੇ ਬਹੁਤ ਹੀ ਅੰਦਰੋਂ ਖੁਸ਼ੀ ਹੋ ਰਹੀ ਹੈ ਤੁਹਾਨੂੰ ਸਾਹਮਣੇ ਦੇਖ ਕੇ, ਮੈਂ ਬਿਆਨ ਨਹੀਂ ਕਰ ਸਕਦੀ। ਜਿੰਦੇ ਰਹੋ। ਬਹੁਤ ਬੜੀਆਂ ਪਿਆਰੀਆਂ ਗੱਲਾਂ ਹੋਈਆਂ ਭਾਜੀ, ਬਹੁਤ ਅੱਛਾ ਲੱਗਾ ਵੀ ਲੱਗ ਰਿਹਾ ਕਿ ਅਸੀਂ ਪਰਿਵਾਰ 'ਚ ਬੈਠੇ ਹੀ ਘਰ ਬੈਠੇ ਗੱਲਾਂ ਕਰ ਰਹੇ ਆ। ਜਦੋਂ ਤੁਸੀਂ ਆਉਂਦੇ ਹੋ ਘਰ ਉਦੋਂ ਵੀ ਆਪਾਂ ਇਦਾਂ ਹੀ ਗੱਲਾਂ ਕਰਦੇ ਆ ਜਦੋਂ ਤੁਸੀਂ ਅੰਮ੍ਰਿਤਸਰ ਆਉਂਦੇ ਹੋ। ਤੇ ਮੈਡਮ ਪਰਮਜੀਤ ਕੌਰ ਜੀ ਕੁਝ ਕਹਿਣਾ ਚਾਹ ਰਹੇ ਸੀ ਸ਼ਾਇਦ। ਹਾਂਜੀ, ਤੁਹਾਡਾ ਮਾਈਕ ਆਨ ਨਹੀਂ ਹੈ ਪਰਮਜੀਤ ਮੈਡਮ, ਆਵਾਜ਼ ਨਹੀਂ ਆ ਰਹੀ ਤੁਹਾਡੀ। ਹੁਣ ਠੀਕ ਹੈ ਜੀ, ਬੋਲੋ। ਰੰਗ ਮੰਚ ਦੇ ਕਲਾਕਾਰ ਇਹ ਤੇ ਰੰਜਨਾ ਜੀ ਨੇ। ਨਹੀਂ ਪਰਮਜੀਤ ਜੀ ਨਹੀਂ, ਬਾਕੀ ਜਿਹੜੇ ਆਪਣੇ ਸਿਰਫ ਮਾਈਕ ਆਫ ਕਰ ਲਓ। ਹਾਂਜੀ ਤੁਸੀਂ ਬੋਲੋ ਪਰਮਜੀਤ ਮੈਡਮ। ਹਾਂਜੀ ਆਵਾਜ਼ ਆ ਰਹੀ ਹੈ? ਆ ਰਹੀ ਜੀ, ਆ ਰਹੀ ਜੀ। ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਸਤਿ ਸ਼੍ਰੀ ਅਕਾਲ ਜੀ। ਰੇਨੂ ਜੀ, ਪਰਮਜੀਤ ਜੀ, ਦਰਸ਼ਨ ਕਰਕੇ ਬਹੁਤ ਲੱਗ ਰਿਹਾ ਹੈ। ਬਹੁਤ ਹੀ ਸਾਰੀਆਂ ਯਾਦਾਂ ਆ ਰਹੀਆਂ ਸਾਨੂੰ ਅੱਜ, ਬਹੁਤ ਜ਼ਿਆਦਾ। ਸਾਰੇ ਬੱਚੇ, ਵੱਡੇ ਦੀਦੀ ਵੀ ਬੈਠੇ ਹੈ, ਛੋਟੀ ਸਿਸਟਰ ਨਰਿੰਦਰ ਯੂਕੇ ਤੋਂ, ਛੋਟੀ ਵਾਲੀ ਸਿਸਟਰ ਵੀ ਬੈਠੀ ਸੀ, ਹੁਣੇ ਸ਼ਾਇਦ ਉਹ ਕਿਤੇ ਚਲੀ ਗਈ। ਪਾਪਾ ਵੀ ਦੇਖ ਰਹੇ। ਥੈਂਕ ਯੂ, ਸ਼ੁਕਰੀਆ। ਰਾਜਾ ਜੀ ਨਾਲ ਵੀ ਸਾਨੂੰ ਰਹਿਣ ਦਾ ਮੌਕਾ ਮਿਲਿਆ ਇੱਕ ਹਫ਼ਤਾ। ਹਾਂਜੀ ਹਾਂ, ਥੈਂਕ ਯੂ, ਥੈਂਕ ਯੂ, ਬਹੁਤ ਸ਼ੁਕਰੀਆ, ਸ਼ੁਕਰੀਆ ਮੈਡਮ। ਪਰਮਜੀਤ ਭਾਜੀ ਆਪਾਂ ਇਸ ਤੋਂ ਪਹਿਲੇ ਕਿ ਅਸੀਂ ਜਾਈਏ, ਇੱਕ ਗੀਤ ਤੁਸੀਂ ਕੋਈ ਸਾਂਝਾ ਹੋਰ ਜਿਹੜਾ ਤੁਹਾਡੀ ਪਸੰਦ ਦਾ ਹੋਵੇ ਉਹ ਸੁਣਾਓ। ਹਾਂਜੀ ਹਾਂਜੀ ਇਹ ਗੀਤ ਵੀ ਕੇਵਲ ਜੀ ਮੇਰੇ ਕੋਲ ਜਿੰਨੇ ਵੀ ਗੀਤ ਹੈਗੇ ਨੇ ਉਹ ਤੇ ਤੁਹਾਡੇ ਨਾਟਕਾਂ ਦੇ ਹੀ ਨੇ। ਅੱਛਾ ਚਲੋ ਸੁਣਾਓ। ਇਹ ਵਾਪਸੀ ਦੇ ਵਿੱਚੋਂ ਤੁਹਾਡਾ ਨਾਟਕ ਸੀ ਵਾਪਸੀ। ਹਾਂ ਫਿਰ ਉਹਦਾ ਉਹ ਵਾਲਾ ਸੁਣਾਓ, ਚੂੜੇ ਵਾਲੀ ਨਾਰ ਹੈ ਉਡੀਕ ਦੀ। ਹਾਂਜੀ ਉਹੀ ਸੁਣਾਉਣ ਲੱਗੇ, ਚੂੜੇ ਵਾਲੀ। ਕੀ ਬਾਤ ਹੈ। ਚੂੜੇ ਵਾਲੀ ਨਾਰ ਹੈ ਉਡੀਕ ਦੀ, ਸੋਹਣੀ ਮੁਟਿਆਰ ਹੈ ਉਡੀਕ ਦੀ। ਚੂੜੇ ਵਾਲੀ ਨਾਰ ਹੈ ਉਡੀਕ ਦੀ, ਸੋਹਣੀ ਮੁਟਿਆਰ ਹੈ ਉਡੀਕ ਦੀ। ਕਿਸੇ ਜੰਗ ਵਾਲੇ ਤੈਨੂੰ ਪੁੱਛੇ, ਆਣੀਆਂ ਦੀ ਡਾਰ ਹੈ ਉਡੀਕ ਦੀ। ਕਿਸੇ ਜੰਗ ਵਾਲੇ ਤੈਨੂੰ ਪੁੱਛੇ, ਆਣੀਆਂ ਦੀ ਡਾਰ ਹੈ ਉਡੀਕ ਦੀ। ਹਾਏ ਚੂੜੇ ਵਾਲੀ, ਚੂੜੇ ਵਾਲੀ, ਚੂੜੇ ਵਾਲੀ ਨਾਰ ਹੈ ਉਡੀਕ ਦੀ, ਸੋਹਣੀ ਮੁਟਿਆਰ ਹੈ ਉਡੀਕ ਦੀ। ਪਹਿਲੇ ਪੰਨੇ ਉੱਤੇ ਫੋਟੋ ਛਾਪਣੀ, ਤੈਨੂੰ ਅਖਬਾਰ ਹੈ ਉਡੀਕ ਦੀ। ਪਹਿਲੇ ਪੰਨੇ ਉੱਤੇ ਫੋਟੋ ਛਾਪਣੀ, ਤੈਨੂੰ ਅਖਬਾਰ ਹੈ ਉਡੀਕ ਦੀ। ਹਾਏ ਚੂੜੇ ਵਾਲੀ, ਚੂੜੇ ਵਾਲੀ, ਚੂੜੇ ਵਾਲੀ ਨਾਰ ਹੈ ਉਡੀਕ ਦੀ, ਮੇਰੀ ਨਾਰ ਹੈ ਉਡੀਕ ਦੀ। ਦਰਦ ਮੇਂ ਸਜਾਉਣ ਤੇਰੀ ਫਿੱਕ ਤੇ, ਤੈਨੂੰ ਸਰਕਾਰ ਹੈ ਉਡੀਕ ਦੀ। ਦਰਦ ਮੇਂ ਸਜਾਉਣ ਤੇਰੀ ਫਿੱਕ ਤੇ, ਤੈਨੂੰ ਸਰਕਾਰ ਹੈ ਉਡੀਕ ਦੀ। ਹਾਏ ਚੂੜੇ ਵਾਲੀ, ਚੂੜੇ ਵਾਲੀ, ਚੂੜੇ ਵਾਲੀ ਨਾਰ ਹੈ ਉਡੀਕ ਦੀ, ਸੋਹਣੀ ਮੁਟਿਆਰ ਹੈ ਉਡੀਕ ਦੀ।
जा तू गोलियां दी वाछड़ा बच जा तू गोलियां दी वाछड़ा पान दी कुहार है उड़ीक दी बच जा तू गोलियां दी वाछड़ा पान दी कुहार है उड़ीक दी बूढ़े वाली नार है उड़ीक दी बूढ़े वाली नार है उड़ीक दी सोनी मुटियार है उड़ीक दी सोनी मुटियार है उड़ीक दी बूढ़े वाली क्या बात है, बहुत खूबसूरत, बहुत खूबसूरत। यानी कि इंडिया खूबसूरत लाइना पात्र साहब ने लिखिया, सुरजीत पात्र होਰਾਂ ने, ਉਹਨਾਂ ਨੂੰ ਤੁਸੀਂ ਇੰਨੀ ਖੂਬਸੂਰਤੀ ਨਾਲ ਗਾਇਆ। ਜੋ ਤੰਜ਼ ਹੈ ਇਸ ਗਾਣੇ ਦੇ ਵਿੱਚ, ਫੌਜੀ ਵਾਪਸ ਜਾ ਰਿਹਾ ਹੈ, ਲਾਸ਼ ਉਹਦੇ ਮੋਢੇ ਤੇ ਹੈ, ਉਹਨੂੰ ਘਰ ਚ ਉਡੀਕ ਕੌਣ ਰਿਹਾ ਜੰਗ ਦੇ ਵਿੱਚੋਂ, ਚੂੜੇ ਵਾਲੀ ਨਾਰ ਹੈ ਉਡੀਕ ਦੀ, ਸੋਹਣੀ ਮੁਟਿਆਰ ਹੈ ਉਡੀਕ ਦੀ। ਉਹ ਕਹਿੰਦੇ ਬਚ ਜਾ ਤੂੰ ਗੋਲੀਆਂ ਦੀ ਵਾਛੜੋ, ਸੌਣ ਦੀ ਫੁਹਾਰ ਹੈ ਉਡੀਕ ਦੀ। ਹਾਏ ਹਾਏ ਕੀ ਬਾਤ ਹੈ ਨਾ। ਆਪਣੇ ਸਜਾਉਣੇ ਤੇਰੀ ਹਿੱਕ ਤੇ, ਤੈਨੂੰ ਸਰਕਾਰ ਹੈ ਉਡੀਕ ਦੀ। ਹਾਏ ਹਾਏ ਪਹਿਲੇ ਪੰਨੇ ਉੱਤੇ ਫੋਟੋ ਛਾਪਣੀ, ਤੈਨੂੰ ਅਖਬਾਰ ਹੈ ਉਡੀਕ ਦੀ। ਹਾਏ ਹਾਏ ਕਿਸੇ ਜੰਗ ਵਾਲੇ ਤੈਥੋਂ ਪੁੱਛਣੇ, ਹਾਣੀਆਂ ਦੀ ਡਾਰ ਹੈ ਉਡੀਕ ਦੀ। ਸੋ ਅਜਿਹੀਆਂ ਪਾਤਰ ਸਾਹਿਬ ਹੀ ਲਾਈਨਾਂ ਲਿਖ ਸਕਦੇ ਆ। ਸਲੂਟ ਪਾਤਰ ਸਾਹਿਬ ਨੂੰ ਵੀ ਤੇ ਤੁਹਾਡੀ ਗਾਇਕੀ ਨੂੰ ਵੀ, ਤੁਹਾਡੇ ਰੰਗਮੰਚ ਦੇ ਸਫ਼ਰ ਨੂੰ, ਤੁਹਾਡੀ ਗਾਇਕੀ ਦੇ ਸਫ਼ਰ ਨੂੰ ਸਲੂਟ ਕਿ ਤੁਸੀਂ ਇੰਨੇ ਸਾਲ ਲੰਬਾ ਸਮਾਂ ਜਿਹੜਾ ਇੰਨੇ ਪੜਾਅ ਤੈਅ ਕੀਤੇ ਔਰ ਬੜੀ ਸੋਹਣੀ ਕਹਿ ਲਓ ਕਿ ਸਮਾਜ ਨੂੰ ਉਹਦੇ ਵਿੱਚ ਇੱਕ ਭੂਮਿਕਾ ਨਿਭਾਈ ਤੁਸੀਂ ਆਪਣੀ ਕਲਾ ਦੇ ਰਾਹੀਂ। ਸੋ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਸੱਦੇ ਨੂੰ ਪ੍ਰਵਾਨ ਕੀਤਾ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ। ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ। ਕੱਲ ਦੋਸਤੋ ਆਪਾਂ ਫਿਰ ਮਿਲਾਂਗੇ 5 ਤੋਂ 6 ਵਜੇ ਔਰ ਕੱਲ ਅਸੀਂ ਡਾਕਟਰ ਸਾਹਿਬ ਸਿੰਘ ਹੋਰਾਂ ਦੇ ਨਾਲ ਗੱਲਾਂ ਕਰਾਂਗੇ ਇਹਨਾਂ ਦੇ ਵੱਖ-ਵੱਖ ਪੜਾਵਾਂ ਦੇ ਬਾਰੇ ਚ। ਔਰ ਡਾਕਟਰ ਸਾਹਿਬ ਸਿੰਘ ਹੋਰੀ ਜਿਹੜੇ ਆਪ ਕਈਆਂ ਨੂੰ ਕਈ ਸਵਾਲ ਪੁੱਛਦੇ ਆ, ਕੱਲ ਅਸੀਂ ਇਹਨਾਂ ਨੂੰ ਬਹੁਤ ਸਾਰੇ ਸਵਾਲ ਪੁੱਛਾਂਗੇ। ਸੋ ਅਸੀਂ ਕੱਲ अखीर ਵਿੱਚ ਇੱਕ शेर, गुजरी जिंदगी को कभी याद ना करना, गुजरी जिंदगी को कभी याद ना करना, तकदीर में जो लिखा है उसकी फरियाद ना करना, होना है जो वो होकर रहेगा, कल की फिक्र में आज की हंसी बर्बाद ना करना, बर्बाद ना करना। क्या बात है, बहुत शुक्रिया। ਕੇਵਲ ਜੀ ਐਂਡ ਜਿਹੜਾ ਮੈਂ ਚਾਹਾਂਗਾ ਤੁਹਾਡੀਆਂ 2 ਸਤਰਾਂ ਦੇ ਨਾਲ ਮੈਂ ਕਰਨਾ ਚਾਹਾਂਗਾ, ਉਹ ਵੀ ਪਾਤਰ ਸਾਹਿਬ ਦੀ ਆ, ਜੇ 2 ਮਿੰਟ ਟਾਈਮ ਹੋਵੇ ਤੁਹਾਡੇ ਕੋਲ। ਹਾਂ ਜੀ ਕੋਈ ਗੱਲ ਨਹੀਂ। ਹਾਂ ਅੱਜ 5 ਮਿੰਟ ਬਾਅਦ ਲਾ ਲਾਂਗੇ। ਤੇ ਮੈਂ ਚਾਹਾਂਗਾ ਕਿ ਇਹਦੇ ਵਿੱਚ ਮੇਰੇ ਜਿਹੜੇ ਕਲਾਕਾਰ ਸਾਥੀਆਂ ਨੇ ਸਾਥ ਦਿੱਤਾ ਸੀਗਾ ਤੁਹਾਡੇ ਨਾਟਕ ਦੇ ਵਿੱਚੋਂ ਹੀ, ਉਹਦੇ ਵਿੱਚ ਤੁਸੀਂ ਵੀ ਸੀਗੇ, ਹਰਦੀਪ ਗਿੱਲ ਵੀ ਸੀਗਾ, ਸ਼ਾਇਦ ਹੀਰਾ ਸਿੰਘ ਹੋਰੀ ਵੀ ਸੀਗੇ, ਤੇ ਆਪਣਾ ਬੱਚਾ ਪਵਨਦੀਪ ਵੀ ਸੀਗਾ ਅੰਮ੍ਰਿਤਸਰ ਵਾਲਾ। ਤੇ ਮੈਂ ਚਾਹਾਂਗਾ ਕਿ ਤੁਸੀਂ ਸਾਰੇ ਉਸ ਦੇ ਵਿੱਚ ਮੇਰਾ ਸਾਥ ਦਿਓ। ਤੁਹਾਡੇ ਨਾਟਕ ਦੇ ਵਿੱਚ ਕੁਝ ਸਤਰਾਂ ਨੇ। ਜੀ ਜੀ ਕੀ ਖਬਰ ਸੀ ਜਗ ਤੈਨੂੰ ਇਸ ਤਰ੍ਹਾਂ ਭੁੱਲ ਜਾਏਗਾ, ਕਿ ਤੇਰੇ ਨਾਂ ਦਾ ਕਤਨਾ ਆਵੇਗਾ। ਕੀ ਖਬਰ ਸੀ ਜਗ ਤੇ ਇਸ ਤਰ੍ਹਾਂ ਭੁੱਲ ਜਾਵੇਗਾ, ਜਿੱਤੇ ਆਵੇ ਕਿ ਤੇਰੇ ਨਾਂ ਦਾ ਕਤਨਾ। ਦੇ ਵਿੱਚ ਪਛਮ ਗੀਤ ਦੇ ਵਿੱਚ ਪਛਮ ਗੀਤ ਇਸ ਤਰ੍ਹਾਂ ਭੁੱਲ ਜਾਏਗਾ, ਡਾਕ ਨਿਤ ਆਏ ਤੇਰੇ ਨਾਂ ਦਾ ਕਤਨਾ। ਸੜਕ ਤੇ ਵੇਖੀ ਦੇ ਪੈਰ ਭਜਦੀ ਰਹੀ, ਸੜਕ ਤੇ ਵੇਖੀ ਗੰਗੇ ਪੈਰ ਭਜਦੀ ਰਹੀ। ਇਹ मोहब्बत है याद कुछ नहीं आएगा, ये मोहब्बत है
क्या बात है, बहुत खूबसूरत। पर बहुत ਵਧੀਆ ਭਾਜੀ, ਬਹੁਤ ਵਧੀਆ, ਬਹੁਤ ਵਧੀਆ। ਪਰ ਤੁਸੀਂ ਜਿਹੜੇ ਖੂਬਸੂਰਤ ਕੰਮ ਕੀਤੇ ਆ, ਤੁਸੀਂ ਜਿਹੜੀ ਖੂਬਸੂਰਤ ਗਾਇਕੀ ਕੀਤੀ, ਅਦਾਕਾਰੀ ਕੀਤੀ, ਉਹਨੂੰ ਜੱਗ ਕਦੇ ਨਹੀਂ ਭੁੱਲੇਗਾ। ਥੈਂਕ ਯੂ, ਬਹੁਤ ਬਹੁਤ ਥੈਂਕ ਸਾਰੇ। ਥੈਂਕ ਯੂ ਤੁਹਾਡਾ ਸਾਰੇ ਦੋਸਤਾਂ ਦਾ। ਕੱਲ ਫੇਰ ਮਿਲਦੇ ਆ, ਡਾਕਟਰ ਸਾਹਿਬ ਸਿੰਘ ਨਾਲ ਗੱਲਾਂ ਕਰਾਂਗੇ ਕੱਲ 5 ਤੋਂ 6 ਵਜੇ। ਔਰ ਪਰਸੋਂ ਸੋਮਵਾਰ ਨੂੰ ਮੈਂ ਆਪਣਾ ਨਵਾਂ ਨਾਟਕ ਸੀਸ ਗੁਰੂ ਤੇਗ ਬਹਾਦਰ ਜੀ ਬਾਰੇ, ਉਹਦੀ ਰਚਨਾ ਪ੍ਰਕਿਰਿਆ ਬਾਰੇ, ਉਹ ਤੁਹਾਡੇ ਨਾਲ ਉਹਦੀਆਂ ਗੱਲਾਂ ਕਰਾਂਗੇ। ਸੋਮਵਾਰ ਨੂੰ ਦਿਨ ਸਾਡਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ। ਸੋ ਅਸੀਂ ਸਾਰੇ ਸੋਮਵਾਰ ਜਿਹੜੇ ਆ, ਅਸੀਂ ਉਹਨਾਂ ਦੀ ਸ਼ਹਾਦਤ ਦੇ ਨਾਮ ਜਿਹੜਾ ਆ 400 ਸਾਲਾ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ। ਸੋ ਸੋਮਵਾਰ ਨੂੰ ਅਸੀਂ ਗੱਲਾਂ ਜਿਹੜੀਆਂ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਬਾਰੇ, ਉਹਨਾਂ ਦੀਆਂ ਨਾਟਕਾਂ ਰਾਹੀਂ, ਗੀਤਾਂ ਰਾਹੀਂ, ਕਵਿਤਾਵਾਂ ਰਾਹੀਂ ਕਰਦੇ ਆ। ਸੋ ਸੋਮਵਾਰ ਨੂੰ ਉਹ ਗੱਲਾਂ ਕਰਾਂਗੇ। ਕੱਲ ਅਸੀਂ 5 ਤੋਂ 6 ਮਿਲਦੇ ਆ ਡਾਕਟਰ ਸਾਹਿਬ ਸਿੰਘ ਨਾਲ। ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਸ਼ੁਕਰੀਆ, ਥੈਂਕ ਯੂ, ਥੈਂਕ ਯੂ। ਥੈਂਕ ਯੂ।